ਮੇਰੇ ਗੈਸਟ ਜਿਹੜੇ ਹੈਗੇ ਤੁਸੀਂ ਦੇਖ ਚੁੱਕੇ ਹੋ ਅਕਾਲ ਚੈਨਲ ਤੇ ਆ ਚੁੱਕੇ ਥੋੜੇ ਟਾਈਮ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕਿ ਤੁਹਾਨੂੰ ਮੈਂ ਦੱਸਿਆ ਇੰਟੈਲੈਕਚੁਅਲ ਗੈਸਟ ਲੈ ਕੇ ਆਉਣਾ ਤਰ੍ਹਾਂ ਤਰ੍ਹਾਂ ਦੀ ਸਟੋਰੀਆਂ ਹੁੰਦੀਆਂ ਨੇ। ਅੱਜ ਕੁਛ ਇੱਦਾਂ ਦਾ ਹਿਸਾਬ ਹੈਗਾ। ਮੇਰੇ ਗੈਸਟ ਜਿਹੜੇ ਹੈਗੇ ਤੁਸੀਂ ਦੇਖ ਚੁੱਕੇ ਹੋ ਅਕਾਲ ਚੈਨਲ ਤੇ ਆ ਚੁੱਕੇ ਥੋੜੇ ਟਾਈਮ। 3-4 ਸ਼ੋਅ ਕੀਤੇ ਉਹਨਾਂ ਨੇ। ਬੜੀ ਜਾਣੀ ਪਛਾਣੀ ਹਸਤੀ, ਬੜੀ ਪਿਆਰ ਮੁਹੱਬਤ ਕਰਦੇ ਅਕਾਲ ਚੈਨਲ। ਆਮ ਸੋ ਹੈਪੀ ਕਿ ਸਾਡੇ ਨਾਲ ਜੁੜੇ ਨੇ। ਤੇ ਅੱਜ ਨਾ ਜਰਾ ਸਟੋਰੀ ਕੁਛ ਬੜੀ ਡਿਫਰੈਂਟ ਹੈ। ਕੋਈ ਪਰਸਨਲ ਸਟੋਰੀ ਹੈ ਮੇਰੇ ਗੈਸਟ ਦੀ। ਬੜੀ ਐਡਮਾਇਰਿੰਗ ਹੈਗੀ ਹੈ, ਬੜੀ ਇਨਕਰੇਜਿੰਗ, ਬੜੀ ਇਨਫੋਰਮੇਟਿਵ। ਲੋਕਾਂ ਨੂੰ ਇਨਕਰੇਜਮੈਂਟ ਮਿਲੇਗੀ। ਸਟੋਰੀ ਸੁਣੋ ਪਲੀਜ਼, ਬੜੇ ਧਿਆਨ ਦੇ ਨਾਲ ਸੁਣੋ ਕਿ ਕਿਸ ਤਰ੍ਹਾਂ ਲੋਕੀ ਦੁਨੀਆ ਦੇ ਵਿੱਚ ਕਿੱਦਾਂ ਸਫ਼ਰ ਕਰਦੇ ਨੇ, ਕਿਸ ਤਰ੍ਹਾਂ ਸਰਵਾਈਵ ਕਰਦੇ ਨੇ। ਇਟਸ ਨੋਟ ਦੈਟ ਈਜ਼ੀ। ਕਈ ਬੰਦੇ ਨਿਕਲ ਜਾਂਦੇ ਨੇ ਮੁਸੀਬਤ ਵਿੱਚੋਂ, ਕਈ ਉੱਥੇ ਫਸੇ ਰਹਿੰਦੇ ਨੇ। ਫਿਰ ਆਪਣੀ ਲਾਈਫ ਸਾਰੀ ਬਿਟਰਨੈਸ ਵਿੱਚ ਰਹਿ ਜਾਂਦੀ ਹੈ। ਪਲੀਜ਼ ਇਹਨੂੰ ਤੁਸੀਂ ਧਿਆਨ ਨਾਲ ਸੁਣਿਓ, ਬੜਾ ਇੰਟਰਸਟਿੰਗ ਹੋਏਗਾ, ਬੜਾ ਇਨਕਰੇਜ ਹੋਗੇ, ਤੁਸੀਂ ਐਡਮਾਇਰ ਕਰੋਗੇ, ਇੰਸਪਾਇਰ ਕਰੋਗੇ ਦਿਸ ਲੇਡੀ ਨੂੰ। ਜਾਣੇ ਪਛਾਣੀ ਹਸਤੀ। ਮੈਂ ਪਹਿਲਾਂ ਇੰਟਰੋਡਿਊਸ ਕਰਨ ਉਹਨਾਂ ਦਾ ਨਾਮ ਦੱਸਦਾ, ਮਿਸਿਸ ਅੰਬਰ ਕੌਰ ਸੁਭਾਗ ਮੇਕਰ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ, ਬਹੁਤ ਦਫਾ ਇਹ ਆਪਣੇ ਭੈਣ ਜੀ ਲੇਡੀ ਸਿੰਘ ਦੇ ਨਾਲ ਵੀ ਆਏ ਸੀਗੇ, 2-3 ਇਹਨਾਂ ਨੇ ਸ਼ੋਅ ਕੀਤੇ ਆ। ਬੜੀ ਲੋਕਾਂ ਦੀ ਡਿਮਾਂਡ ਸੀਗੀ ਅਸੀਂ ਫਿਰ ਇਹਨਾਂ ਨੂੰ ਇਕੱਠੇ ਲੈ ਕੇ ਆਵਾਂਗੇ, ਕਿਉਂਕਿ ਦੋਨੇ ਭੈਣਾਂ ਇਕੱਠੇ ਹੋ ਕੇ ਬੜੀ ਅੱਛੀ ਗੱਲ ਕਰਦੇ ਨੇ। ਚਲੋ ਮੈਂ ਉਹਨਾਂ ਦਾ ਸਵਾਗਤ ਕਰਦਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਪਾਲ ਜੀ ਫॉर ਟੂ ਇਨਵਾਈਟ ਮੀ। ਬੜਾ ਅੱਛਾ ਲੱਗਦਾ ਹੈ ਇਸ ਪਲੇਟਫਾਰਮ ਤੋਂ ਸੰਗਤ ਨਾਲ ਰੂਬਰੂ ਹੋ ਕੇ ਤੇ ਅਸੀਂ ਗੱਲ ਕਰਦੇ ਹਾਂ। ਬੜਾ ਅੱਛਾ ਲੱਗਦਾ ਹੈ। ਭੈਣ ਜੀ ਪਤਾ ਕੀ ਹੁੰਦਾ ਹੈ, ਪਹਿਲੇ ਤਾਂ ਮੈਂ ਅੱਗੇ ਗੱਲਬਾਤ ਕਰਨ ਤੋਂ ਭੈਣ ਜੀ ਦਾ ਮੈਂ ਸ਼ੁਕਰਾਨਾ ਕਰਦਾ। ਹਰ ਦਫਾ ਜਦੋਂ ਸਾਡੇ ਸ਼ੋਅ 'ਤੇ ਆਉਂਦੇ ਨੇ ਹਮੇਸ਼ਾ ਸਪਾਂਸਰ ਕਰਦੇ ਨੇ। ਅੱਜ ਬੜੀ ਵੱਡੀ ਰਕਮ ਦਿੱਤੀ, ਪਰ ਭੈਣ ਜੀ ਹਮੇਸ਼ਾ ਸੋ ਸੋਬਰ, ਸੋ ਸਿੰਪਲ ਕਹਿੰਦੇ ਪਾਲ ਤੁਸੀਂ ਰਕਮ ਨਾ ਦੱਸੋ। ਚਲੋ ਮੈਂ ਇੰਨਾ ਦੱਸ ਦਿੰਦਾ ਕਿ ਭੈਣ ਜੀ ਨੇ ਸ਼ੋਅ ਸਪਾਂਸਰ ਕੀਤਾ। ਭੈਣ ਜੀ ਥੈਂਕ ਯੂ ਤੁਹਾਡਾ ਸੋ ਮਚ, ਰੀਅਲੀ ਨਾਈਸ। ਬਿਕੋਜ਼ ਦੇਖੋ ਜਿਹੜੇ ਅੰਦਰ ਦੇ ਚੈਨਲ ਵਗੈਰਾ ਹੈਗੇ ਨੇ ਆਪਣੀ ਸੰਗਤ ਦੇ ਸਿਰ 'ਤੇ ਚੱਲਦੇ ਨੇ। ਆਮ ਗਲੈਡ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ ਜਦੋਂ ਵੀ ਆਉਂਦੇ ਹੋ ਤੁਸੀਂ ਸ਼ੋਅ ਸਪਾਂਸਰ ਕਰਦੇ ਹੋ। ਇਹ ਸਾਡਾ ਫਰਜ਼ ਬਣਦਾ ਪਾਲ ਜੀ। ਤੁਸੀਂ ਦੇਖੋ ਇੰਨਾ ਕੰਮ ਕਰ ਰਹੇ ਹੋ ਤੇ ਲੀਸਟ ਵੀ ਕੈਨ ਡੂ। ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਇੰਨੇ ਚੈਨਲ ਚਲਾਉਣੇ ਆਸਾਨ ਨਹੀਂ ਹੈਗੇ। ਦੇਖੋ ਫਾਈਨੈਂਸ਼ੀਅਲ ਤੇ ਚਾਹੀਦੀ ਹੁੰਦੀ ਹੈ ਸਪੋਰਟ, ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਚੈਨਲ ਜਿਹੜੇ ਸਾਡੇ ਲੱਕੀਲੀ ਦੇਖੋ ਸਾਡੇ ਕੋਲ ਚੈਨਲ ਹੈਗੇ ਆ, ਅੱਛੇ ਪਲੇਟਫਾਰਮ ਹੈ, ਅੱਛੀਆਂ ਅਸੀਂ ਗੱਲਾਂ ਸਿੱਖਦੇ ਹਾਂ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸਪੋਰਟ ਕਰੀਏ। ਦੈਟਸ ਵਾਟ ਆਈ ਫੀਲ। ਉਮੀਦ ਰੱਖਦਾ ਕਿ ਸਾਰੇ ਇੱਦਾਂ ਫੀਲ ਕਰਨ, ਜਿਹੜਾ ਅੱਛਾ ਲੱਗਦਾ। ਦੇਖੋ ਬੜੀ ਕੋਸ਼ਿਸ਼ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ। ਇੱਕ ਗੱਲ ਹੋਰ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਤੁਹਾਡੇ ਪਾਸ ਕੋਈ ਵੀ ਇਨਸਾਨ ਕਿਸੇ ਤਰ੍ਹਾਂ ਤੁਹਾਡੇ ਪਾਸ ਕੋਈ ਗੱਲ ਕਰਨ ਨੂੰ ਹੈਗੀ ਹੈ, ਪਲੀਜ਼ ਗਿਵ ਮੀ ਅ ਕਾਲ। ਆਮ ਮੋਰ ਦੈਨ ਹੈਪੀ ਟੂ ਆਫਰ ਯੂ ਪਲੇਟਫਾਰਮ। ਜਿੱਦਾਂ ਸਾਡੀ ਭੈਣ ਆਈਆਂ, ਦੋਨੇ ਭੈਣਾਂ ਆਉਂਦੀਆਂ ਸੀ, ਬੜਾ ਦਿਲ ਲੱਗਦਾ। ਅਸੀਂ ਮਿਸ ਕਰਾਂਗੇ ਲੇਡੀ ਸਿੰਘ ਨੂੰ ਅੱਜ, ਪਰ ਆਮ ਸ਼ੋਰ ਭੈਣ ਜੀ ਨੇ ਰੌਣਕ ਲਗਾਉਣੀ ਹੈ। ਸ਼ੀ ਗੋ ਲੋਟ ਟੂ ਟਾਕ ਅਬਾਊਟ। ਭੈਣ ਜੀ ਬਹੁਤ ਬਹੁਤ ਇੰਸਪਾਇਰਿੰਗ। ਮੈਨੂੰ ਥੋੜ੍ਹੀ ਬਹੁਤੀ ਭੈਣ ਜੀ ਨੇ ਗੱਲ ਕੀਤੀ ਸੀਗੀ, ਆਪਣੀ ਸਟੋਰੀ ਦੱਸੀ। ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਟੋਰੀ ਹੁੰਦੀ ਹੈ, ਖੁਸ਼ੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ। ਤੁਸੀਂ ਖੁਸ਼ੀ ਨੂੰ ਕਿੱਦਾਂ ਹੈਂਡਲ ਕਰਦੇ ਹੋ ਔਰ ਦੁੱਖ ਨੂੰ ਕਿੱਦਾਂ ਕਰਦੇ ਹੋ। ਪਲੀਜ਼ ਅੱਜ ਮੇਰੇ ਭੈਣ ਦੇ ਕੋਲੋਂ ਤੁਸੀਂ ਲਵਾਜ਼ੀ ਸੁਣਿਓ। ਬਹੁਤ ਇਨਕਰੇਜਿੰਗ ਸਟੋਰੀ, ਲੋਕਾਂ ਨੂੰ ਹਿੰਮਤ ਆਏਗੀ। ਭਾਅ ਜੀ ਸਭ ਤੋਂ ਪਹਿਲਾਂ ਆਪਾਂ ਨਾ ਮੇਰਾ ਨਾ ਹਮੇਸ਼ਾ ਇੱਕ ਆਦਤ ਹੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ ਅਸੀਂ ਬੜਾ ਕੁਝ ਕਰਨਾ ਹੁੰਦਾ। ਆਪਣਾ ਜਿਹੜਾ ਮਾਈਂਡ ਹੁੰਦਾ ਫੁੱਲ ਆਫ ਥਿੰਗਸ ਹੁੰਦੀਆਂ, ਮੈਂ ਵੀ ਕਰਨਾ, ਮੈਂ ਉਹ ਵੀ ਕਰਨਾ। ਕਈ ਕਰ ਪਾਉਂਦੇ, ਕਈ ਨਹੀਂ ਕਰ ਪਾਉਂਦੇ। ਤੁਹਾਡਾ ਕਿੱਥੇ ਜਨਮ ਕਿੱਥੇ ਦਾ ਹੋਇਆ ਸੀ ਤੁਹਾਡਾ? ਦਿੱਲੀ 'ਚ। ਅੱਛਾ ਦਿੱਲੀ ਦਾ। 2 ਮਹੀਨੇ ਸੀ ਅਸੀਂ ਦਿੱਲੀ 'ਚ ਆ ਗਏ ਸੀ। ਹਾਂ। ਤੇ ਮੇਰੀ ਪੜ੍ਹਾਈ ਲਿਖਾਈ ਸਾਰੀ ਦਿੱਲੀ ਵਿੱਚ ਹੋਈ, ਨਵੀਂ ਦਿੱਲੀ 'ਚ। ਤੇ ਉੱਥੇ ਸੀਗਾ ਕਿ ਬਈ ਚਲੋ ਮੇਰੇ ਫਾਦਰ ਸੀ, ਉਹਨਾਂ ਨੂੰ ਕਿਉਂਕਿ ਥੋੜ੍ਹਾ ਐਸਟੈਬਲਿਸ਼ ਹੋਣ ਦਾ ਦਿਲ ਲੱਗ ਗਿਆ। ਜਦੋਂ ਮੈਂ ਥੋੜ੍ਹੀ ਸੀ ਤਾਂ ਇਹਨਾਂ ਨੂੰ ਸੀ ਕਿ ਮੈਂ ਇਹਨੂੰ ਬੱਚੀ ਨੂੰ ਪੜ੍ਹਾਉਣਾ ਜ਼ਰੂਰ ਹੈ। ਤੇ ਬ੍ਰਦਰ ਨੂੰ ਕਹਿਣ ਨੂੰ ਕਨਵੈਂਟ ਸਕੂਲ ਵਿੱਚ ਪਾਓ, ਕਹਿੰਦੇ ਥੋੜ੍ਹੀ। ਕਿੰਨੇ ਭੈਣ ਭਰਾ ਸੀਗੇ? ਅਸੀਂ 8 ਭੈਣਾਂ ਭਰਾ। ਅੱਛਾ ਤੇ ਹੋਰ ਭੈਣਾਂ ਕਿੰਨੀਆਂ? ਤੇ 5 ਸਿਸਟਰ। ਮੇਰੇ ਤੋਂ 4, ਮੈਂ ਸਭ ਤੋਂ ਛੋਟੀ ਹਾਂ। ਅੱਛਾ ਸਭ ਤੋਂ ਛੋਟੀ ਹੈ, ਛੋਟੀ। ਲਾਡਲੀ ਹੈ। ਬਿਲਕੁਲ। ਤੇ ਉਹ ਫਾਦਰ ਨੂੰ ਇਹ ਸੀ ਕਿ ਬਈ ਹੁਣ ਅਸੀਂ ਥੋੜ੍ਹੇ ਸੈੱਟ ਹੋ ਗਏ ਹਾਂ ਦਿੱਲੀ ਵਿੱਚ ਤੇ ਇਹਨੂੰ ਨਾ ਅੱਛੇ ਕਨਵੈਂਟ ਸਕੂਲ ਤੋਂ ਪੜ੍ਹਾਉਣਾ ਹੈ। ਪਰ ਅਨਫੋਰਚੂਨੇਟਲੀ ਉਹ ਕਹਿੰਦੇ ਥੋੜ੍ਹੀ ਜਿਹੀ ਟਿਊਸ਼ਨ ਇਹਨੂੰ ਸ਼ੁਰੂ ਕਰਕੇ ਤੇ ਇੰਗਲਿਸ਼ ਦੀ ਕਰਕੇ। ਪਰ ਅਨਫੋਰਚੂਨੇਟਲੀ ਵਿਦਿਨ 3-4 ਮੰਥਸ ਮਾਈ ਫਾਦਰ ਪਾਸਡ ਅਵੇ। ਆਈ ਵਾਸ ਓਨਲੀ 10 years old। 10 ਸਾਲ ਦੀ ਸੀ। 10 ਸਾਲ ਤੇ ਦੇ ਬੈਠੇ ਬੈਠੇ ਉਹ ਵੀ ਚਲੇ ਗਏ ਇੱਕਦਮ। ਸਡਨਲੀ ਹੀ ਇਜ਼ ਗੋਨ। ਤੇ ਮੈਨੂੰ ਉਹਨਾਂ ਦੀ ਬਲੈਸਿੰਗ ਸੀਗੀਆਂ। ਆਈ ਬਿਲੀਵ ਲੋਟ ਇਨ ਬਲੈਸਿੰਗਸ, ਕਿਉਂਕਿ ਉਹਨਾਂ ਦੀ ਇੱਛਾ ਸੀ। ਤੇ ਮੈਨੂੰ ਵਾਹਿਗੁਰੂ ਕੀਤਾ ਕਿ ਬਈ ਆਪਣੇ ਆਪ ਹੀ ਉੱਥੇ ਸਲਵਾਨ ਰਜਿੰਦਰ ਨਗਰ ਅੱਛਾ ਸਕੂਲ ਸੀ, ਉਹਨਾਂ ਦੀ ਗ੍ਰਾਮਰ ਵਗੈਰਾ ਅੱਛੀ ਸੀਗੀ। ਉੱਥੋਂ ਮੈਂ ਹਾਇਰ ਸੈਕੰਡਰੀ ਕੀਤੀ। ਉਸ ਤੋਂ ਬਾਅਦ ਲੇਡੀ ਸਿਰਮ ਕਾਲਜ ਨਿਊ ਦਿੱਲੀ। ਤੁਸੀਂ ਮੰਨੋਗੇ ਸਾਰੇ ਮਿਨਿਸਟਰਸ ਦੀਆਂ ਲੜਕੀਆਂ ਉੱਥੇ ਜਾਂਦੀਆਂ ਜਾਂ ਵੈਰੀ ਵੈਰੀ ਸਟੂਡੈਂਟ। ਉਹ ਕਹਿੰਦੇ ਜਦ ਤੱਕ ਤੁਹਾਡੀ ਫਸਟ ਕਲਾਸ ਨਹੀਂ ਹੈਗੀ ਤੁਸੀਂ ਅਪਲਾਈ ਨਾ ਕਰੋ। ਮੇਰੀ ਸੈਕਿੰਡ ਡਿਵੀਜ਼ਨ ਸੀਗੀ, ਅਪਲਾਈ ਕੀਤਾ। ਚਲੋ ਕਿ ਗਏ, ਇੰਟਰਵਿਊ ਹੋਈ, ਆਈ ਗੋਟ ਸਿਲੈਕਟਡ। ਸਾਰੇ ਹੈਰਾਨ ਹੋ ਗਏ
कि भई असां वो मैं कहंदी सी मेरे डैड दियां मेरे नाल ब्लैसिंग्स है। अच्छा कॉलेज सी, बड़े पॉलिश होए उत्थे, अच्छी जेंट्री सी, अच्छी जगह, ते उत्थे मैं इकनॉमिक्स BA कीती इन इकनॉमिक्स, ते बड़ा अच्छा लगा। ते ਇਹ ਵੀ ਵਾਹਿਗੁਰੂ ਦੀ ਮਿਹਰ ਨਾਲ, ਕਿਉਂਕਿ ਉਹਨਾਂ ਦਿਨਾਂ 'ਚ ਤੁਸੀਂ ਦੇਖੋ ਕੁੜੀਆਂ ਨੂੰ ਪੜ੍ਹਾਉਂਦਾ ਕੌਣ ਸੀ, ਕਾਲਜਾਂ 'ਚ ਭੇਜਦਾ ਕੌਣ ਸੀ। 1966 ਵਿੱਚ ਮੈਂ ਕੀਤੀ BA, ਤੇ ਇਹੀ ਸੀਗਾ ਕਿ ਅਸੀਂ 20 ਕਜ਼ਨਸ ਹੁੰਦੀਆਂ ਸੀ, 20 ਕਜ਼ਨਸ Oh my ਮੇਰੀ, God. ਉਹਨਾਂ ਦੇ 2, ਇੱਕ ਮੈਂ ਕੀਤੀ ਤੇ ਇੱਕ ਮੇਰੀ ਹੋਰ ਕਜ਼ਨ ਨੇ, ਬਾਕੀ ਸੋਚ ਹੀ ਨਹੀਂ ਸਕਦੀਆਂ ਸੀ। ਸਿਸਟਰ ਮੇਰੀ ਸੀ, ਉਹਨੇ ਹਾਇਰ ਸੈਕੰਡਰੀ ਕੀਤੀ, ਕਹਿੰਦੇ ਇਹਨੂੰ ਕੋਈ, ਕਿਉਂਕਿ ਨੌਕਰੀ ਨਹੀਂ ਕਰਾਣੀ, ਕੁੜੀਆਂ ਨੂੰ ਭੇਜਣਾ ਹੀ ਨਹੀਂ, ਐਕਸਪੋਜ਼ ਹੀ ਨਹੀਂ ਕਰਨਾ, ਕਿਉਂਕਿ ਥਿੰਗਸ ਵਰ ਡਿਫਰੈਂਟ। ਤੇ ਉਹ ਸੀ ਦੈਟ ਵੇ ਆਈ ਫੀਲ ਲੱਕੀ। ਪਰ ਉਹਦੇ ਨਾਲ ਨਾਲ ਮੇਰੀ ਅਵੇਅਰਨੈਸ ਸੀਗੀ ਕਿ ਅਗਰ ਮੈਨੂੰ ਇੰਡੀਪੈਂਡੈਂਟ ਇਹਨਾਂ ਨੇ ਮੇਰੇ 'ਤੇ ਟਰਸਟ ਕੀਤਾ, ਕਾਲਜ ਭੇਜਿਆ ਹੈ, ਤੇ ਮੈਂ ਆਪਣੇ ਆਪ ਨੂੰ ਬੜਾ ਸੰਭਾਲ ਕੇ ਰੱਖਿਆ ਹੈ ਕਿ ਕੋਈ ਇਹੋ ਜਿਹੀ ਚੀਜ਼, ਹੁਣ ਦੇਖੋ ਜੀਜੇ ਵੀ ਹੈਗੇ ਆ, ਭਰਜਾਈਆਂ ਵੀ ਹੈਗੇ ਆ, ਭਰਾ ਵੀ ਹੈਗੇ ਆ, ਔਰ ਜੇ ਤੁਸੀਂ ਕੋਈ ਨਿੱਕੀ ਜੀ ਗੱਲ ਹੈ ਤੁਹਾਨੂੰ ਪਤਾ ਫਿਰ ਤੇ ਤੁਹਾਡਾ ਉਹ ਚੀਜ਼ ਚੱਲਣੀ ਨਹੀਂ। ਤੇ ਮੈਂ ਆਪਣੇ ਆਪ ਨੂੰ ਬਹੁਤ ਕਿ ਵੀ ਆਪਣੀ ਲਿਮਿਟ ਰੱਖਣੀ ਹੈ, ਇੰਜੋਏ ਕਰਨਾ ਹੈ, ਇੰਜੋਏਫੁਲ। ਪਰ ਇਹ ਹੈਗਾ ਲੜਕਿਆਂ ਨੂੰ ਕਿ ਕੋਈ ਇਹੋ ਜਿਹੀ ਸ਼ਿਕਾਇਤ ਨਾ ਜਾਏ ਜਿਹੜੀ ਕਿ ਗੱਲ, ਤੇ ਉਹ ਮੈਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਪੂਰਾ ਸੀ ਕਰਕੇ ਬੜਾ ਅੱਛਾ ਟਾਈਮ ਔਰ ਆਪਣਾ ਮੈਂ ਨਾਲ ਦੀ ਨਾਲ ਗੱਲ ਕਰਾਂ, ਬਿਕੋਜ਼ ਜਦੋਂ ਤੁਸੀਂ ਲਾਸਟ ਟਾਈਮ ਸ਼ੋਅ 'ਤੇ ਆਏ ਲੋਕੀ ਮੈਨੂੰ ਬੜੀ ਫੀਡਬੈਕ ਦਿੰਦੇ ਨੇ ਕਿ ਭੈਣ ਜੀ ਬੜੀ ਅੱਛੀਆਂ ਗੱਲਾਂ ਕਰਦੇ ਨੇ, ਬੜੇ ਇੰਟੈਲੀਜੈਂਟ ਲੱਗੇ। ਅੱਜ ਦੇਖੋ ਸਵਾਲ ਨਿਕਲਦੇ ਪਏ ਨੇ ਵਾਸਤੇ, ਤਾਂ ਹੀ ਭੈਣ ਜੀ ਨੇ ਸਪੈਸ਼ਲੀ ਬੁਲਾਇਆ, ਕਿਉਂਕਿ ਜੋ ਅੱਜ ਗੱਲਾਂ ਕਰਨੀਆਂ ਪਹਿਲਾਂ ਨਹੀਂ ਹੋ ਸਕੀਆਂ, ਪਹਿਲਾਂ ਡਿਫਰੈਂਟ ਗੱਲਾਂ ਸੀ, ਸਾਡੇ ਸਬਜੈਕਟ ਡਿਫਰੈਂਟ ਸੀਗੇ। ਦਿੱਲੀ ਦੇ ਵਿੱਚ ਜੋ ਕੈਪੀਟਲ ਦੇ ਬੱਚੇ ਜਿੰਨੇ ਵੀ ਹੈਗੇ ਉਹ ਸਾਰੇ ਸਮਾਰਟ ਹੀ ਹੁੰਦੇ ਨੇ, ਤੁਹਾਨੂੰ ਪਤਾ ਹੈ। ਔਰ ਭੈਣ ਜੀ ਵੀ ਅੱਛੇ ਬੱਚੇ ਸਕੂਲ ਬੰਦੇ 'ਚ ਕਾਲਜ ਪੜ੍ਹੇ ਹੋ, ਤਾਂ ਦਿਸ ਇਜ਼ ਵੇਅਰ ਦੇ ਭੈਣ ਜੀ ਦੀ ਜੋ ਜ਼ੁਬਾਨ ਹੈ, ਜਿਸ ਤਰ੍ਹਾਂ ਇਹ ਬੋਲਦੇ ਨੇ, ਪਤਾ ਲੱਗਦਾ ਕਿ ਸ਼ੀ ਹੈਡ ਅ ਵੈਰੀ ਗੁੱਡ ਐਜੂਕੇਸ਼ਨ। ਚਲੋ ਤੇ ਵਾਹਿਗੁਰੂ ਦੀ ਮਿਹਰ ਹੈ। ਹਾਂਜੀ, ਤੇ ਕਦੀ ਸੋਚਿਆ ਵੀ ਨਹੀਂ ਸੀ ਲੰਡਨ ਜਾਵਾਂਗੀ, ਕਿਉਂਕਿ ਉੱਥੇ ਹੀ ਇੰਨੇ ਵੈਲ ਐਸਟੈਬਲਿਸ਼ ਸਾਰੀ ਫੈਮਿਲੀ ਪੜ੍ਹੀ ਲਿਖੀ। ਦੇਖੋ ਮੇਰੇ ਬ੍ਰਦਰ ਇਨ ਲਾਅ ਐਕਸਟਰਨਲ ਇੰਦਰਾ ਗਾਂਧੀ ਦੇ ਨਾਲ ਉਹਨਾਂ ਦਾ ਆਫਿਸ ਸੀਗਾ ਤੱਲੇ ਫਲੋਰ ਤੇ, ਅੱਛਾ। ਤੇ ਹੀ ਵਾਸ ਅ ਸੈਕਟਰੀ ਇਨ ਐਕਸਟਰਨਲ ਅਫੇਅਰ। ਉਹਨਾਂ ਦੇ ਸਿਗਨੇਚਰ ਨਾਲ ਪਾਸਪੋਰਟ ਬਣਦੇ ਸੀ ਉਹਨਾਂ ਦਿਨਾਂ 'ਚ, ਖਾਲੀ ਪਾਸਪੋਰਟ, ਤੇ ਉਹ ਸੀਗੇ ਇੰਨੀ ਹਾਈ ਪੋਸਟ ਦੇ ਉੱਤੇ। ਹੋਰ ਜੀਜੇ ਮੇਰੇ ਉਹ ਆਰਮੀ 'ਚ ਸੀਗੇ, ਬ੍ਰਦਰ ਮੇਰਾ ਆਰਮੀ ਸੀ, ਸਾਡੇ ਆਪਣੇ ਮੇਰਾ ਆਪਣਾ ਬ੍ਰਦਰ ਜਿਹੜੇ ਹੈ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਇੱਥੇ ਪਹਿਲਾਂ ਸਟੇਟ ਆਫਿਸਰ ਸੀ, ਫਿਰ ਡਾਇਰੈਕਟਰ ਬਣੇ। ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ, ਹੀ ਵਾਸ ਦ ਟੌਪ ਮੈਨ ਅੱਗੇ ਪਿੱਛੇ, ਕਿਉਂਕਿ ਬੋਡੀ ਉੱਥੇ ਹੀ ਆਈ, ਸਾਰਾ ਕੁਛ ਉੱਥੇ, ਤੇ ਉੱਥੋਂ ਹੀ ਮੈਨੂੰ ਲੱਗਦਾ ਉਹ ਐਕਸਪੋਜ਼ ਹੋਏ। ਤੇ ਉਸ ਤੋਂ ਬਾਅਦ ਜੀ ਤੁਸੀਂ ਇੰਨੀ ਜਾਣ ਪਛਾਣ ਵਾਲੇ, ਸੋ ਹਾਈ ਪੋਸਟ ਵਾਲੇ, ਜਿੱਦਾਂ ਤੁਸੀਂ ਦੱਸਦੇ ਸਾਰੀ ਫੈਮਿਲੀ ਬੜੀ ਹਾਈ ਪ੍ਰੋਫਾਈਲ, ਉਹ ਤੁਹਾਨੂੰ ਤੇ ਉੱਥੇ ਬੜੇ ਰਿਸ਼ਤੇ ਆਉਂਦੇ ਹੋਣੇ। ਬਿਲਕੁਲ, ਬਹੁਤ ਜ਼ਿਆਦਾ। ਤੁਸੀਂ ਮੰਨੋਗੇ ਕਿੰਨੇ ਡਾਕਟਰ ਅੱਗੇ ਪਿੱਛੇ, ਤੇ ਵੀਰ ਜੀ ਇਹਨਾਂ ਨੂੰ ਲੱਗਦਾ ਸੀ ਕੁੜੀ ਪਰ ਪਤਾ ਨਹੀਂ ਕਿਉਂ ਦਿਲ ਹੀ ਨਹੀਂ ਬੈਠਦਾ ਸੀ। ਆਰਮੀ ਆਫਿਸਰ ਨਹੀਂ ਬਾਹਰ ਨਹੀਂ ਭੇਜਣੀ, ਡਾਕਟਰ ਹੈ ਗਿਆ, ਡਾਕਟਰਸ ਨਹੀਂ ਥੋੜਾ ਉਹ ਇਸ ਤਰ੍ਹਾਂ ਸੋਚੀ ਜਾਂਦੇ। ਮੇਰੇ ਚਾਚਾ ਹੀ ਕਹਿੰਦੇ ਸੀ ਪਤਾ ਨਹੀਂ ਕੋਈ ਅਸਮਾਨ ਤੋਂ ਮੁੰਡਾ ਆਏਗਾ ਅਮਰ ਵਾਸਤੇ, ਕਿਉਂਕਿ ਇਹਨਾਂ ਨੂੰ ਕੋਈ ਪਸੰਦ ਹੀ ਨਹੀਂ ਆਉਂਦਾ। ਪਰ ਦੇਖੋ ਕੁਦਰਤ ਹੋਣ ਦੀ ਗੱਲ ਹੈ ਹੀ ਕਿ ਮੈਂ ਤਾਂ ਇਹੀ ਕਹਿੰਦੀ, ਫਰੈਂਡ ਸੀਗੇ ਫਾਦਰ ਦੇ ਪਰਫੈਕਸ਼ਨ ਹਾਊਸ, ਵੈਰੀ ਵੈਲ ਨੋਨ, ਅੱਛੇ ਬਿਜ਼ਨਸਮੈਨ। ਉਹਨਾਂ ਨੇ ਮਦਰ ਨੂੰ ਕਿਹਾ ਵੀ ਇਸ ਦਾ ਮੁੰਡਾ ਲੰਡਨ ਤੋਂ ਆਇਆ ਹੈ, ਤੇ ਤੁਸੀਂ ਬਹੁਤ ਅੱਛੇ ਹੈ, ਬਿਲਕੁਲ ਕਹਿੰਦਾ ਸਮਝ ਲਓ ਕਿ ਘਰ ਮੇਰੀ ਫੈਮਿਲੀ 'ਚ ਜਾ ਰਹੀ ਹੈ ਬੱਚੀ, ਹਰ ਤਰ੍ਹਾਂ ਦੀ ਗਾਰੰਟੀ ਲਾਂਗੇ। ਤੇ ਮੈਂ ਹਮੇਸ਼ਾ ਤੁਹਾਨੂੰ ਅੱਗੇ ਕਿੰਨੇ ਘਰ ਦੱਸਿਆ ਫੋਰਸ ਨਹੀਂ ਕੀਤਾ, ਪਰ ਇੱਥੇ ਮੈਂ ਫੋਰਸ ਕਰਾਂਗਾ। ਮਦਰ ਚੁੱਪ ਕਰ ਗਏ ਤੇ ਫਿਰ ਮੰਨ ਗਏ। ਤੇ ਬਾਅਦ ਵਿੱਚ ਮਦਰ ਨੂੰ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਇੱਕ ਰਾਤ ਬਾਹਰ ਨਹੀਂ, ਮੈਂ BEd ਵੀ ਨਹੀਂ ਕੀਤੀ ਕਿਉਂਕਿ ਸਿੱਧੂ ਪੰਜਾਬ ਜਾਣਾ ਪੈਂਦਾ ਸੀ। ਬਾਹਰ ਨਹੀਂ ਭੇਜਣਾ, ਨਹੀਂ ਭੇਜਣਾ, ਮੈਂ ਜਾਣਾ ਬਾਹਰ ਭੇਜਤਾ। ਹਾਂ ਬਿਲਕੁਲ। ਤੇ ਮੈਂ ਕਿਹਾ ਮੈਂ ਇੱਕ ਰਾਤ ਤੇ ਰਹੀ ਨਹੀਂ, ਤੇ ਤੁਸੀਂ ਮੈਨੂੰ ਲੰਡਨ ਭੇਜ ਰਹੇ ਹੋ, ਤੇ ਮੈਨੂੰ ਤਾਂ ਕੋਈ ਇਹ ਵੀ ਗੱਲ ਨਹੀਂ ਕਿ ਮੈਨੂੰ ਪੈਸਾ ਵਾਲੇ ਚਾਹੀਦੇ ਨੇ, ਬਿਜ਼ਨਸਮੈਨ। ਮੈਂ ਤਾਂ ਇੰਟੈਲੈਕਚੁਅਲ ਕੋਈ ਮੁੰਡਾ ਪੜ੍ਹਿਆ ਲਿਖਿਆ ਹੋਵੇ ਤੇ ਮੈਨੂੰ ਠੀਕ ਹੈਗਾ। ਤੇ ਕਹਿੰਦੇ ਉਹ ਅਸੀਂ ਤਾਂ ਸੋਚਿਆ ਹੀ ਨਹੀਂ ਕਿ ਤੂੰ ਬਾਹਰ ਚਲੀ ਜਾਏਗੀ। ਉਹਨਾਂ ਨੇ ਉਹਨਾਂ ਨੂੰ ਮਨਾ ਕੀਤਾ ਕਿ ਬਈ ਨਹੀਂ, ਪਰ ਉਹਨਾਂ ਨੇ ਬੜਾ ਫੋਰਸ ਕੀਤਾ ਸਮਹਾਓ। ਜਿੱਥੇ you had a choice otherwise। ਚੋਇਸ ਤੇ ਹੈਗੀ ਸੀ ਉਹ। ਫਿਰ ਮੈਨੂੰ ਬ੍ਰਦਰ ਨੇ ਸਮਝਾਇਆ, ਕਹਿੰਦੇ ਤੂੰ ਦੇਖ ਇਹ ਪੜ੍ਹੇ ਲਿਖੇ ਕੀ ਆਰਮੀ ਆਫਿਸਰਸ ਵੀ ਹੈਗੇ ਆ, ਸਾਡੇ ਕੋਲ ਡਾਕਟਰਸ ਵੀ ਹੈਗੇ ਆ, ਇੰਨੀ ਵੱਡੀ ਪੋਸਟ ਤੇ ਹੈਂਡ ਟੂ ਮਾਊਥ ਹੁੰਦੇ ਨੇ, ਕਿਸੇ ਕੋਲ ਪੈਸੇ ਨਹੀਂ ਹੁੰਦੇ। ਮੇਰੀ ਸਿਸਟਰ ਨੇ ਇੰਨੀ ਵੱਡੀ ਪੋਸਟ ਹੈ ਸੈਕਟਰੀ ਦੀ ਪੋਸਟ, ਅੰਡਰ ਸੈਕਟਰੀ ਦੀ ਪੋਸਟ ਤੇ ਹੈਗੇ ਆ। ਤੇ ਉਹ ਚੱਪਲ ਕਹਿੰਦੀ ਸੀ, ਮੈਂ ਮਹੀਨਾ ਸੋਚਦੀ ਹਾਂ ਕਿ ਚੱਪਲ ਲਵਾਂ ਕਿ ਨਾ ਲਵਾਂ। ਕਹਿੰਦੇ ਇੰਨੇ ਕੀ ਹੈਗਾ, ਪੈਸਾ ਹੈ ਨਹੀਂ, ਯੂ ਜਸਟ ਗੈਟ ਆਊਟ ਆਫ ਦਿਸ ਕੰਟਰੀ। ਬ੍ਰਦਰ ਨੇ ਮੈਂ ਥੋੜ੍ਹਾ ਇਨਕਰੇਜ ਕੀਤਾ,
ਮੈਂ ਵੀ ਕਿਹਾ ਚੱਲ, ਕਹਿੰਦੇ ਜੇ ਲੜਕਾ ਪਸੰਦ ਹੈਗਾ ਦੈਟਸ ਇਜ਼ ਡਿਫਰੈਂਟ ਥਿੰਗ, ਬਾਕੀ ਜੇ ਤੂੰ ਇਹ ਕਹਿੰਦੀ ਕਿ ਨਹੀਂ ਬਾਹਰ ਨਹੀਂ ਜਾਣਾ ਤੇ ਕੁਝ, ਉਹ ਮੇਰੇ ਫਾਦਰ ਇਨ ਲਾਅ ਕਹਿੰਦੇ ਤੁਸੀਂ 6 ਮਹੀਨੇ 'ਚ ਤੁਹਾਨੂੰ ਕੁੜੀ ਮੰਗਾ ਕੇ ਦਿਆਂਗੇ, ਇੰਨਾ ਵਾਹਿਗੁਰੂ ਦੀ ਬਖਸ਼ਿਸ਼ ਹੈ, ਅਸੀਂ ਤੇ ਟਰੈਵਲ ਕਰਦੇ ਰਹਿੰਦੇ ਹਾਂ ਤੇ ਤੁਸੀਂ ਤੇ ਉਹ ਫਿਰ ਸਾਰਿਆਂ ਨੇ ਸਰੈਂਡਰ ਵਿੱਚ ਰਿਸ਼ਤੇਦਾਰ 'ਚ ਕੋਈ ਚਰਚਾ ਹੁੰਦੀ ਹੋਣੀ ਹੈ ਕਿ ਕੁੜੀ ਸਿੱਧ ਦਿੱਤੀ ਕੁਛ ਏਦਾਂ ਨਹੀਂ ਉਹੀ ਕਹਿੰਦੇ ਸੀ ਸਾਰੇ ਮੇਰੇ ਚਾਚੇ ਦੀ, ਮੇਰੀਆਂ ਕਜ਼ਨ ਕਹਿੰਦੇ ਤੁਹਾਨੂੰ ਇੰਨੇ ਅੱਛੇ ਲੜਕੇ, ਕਹਿੰਦੇ ਹਰਪੰਜਰ ਮੁੰਡਾ ਰੋਜ਼ ਤੁਹਾਡੇ ਘਰ ਡਾਕਟਰ, ਅਸੀਂ ਕਿਹਾ ਤੇਰਾ ਕੰਮ ਹੋਇਆ ਪਿਆ, ਡਾਕਟਰ ਮੁੰਡਾ ਰੋਜ਼ ਤੁਹਾਡੇ ਘਰ, ਤੇ ਉਹ ਵਿਚਾਰਾ ਮਿੰਨਤਾਂ ਕਰਦਾ ਰਿਹਾ, ਕਹਿੰਦਾ ਮੈਨੂੰ ਡਾਕਟਰ ਨਹੀਂ ਚਾਹੀਦੀ, ਬੇਸ਼ੱਕ ਮੈਨੂੰ ਹਿੰਟ ਦਿੱਤੇ ਉਹਨੇ, ਪਰ ਕਿ ਨਹੀਂ ਦਿਲ ਬੈਠਦਾ ਸੀ, ਤੇ ਉਹ ਕੰਜੂਸ ਹੈ, ਉਹ ਇੰਝ ਹੈ, ਕੋਈ ਕਿਸੇ ਨੂੰ ਕੁਝ ਕਹਿ ਦਿੰਦੇ ਸੀ, ਤੇ ਸਾਰੇ ਕਹਿੰਦੇ ਇੰਨੇ ਅੱਛੇ ਰਿਸ਼ਤੇ ਮਿਲਦੇ ਪਏ ਸੀ, ਤੇ ਕੀ ਹੋਇਆ, ਵੀ ਆਰ ਨਾਟ ਹੈਪੀ, ਉਹ ਕਹਿੰਦੇ ਪਏ ਸੀ ਕਿ ਪਰ ਜੋ ਸੀਗਾ ਵੀ ਚਲੋ, ਮੇਰੇ ਹਸਬੈਂਡ ਵੀ ਈਵਨ ਹੀ ਵਾਜ਼ ਸਰਪ੍ਰਾਈਜ਼ਡ, ਈਵਨ ਹੀ ਵਾਜ਼ਨਟ ਬਿਲੀਵਿੰਗ, ਤੇ ਮੈਨੂੰ ਕਹਿੰਦੇ ਪੁੱਛਦੇ ਜਦੋਂ ਹੋ ਗਿਆ, ਕਹਿੰਦੇ ਤੇਰੀ ਮਰਜ਼ੀ ਨਾਲ ਵਿਆਹ ਹੋਇਆ, ਮੈਂ ਕਿਹਾ ਦੇਖੋ ਮਰਜ਼ੀ ਨਾਲ ਹੋਇਆ ਜਾਂ ਨਹੀਂ ਹੋਇਆ, ਪਰ ਤੁਹਾਨੂੰ ਮੇਰੇ ਤੋਂ ਸ਼ਿਕਾਇਤ ਨਹੀਂ ਹੋਏਗੀ। ਦੈਨ ਹੀ ਸਟਾਰਟਿਡ ਪ੍ਰੀਪੇਅਰਿੰਗ ਮੀ ਦੇਅਰ ਐਂਡ ਦੈਨ, ਸਾਡਾ ਮੈਂ ਮਹੀਨਾ ਸੀ ਰਹੀ, ਤੇ ਉਹ ਕਹਿੰਦੇ ਉੱਥੇ ਕੋਈ ਲੱਡੂ ਨਹੀਂ ਹੈਗੇ, ਕੋਈ ਉੱਥੇ ਇਟਸ ਅ ਹਾਰਡ ਵਰਕ ਦੇਅਰ, ਐਂਡ ਆਈ ਨੀਡਿਡ ਅ ਪਾਰਟਨਰ, ਆਈ ਨੀਡਿਡ ਅ ਫਰੈਂਡ, ਮੈਂ ਕੋਈ ਬੱਚੇ ਨਹੀਂ ਪੈਦਾ ਕਰਨੇ, 5-7 ਸਾਲ ਮੈਂ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ, ਤੇ ਮੈਨੂੰ ਉਸ ਤਰ੍ਹਾਂ ਦਾ ਤੇ ਤੂੰ ਕਰ ਲੇਂਗੀ, ਉੱਤੇ ਹਾਰਡ ਵਰਕ ਹੈ। ਮੈਂ ਕਿਹਾ ਚਲੋ ਜੋ ਅੱਛਾ, ਲਾਸਟ ਤੇ ਮੈਂ ਇਹ ਗੱਲ ਕਰ ਰਹੀ ਸੀ ਕਿ ਜਦੋਂ ਨਾ ਆਦਮੀ ਹੁੰਦਾ ਡੇ 1 ਤੋਂ ਆਪਣੀ ਔਰਤ ਨੂੰ ਨਾ ਉਹ ਨਾਲ ਨਾ ਰੱਖੇ, ਪ੍ਰੀਪੇਅਰ ਕਰੇ, ਹਾਂ ਯੂ ਨੋ, ਜਿੱਦਾਂ ਹੁਣ ਅਸੀਂ ਗੱਲ ਕਰਾਂਗੇ ਤੁਹਾਨੂੰ ਪਤਾ ਲੱਗੇਗਾ ਕਿ ਵਾਟ ਆਈ ਮੀਨ। ਤੇ ਭੈਣ ਜੀ ਤੁਸੀਂ ਆਣ ਕੇ ਫਿਰ ਇੱਥੇ ਬਿਜ਼ਨਸ ਵਗੈਰਾ ਸਟਾਰਟ ਕੀਤਾ ਸਾਰਾ ਸਟ੍ਰੇਟ ਅਵੇ ਫਿਰ ਅਸੀਂ ਸ਼ਾਪਸ ਵਗੈਰਾ, ਹਾਂਜੀ ਇੱਥੇ ਬ੍ਰਿਕਸਟਨ, ਉਹ ਤਾਂ ਫਿਰ 7 ਦਿਨ ਹੋ ਗਿਆ 24 ਹੈ ਨਾ, ਹਾਰਡ ਵਰਕ, ਇਟ ਵਾਜ਼ਨਟ ਈਜ਼ੀ ਟੂ ਐਕਸੈਪਟ ਹੈ, ਔਰ ਪਰ ਸੀਗਾ ਕਿ ਬਈ ਹੁਣ ਉਹ ਉੱਥੇ ਤਾਂ ਪਹਿਲਾਂ ਤੁਹਾਨੂੰ ਪਤਾ ਹੈ ਸਾਡੇ ਲੋਕਾਂ ਦੀ ਮਾਈਂਡ ਸੈਟ ਹੀ ਇੰਝ ਸੀਗਾ ਕਿ ਨੋ ਲੁਕਿੰਗ ਬੈਕ, ਹੁਣ ਜੋ ਕੁਝ ਹੋ ਗਿਆ ਠੀਕ ਹੈ, ਹਾਂ ਕਹਿੰਦੇ ਨਾ ਡੋਲੀ ਗਈ ਤੇ ਅਰਥੀ ਆਣੀ ਚਾਹੀਦੀ ਹੈ, ਦੈਟ ਸੋਰਟ ਆਫ ਸਟਰੋਂਗ ਮਾਈਂਡ ਸੈਟ ਸਾਡੇ ਉਹਨਾਂ ਦਿਨਾਂ 'ਚ ਹੁੰਦਾ ਸੀ, ਤੇ ਹੁਣ ਤਾਂ ਪਤਾ ਸੀ ਨੋ ਲੁਕਿੰਗ, ਇਹੀ ਮੇਰੀ ਲਾਈਫ ਹੈ, ਹੁਣ ਇਹਨੂੰ ਹੱਸ ਕੇ ਐਕਸੈਪਟ ਕਰੋ ਜਾਂ ਤਾਂ ਆਈ ਐਕਸੈਪਟਿਡ ਇਟ, ਮੈਂ ਕਿਹਾ ਹੁਣ ਤੇ ਬਈ ਚਲੋ ਹੈਗਾ, ਔਰ ਇਨਫਲੂਐਂਸ ਪਿੱਛੇ ਹੈ ਨਹੀਂ ਸੀ, ਕੁਆਇਟ ਜੀ ਲਾਈਫ ਸੀ, ਜੋ ਵੀ ਅਸੀਂ ਫਿਰ ਅਸੀਂ ਕਰਦੇ ਰਹੇ ਖੁਸ਼ੀ ਨਾਲ, ਨੇਚਰ ਅੱਛੀ ਸੀ ਮੇਰੇ ਹਸਬੈਂਡ ਦੀ, ਬੜੇ ਅੱਛੇ ਤਰੀਕੇ ਨਾਲ ਹੈਂਡਲ, ਯੂ ਨੋ ਹੀ ਵਾਜ਼, ਤੇ ਉਹਨਾਂ ਨੇ ਮੈਨੂੰ ਜਿਹੜਾ ਪੋਟੈਂਸ਼ੀਅਲ ਸੀ ਨਾ ਉਹਨਾਂ ਨੇ ਕੱਢਿਆ, ਆਈ ਵਾਜ਼ ਵੈਰੀ ਸਬਮਿਸਿਵ, ਪ੍ਰੋਟੈਕਟਿਵ ਜੀ ਕੁੜੀਆਂ ਹੁੰਦੀਆਂ ਜਿਸ ਤਰ੍ਹਾਂ ਉਸ ਤਰ੍ਹਾਂ ਸੀਗੇ, ਪਰ ਇਹਨਾਂ ਨੇ ਹੀ ਜਸਟ ਗਿਵ ਮੀ ਸੋ ਮਚ ਓਪਨਿੰਗ, ਤੇ ਉਹ ਮੈਨੂੰ ਅੱਛਾ ਲੱਗਦਾ ਸੀ, ਇੰਡੀਪੈਂਡੈਂਸ, ਟਰਸਟ, ਓਪਨਿੰਗ। ਪਰ ਤੁਸੀਂ ਇੰਨਾ ਕੁਝ ਇਨਵੋਲਵ ਹੋ ਗਏ, ਦੇਖੋ ਜਿੱਦਾਂ ਸਾਰੀ ਸਟੋਰੀ ਮੈਨੂੰ ਪਤਾ ਹਲੇ ਲੋਕ ਸਭ ਸੁਣ ਰਹੇ, ਸਾਰੀ ਸੰਗਤ ਜਿੱਥੇ ਵੀ ਤੁਸੀਂ ਬੈਠੇ ਬਹੁਤ ਬਹੁਤ ਇੰਸਪਾਇਰਿੰਗ ਹੈਗੀ ਹੈ। ਜਦੋਂ ਤੁਸੀਂ ਕਹਿੰਦੇ ਨਾ ਕਿ ਉਹ ਤੁਹਾਨੂੰ ਡੇ 1 ਤੋਂ ਤੁਹਾਨੂੰ ਪ੍ਰਿਪੇਅਰ ਕਰ ਰਹੇ ਸੀਗੇ, ਥੋੜੀ ਸੁਣ ਕੇ ਇੱਦਾਂ ਪਤਾ ਲੱਗਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਯੂ ਨੋ, ਜਦੋਂ ਤੁਸੀਂ ਸਟੋਰੀ ਸੁਣੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਿਸ ਡਾਇਰੈਕਸ਼ਨ 'ਚ ਕੰਮ ਕਰਦਾ, ਫਿਰ ਤੁਸੀਂ ਇਕੱਠੇ ਕੰਮ ਕਰਦੇ, ਤੁਸੀਂ ਕਾਫੀ ਸਟਰੋਂਗ ਹੋ ਗਏ, ਹਰ ਤਰ੍ਹਾਂ ਦਾ ਤੁਸੀਂ ਲੌਰੀਆਂ ਚਲਾਣੀ, ਕਾਰ ਚਲਾਣੀ, ਦੁਕਾਨ ਚਲਾਣੀ। ਨਹੀਂ, ਉਹ ਬੜਾ ਟਰਸਟ ਕਰਦੇ ਸੀ, ਟਰਸਟ ਕਰਨਾ, ਪਿਆਰ ਕਰਨਾ, ਮਾਣ ਦੇਣਾ, ਇਸ ਤਰ੍ਹਾਂ ਉਹਨਾਂ ਨੇ ਮੈਨੂੰ ਚੁੱਕਿਆ ਨਾ, ਇਹ ਤਾਂ ਨਹੀਂ ਕਿ ਰੋਪ ਪਾ ਕੇ ਕੌਣ ਹੈ, ਔਰ ਇਹ ਬੜੇ ਮਾਣ ਕਰਕੇ, ਜਦੋਂ ਅਸੀਂ ਪਹਿਲੀ ਕਮਾਈ ਹੋਈ ਤੇ ਕਹਿੰਦੇ ਇੰਡੀਆ, ਹਰ ਇੱਕ ਨੂੰ ਹੀ ਹੁੰਦਾ ਸੀ ਵਾਪਿਸ ਜਾਵਾਂਗੇ ਇੰਡੀਆ, ਕੁਝ ਪ੍ਰੋਪਰਟੀ ਬਣਾਈਏ, ਇੰਡੀਆ ਪੈਸੇ ਭੇਜੀਏ, ਤੇ ਅਸੀਂ ਪਹਿਲੀ ਕਮਾਈ ਇਹਨਾਂ ਨੇ, ਅਸੀਂ ਇੰਡੀਆ ਪੈਸੇ ਭੇਜੇ, ਤੇ ਮੇਰੇ ਬ੍ਰਦਰ ਨੂੰ ਹੀ ਭੇਜੇ, ਤੇ ਇਹਨਾਂ ਨੇ ਕਿਹਾ ਅਮਰ ਦੇ ਨਾਂ ਪ੍ਰੋਪਰਟੀ ਲੈ ਲਓ, ਐਕਚੁਅਲੀ ਹੀ ਬੋਟ ਫਸਟ ਪ੍ਰੋਪਰਟੀ ਔਨ ਮਾਈ ਨੇਮ, ਇੱਥੇ ਵੀ ਪਹਿਲੀ ਪ੍ਰੋਪਰਟੀ ਅਸੀਂ ਪਹਿਲਾਂ ਟੂਟਿੰਗ ਵਿੱਚ ਮਕਾਨ ਲਿਆ, ਤੇ ਉਹ ਪਹਿਲਾਂ ਇਹਨਾਂ ਨੇ ਮੇਰੇ ਨਾਲ ਲਿਆ, ਇਹ ਮਾਣ, ਇਹ ਪਿਆਰ, ਫਿਰ ਉਹਦੇ ਨਾਲ ਮੈਂ ਉਲਟਾ ਮੈਨੂੰ ਫਿਰ ਆਈ ਯੂਜ਼ ਟੂ ਫੀਲ ਰਿਸਪੋਂਸੀਬਲ, ਯੂ ਨੋ, ਮੈਨੂੰ ਲੱਗਦਾ ਸੀ ਕਿ ਮੈਂ ਇਸ ਚੀਜ਼ ਨੂੰ ਦੱਸਾਂ ਕਿ ਮੈਂ ਕਾਬਿਲ ਹਾਂ ਇਹਨਾਂ ਨੂੰ, ਮੈਂ ਖੁਸ਼, ਸੋ ਦੈਟਸ ਹਾਊ ਇਟ ਸਟਾਰਟਿਡ ਵਰਕਿੰਗ। ਇੱਕ ਪ੍ਰੋਪਰਟੀ ਪਹਿਲਾਂ ਇਹਨਾਂ ਨੇ ਮੇਰੇ ਨਾਲ ਲਈ, ਫਿਰ ਦੂਜੀ ਇਹਨਾਂ ਨੇ ਆਪਣੇ ਨਾਲ ਲਈ, ਉਸ ਤੋਂ ਬਾਅਦ ਵੀ 올 ਦ ਪ੍ਰੋਪਰਟੀਜ਼ we bought it all, ਦੋਨਾਂ ਦੀ ਜੁਆਇੰਟ। ਤੁਸੀਂ ਫਿਰ ਦੁਕਾਨ ਛੱਡ ਕੇ ਯੂ ਵੈਂਟ ਇਨਟੂ ਪ੍ਰੋਪਰਟੀ ਬਿਜ਼ਨਸ, ਹਾਂਜੀ। ਅੱਛਾ। ਪਹਿਲਾਂ ਥੋੜੇ ਮਕਾਨ ਲਏ, ਫਿਰ ਦੁਕਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਤੇ ਫਿਰ ਤੁਸੀਂ ਮੰਨੋਗੇ ਉਹਦੇ ਪ੍ਰੋਪਰਟੀ ਪੈਸਾ ਉਸ ਵਕਤ ਵੀ ਕਰਾਂ, ਉਦੋਂ ਦੁਕਾਨ 'ਚ ਜੋ ਇੱਕ ਪੈਨੀ ਜੋੜ ਕੇ ਪ੍ਰੋਪਰਟੀ 'ਚ ਪਾਈ ਜਾਣਾ, ਵਿਜ਼ਨ ਸੀਗਾ ਪਹਿਲਾਂ ਤੋਂ, ਸ਼ੁਰੂ ਤੋਂ ਹੀ। ਔਰ ਮੇਰੇ ਫਾਦਰ ਵੀ ਪ੍ਰੋਪਰਟੀ ਸੀਗੇ, ਹੀ ਵਾਜ਼ ਅ ਲਾਇਰ, ਤੇ ਉਹਨਾਂ ਨੂੰ ਪ੍ਰੋਪਰਟੀ ਦੀ ਬੜੀ ਵੀਕਨੈਸ, ਸੋ ਇਟ ਵਾਜ਼ ਇਨ ਮੀ ਐਜ਼ ਵੈਲ, ਦੋਨਾਂ ਨੂੰ ਸੀ ਕਿ ਪ੍ਰੋਪਰਟੀ ਪਤਾ ਨਹੀਂ ਕੀ, ਤੇ ਉਹ ਫਿਰ ਇੱਕ ਪੈਨੀ ਜੋੜ ਕੇ ਇਹਨਾਂ ਨੇ ਨਾ ਫਟ ਮਕਾਨ, ਫਿਰ ਸਾਨੂੰ ਪਤਾ ਲੱਗਾ ਦੁਕਾਨਾਂ, 12,000 ਦੀ ਦੁਕਾਨ ਲਈ, ਕੋਈ 29,000 ਦੀ ਲਈ, ਕੋਈ 35,000 ਦੀ, ਯੂ ਨੋ, ਉਹ ਅਮਾਊਂਟ ਸੀਗੀ। ਤੁਸੀਂ ਦੋਨੇ ਬਿਜ਼ਨਸ ਮਾਈਂਡਡ ਹੋ ਗਏ ਨਾ, ਹਾਂ, ਔਰ ਪ੍ਰੋਪਰਟੀ ਵਾਸਤੇ ਸੀ, ਇੱਕ ਟਰਸਟ, ਪਿਆਰ, ਮੁਹੱਬਤ, ਤੇ ਤੁਸੀਂ ਬਿਜ਼ਨਸ ਲਾਇਲਟੀ ਇੰਨੀ ਸੀ ਕਿ 1 ਪਾਉਂਡ ਵੀ ਇੱਧਰ ਉੱਧਰ ਅਸੀਂ ਇੱਕ ਦੂਜੇ ਤੋਂ ਨਹੀਂ ਛੁਪਾ ਕੇ, ਇੰਨੀ ਉਹਨਾਂ ਨੇ ਮੇਰੇ 'ਚ ਪਾਈ,
ਔਰ ਹਾਂ ਇੱਕ ਚੀਜ਼ ਮੈਨੂੰ ਡਰ ਸੀਗਾ ਕਿ ਮੈਂ ਇਹਨਾਂ ਨੇ ਕਿਹਾ ਦੇਖੋ ਮੈਂ ਬਿਜ਼ਨਸ 'ਚ ਜਾ ਰਹੀ ਹਾਂ ਪਰ ਮੇਰੇ ਕੋਲ ਮੋਰਲਸ ਹੈ ਸਟਰੋਂਗ, ਉਸ ਤਰ੍ਹਾਂ ਦੀ ਫੈਮਿਲੀ 'ਚੋਂ ਮੈਂ ਆਈ ਸੀ ਤੇ ਮੈਂ ਕਿਹਾ ਮੈਂ ਬੇਈਮਾਨੀ ਨਹੀਂ, ਕਹਿੰਦੇ ਇੱਥੇ ਮਿਹਨਤ ਹੈਗੀ, ਬੇਈਮਾਨੀ ਕੀ ਹੈਗੀ ਹੈ। ਤੇ ਜਦ ਤੇ ਉਹ ਸੀਗਾ ਕਿ ਮੈਨੂੰ ਸਾਫ਼ ਬਿਜ਼ਨਸ ਕਰਨਾ ਹੈ ਤੇ ਇੱਥੇ ਦੇਖਿਆ ਮਿਹਨਤ ਹੈਗੀ ਹੈ, ਸਿੱਧਾ ਬਿਜ਼ਨਸ ਹੈ, ਸੋ ਆਈ ਵਾਸ ਹੈਪੀ। ਤਾਂ ਕੋਈ ਥੋੜੀ ਮਿਹਨਤ ਸੀਗੀ, ਹਾਰਡ ਵਰਕ ਤੋਂ। ਹਾਂ ਬਹੁਤ ਹਾਰਡ ਵਰਕ, ਕਿਉਂਕਿ ਨਥਿੰਗ ਹੈਪਨਸ ਈਜ਼ੀ, ਇਦਾਂ ਨਹੀਂ ਕਿ ਪੈਸੇ ਬਣ ਨਹੀਂ, ਗਏ ਤੇ ਨਹੀਂ, ਦੁਕਾਨਾਂ ਲੈ ਨਹੀਂ, ਲਈਆਂ, ਨਹੀਂ, ਨਹੀਂ। ਬੜਾ ਕੁਝ ਸੈਕਰੀਫਾਈਸ ਕੀਤਾ, ਬੜਾ ਤੁਸੀਂ ਆਪਣਾ ਆਪੇ ਜਾ ਕੇ ਡੈਕੋਰੇਟ ਕਰਨੇ ਮਕਾਨ, ਸਾਰਾ ਮਕਾਨ ਨਾ ਜਿਹੜੀ ਦਿੱਲੀ ਦੀ ਲਾਈਫ ਸੀਗੀ ਆਰਾਮ ਦੀ ਸਾਰੀ, ਬਿਲਕੁਲ। ਆਈ ਵਾਸ ਦ ਯੰਗੈਸਟ, ਘਰ 'ਚ ਨੌਕਰ ਵੀ ਹੈਗਾ, ਭਰਜਾਈ ਵੀ ਹੈਗੀ ਹੈ, ਭੈਣ ਵੀ ਹੈਗੀ ਹੈ, ਮਦਰ ਵੀ ਹੈਗੀ ਹੈ, ਮੇਰੀ ਤਾਂ ਵਾਰੀ ਨਹੀਂ ਸੀ ਆਉਂਦੀ। ਪਰ ਜਦੋਂ ਸਭ ਕੁਝ ਠੀਕ ਚੱਲ ਰਿਹਾ ਸੀਗਾ, ਰੱਬ ਦੀ ਮਿਹਰ ਸੀਗੀ, ਹਰ ਪਾਸਿਓਂ ਤੁਸੀਂ ਖੁਸ਼ ਸੀਗੇ, ਕਿਸੇ ਪਾਸੇ ਵੀ ਤੁਸੀਂ ਲੈ ਲਓ, ਬੱਚੇ ਮੇਰੇ 2 ਬੇਟੇ ਹੋ ਗਏ ਜੀ। ਦੈਨ ਸਮਥਿੰਗ ਬੈਡ ਸਟਕ ਇਨ ਯੂਰ ਲਾਈਫ, ਉਹਦੇ ਬਾਰੇ ਥੋੜੀ ਬਹੁਤੀ ਹਾਂਜੀ। ਤੋ ਇਸ ਤਰ੍ਹਾਂ ਸੀ ਚੱਲਦਾ ਰਿਹਾ। ਫਿਰ ਇਸਕੇ ਬੱਚੇ ਮੇਰੇ 2 ਬੇਟੇ ਸਾਡੇ ਹੋ ਗਏ, ਪ੍ਰੋਪਰਟੀਜ਼ ਹੋ ਗਈਆਂ। ਹੁਣ ਅਸੀਂ ਆਪਣਾ ਕਹੀਏ ਕਿ ਹਾਂ ਚਲੋ ਬੜੀ ਲਾਈਨ 'ਤੇ ਆ ਗਈ, ਅੱਛੇ ਪਲੇਟਫਾਰਮ 'ਤੇ ਅਸੀਂ ਖੁਸ਼ ਸੀਗੇ ਕਿ ਅਸੀਂ ਦੇਖੋ ਅਚੀਵਮੈਂਟ, ਮਿਹਨਤ ਕੀਤੀ ਹੈ ਪਰ ਵਾਹਿਗੁਰੂ ਨੇ ਫਲ ਦਿੱਤਾ ਹੈ ਤੇ ਅਸੀਂ ਲੱਗਾ ਵੀ ਚਲੋ ਹੁਣ ਖੁਸ਼। ਤੇ ਅਚਾਨਕ ਹੀ ਫਿਰ ਮੇਰੇ ਹਸਬੈਂਡ ਕਹਿਣ ਲੱਗੇ ਕਿ ਮੇਰੀ ਅੱਖਾਂ 'ਚ ਥੋੜਾ ਬਲਰਟਨੈਸ ਹੈਗੀ ਹੈ। ਆਪਰੇਸ਼ਨ ਕੋਲ ਜਾਂਦੇ ਆ, ਥੋੜ੍ਹੇ ਜਿਹੇ ਦਿਨ ਲੱਗ ਗਏ, ਆਪਰੇਸ਼ਨ ਨੇ ਕਿਹਾ ਤੁਸੀਂ ਜਾ ਕੇ ਚੈੱਕਅਪ ਕਰਾਓ। ਜਦੋਂ ਉੱਥੇ ਅਸੀਂ ਚੈੱਕਅਪ ਕਰਾਈ ਤੇ ਉਹਨਾਂ ਨੇ ਕਿਹਾ ਕਿ ਇੱਥੇ ਪਿੱਛੇ ਪ੍ਰੋਬਲਮ ਹੈਗੀ ਹੈ। ਤੁਸੀਂ ਮੰਨੋਗੇ 6 ਕੰਸਲਟੈਂਟ ਬੇਡੇ ਹਸਪੀਟਲ ਦੇ ਬੈਠ ਗਏ ਤੇ ਉਹ ਕਹਿੰਦੇ ਪ੍ਰੈਸ਼ਰ ਬੜਾ ਹੈ, ਯੂਜੂਲੀ ਪ੍ਰੈਸ਼ਰ ਹੁੰਦਾ 12-15, ਇਟ ਸ਼ੁੱਡ ਬੀ ਲੈਸ, ਅੱਖਾਂ ਦਾ ਟੈਂਸ਼ਨ ਕਹਿੰਦੇ ਨੇ ਉਹਨੂੰ ਕਈ ਜਗ੍ਹਾ। ਤੇ ਉਹਨਾਂ ਚੈੱਕ ਕੀਤਾ ਤੇ ਇਟ ਵਾਸ ਅਬਾਊਟ 48। ਤੇ ਉਹ ਕਹਿੰਦੇ ਅੰਨੇ ਪ੍ਰੈਸ਼ਰ ਨਾਲ ਤੇ ਪਿੱਛੇ ਨਾੜੀ ਫਟ ਜਾਏਗੀ ਤੇ ਉਸੇ ਆਈ ਸਾਈਡ ਚਲੀ ਜਾਏਗੀ। ਤੇ ਉਹ ਕਹਿੰਦੇ ਜੇ ਆਪਰੇਸ਼ਨ ਕਰਦੇ ਆ ਉਹ ਵੀ ਡੇਂਜਰ ਹੈ, ਆਪਰੇਸ਼ਨ ਕਰਦੇ ਆ ਪਤਾ ਨਹੀਂ ਉਹਦੇ 'ਚ ਵੀ ਡਰ ਹੈਗਾ। ਹੁਣ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਕੀ ਕਰੀਏ। 6 ਕੰਸਲਟੈਂਟ ਦੇ ਕੁਡ ਡਿਸਾਈਡ ਵਾਟ ਟੂ ਡੂ। ਫਿਰ ਉਹਨੇ ਟੌਪ ਅਥਾਰਟੀ ਉਹਨੂੰ ਭੇਜਿਆ ਤੇ ਉਹਨੇ ਪੂਰਾ ਦਿਨ ਲਗਾ ਕੇ ਸਾਨੂੰ ਚੈੱਕਅਪ ਕੀਤਾ ਤੇ ਕਹਿੰਦਾ ਇਮੀਡੀਏਟ ਆਪਰੇਸ਼ਨ, ਕਹਿੰਦਾ ਤੇਰਾ 2 ਦਿਨਾਂ 'ਚ ਚਲੀ ਜਾਣੀ ਸੀ ਅੱਖਾਂ ਤੁਹਾਡੀਆਂ। ਤੇ ਫਿਰ ਉਹਨੇ ਆਪਰੇਸ਼ਨ ਕੀਤਾ। ਉਸ ਤੋਂ ਬਾਅਦ ਫਿਰ ਥੋੜ੍ਹੇ ਦਿਨ ਬਾਅਦ ਹੋਈ 2-3 ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਸੀ, ਫਿਰ ਪ੍ਰੈਸ਼ਰ। ਤੇ ਉਹ ਫਿਰ ਸਾਨੂੰ ਇੰਨਾ ਹੋ ਗਿਆ ਕਿ ਹਰ ਵਕਤ 6 ਮਹੀਨੇ ਬਾਅਦ ਫਿਰ ਆਪਰੇਸ਼ਨ, ਫਿਰ ਪ੍ਰੈਸ਼ਰ। ਕੋਈ ਹੁਣ ਵੱਡੇ ਤੋਂ ਵੱਡਾ, ਹੁਣ ਮੈਂ ਕਹਿੰਦੀ ਸਰ ਡਾਕਟਰ ਵੱਡੇ ਤੋਂ ਵੱਡਾ ਦੇਖੋ, ਕਹਿੰਦੇ ਜੀ ਇਹ ਕੁਈਨ ਦਾ ਕੰਸਲਟੈਂਟ ਹੈ ਜਿਹੜਾ ਤੁਹਾਨੂੰ ਦੇਖ ਰਿਹਾ। ਉਹ ਜੀ ਉਹ ਥੈਚਰ ਦਾ ਨੇ ਕੀਤਾ ਸੀ, ਦੂਜੇ ਨੇ ਡਮਸ ਪੇ। ਤੇ ਇੰਨੇ ਨੇ ਟੌਪ ਅਥਾਰਟੀਜ਼ ਵਾਹਿਗੁਰੂ ਨੇ ਕੀਤਾ ਹੈ, ਪਰ ਉਹੀ ਹੱਥ ਖੜੇ, ਉਹ ਘਬਰਾਉਂਦੇ ਸੀ ਸਾਡੇ ਨਾਲ ਜ਼ਿਆਦਾ। ਉਹ ਕਿਉਂਕਿ ਏਜ ਸੀਗੀ ਨਾ, ਹੀ ਵਾਜ਼ ਓਨਲੀ 30 ਮਿਡ 30s ਵਿੱਚ ਹੈਗੇ ਸਨ। ਤੇ ਉਹ ਘਬਰਾਉਂਦੇ ਸੀ ਕਿ ਵੀ ਕੀ ਕੀਤਾ ਜਾਏ। ਤੇ ਹੁਣ ਇੰਨਾ ਉਹਨਾਂ ਤੋਂ ਡਰ ਦੇਖ ਕੇ ਤੇ ਬੰਦਾ ਕਹਿੰਦਾ ਹੁਣ ਕਰੀਏ ਕੀ। ਹੁਣ ਮੈਨੂੰ ਇਹ ਆਇਆ ਕਿ ਸਾਨੂੰ ਤਾਂ ਹੁਣ ਸਹਾਰਾ ਕੋਈ ਹੈ ਹੀ ਨਹੀਂ। ਤੇ ਵਾਹਿਗੁਰੂ ਦੇ ਪਾਸੇ ਲੱਗੀ, ਥੋੜ੍ਹਾ ਜਿਹਾ ਪਾਠ ਕਰਨਾ ਸ਼ੁਰੂ ਕੀਤਾ। ਮੇਰੇ ਹਸਬੈਂਡ ਨੂੰ ਮੈਂ ਕਿਹਾ ਤੁਹਾਨੂੰ ਪਾਠ ਕਰਨਾ ਪਏਗਾ। ਕਹਿੰਦੇ ਮੈਂ ਜਪਜੀ ਸਾਹਿਬ, ਮੈਂ ਕਿਹਾ ਜਪਜੀ ਸਾਹਿਬ ਨਾਲ ਨਹੀਂ ਕੰਮ ਚੱਲਣਾ, ਤੁਸੀਂ ਸੁਖਮਨੀ ਸਾਹਿਬ ਦਾ। ਕਹਿੰਦੇ ਨਹੀਂ ਮੈਂ ਨਹੀਂ ਕਰ ਸਕਦਾ। ਤੁਸੀਂ ਮੰਨੋਗੇ, ਮੈਂ ਇਹਨਾਂ ਨੂੰ ਕਿਹਾ ਨਹੀਂ ਹੁਣ ਪਾਠ ਕਰਨੇ ਪੈਣਗੇ, ਹੋਰ ਸਾਡੇ ਕੋਲ ਕੋਈ ਸਹਾਰਾ ਹੈ ਹੀ ਨਹੀਂ। ਤੇ 1-2.5 ਘੰਟੇ ਲਗਾ ਕੇ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਹਿਲੀ ਵਾਰ ਪਾਠ ਕੀਤਾ। ਉਹ ਕਹਿੰਦੇ ਮੈਨੂੰ ਤਾਂ ਚੱਕਰ ਆ ਗਏ, ਮੈਂ ਨਹੀਂ ਕਰ ਸਕਦਾ। ਫਿਰ ਉਹੀ ਟਾਈਮ ਆਇਆ ਕਿ ਪਾਠ ਤੋਂ ਬਿਨਾਂ ਸਹਾਰਾ ਹੀ ਕੋਈ ਨਹੀਂ ਹੈ। ਤੇ ਉਹ ਇੱਕ ਦਿਨ ਹੀ 10-10 ਪਾਠ ਕਰਦੇ ਸੀ। ਔਰ ਮੈਂ ਸਾਰਾ ਦਿਨ, ਮੈਨੂੰ ਮੁਸਬਾਨੀ ਸੁਖਮਨੀ ਸਾਹਿਬ ਪਾਠ ਮੈਂ ਚੱਲ, ਇੱਕੋ ਹੀ ਅਰਦਾਸ, ਇੱਕੋ ਹੀ ਸੀਗਾ ਕਿ ਬਈ ਹੋਰ ਕੋਈ ਤਰੀਕਾ ਹੀ ਨਹੀਂ ਨਾ ਹੈਗਾ। ਹਰ ਵਕਤ ਉਹੀ ਚੀਜ਼ ਪੈ ਰਹੀ ਹੈ, ਪ੍ਰੈਸ਼ਰ ਹਾਈ ਹੋ ਰਿਹਾ, ਫਿਰ ਹੋ ਰਿਹਾ। ਫਿਰ ਇੱਕ ਨਵੀਂ ਇਹਨਾਂ ਨੇ ਇਨਵੈਂਸ਼ਨ ਕੱਢੀ ਜੀ, ਪਿੱਛੇ ਪਲਾਸਟਿਕ ਦੀ ਟਿਊਬ ਪਾਓ ਤੇ ਉਹਦੇ ਨਾਲ ਉਹ ਫਿਰ ਉਹ ਹੋਏ, ਉਹਦੇ ਨਾਲ ਸਾਨੂੰ ਥੋੜ੍ਹਾ ਠਹਿਰਾਅ ਮਿਲਿਆ। ਬਸ 25 ਸਾਲ ਇਹੀ ਹੁੰਦਾ ਰਿਹਾ ਕਿ ਪਰ ਵਾਹਿਗੁਰੂ ਨੇ ਐਸੀ ਬਖਸ਼ਿਸ਼ ਕੀਤੀ। ਫਿਰ ਸਾਨੂੰ ਅਸੀਂ ਗੁਰੂ ਨਾਲ ਜੁੜੇ ਰਹੇ। ਕਿੰਨੇ 25 ਸਾਲ ਤੱਕ ਠੀਕ ਰਹੇ? 25 ਸਾਲ ਜਾਂ 5 ਜਾਂ ਆਪਰੇਸ਼ਨ ਹੁੰਦੇ ਰਹੇ, ਇਹ ਹੋ ਰਿਹਾ ਉਹ ਹੋ ਰਿਹਾ, ਪਰ ਸਾਈਡ ਥੋੜ੍ਹੀ ਘਟਦੀ ਰਹੀ। ਇਸ ਦਾ ਟਾਈਮ ਜਦੋਂ ਤੁਹਾਨੂੰ ਲੱਗਿਆ ਕਿ ਉਹ ਠੀਕ ਹੋ ਗਏ, ਤੁਸੀਂ ਅਰਦਾਸ ਕੀਤੀ, ਪਾਠ ਵਗੈਰਾ ਕੀਤਾ, ਇਸ ਦਾ ਵਾਈ ਯੂ ਚੇਂਜ, ਤੁਹਾਨੂੰ ਵਿਸ਼ਵਾਸ ਹੋ ਗਿਆ ਕਿ ਮੈਨੂੰ ਇੱਧਰ ਜਾਣਾ ਚਾਹੀਦਾ? ਨਹੀਂ ਬਿਲਕੁਲ। ਔਰ ਬਹੁਤ ਵੀਰ ਜੀ ਸਹਾਰਾ ਮਿਲਿਆ ਬਾਬਾ ਜੀ ਤੋਂ। ਔਰ ਗੁਰੂ ਗ੍ਰੰਥ ਸਾਹਿਬ ਉਹ ਕਹਿੰਦਾ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ। ਇਹ ਕਹਿੰਦੇ ਸੀ ਮੈਨੂੰ ਕੁਛ ਵੀ ਨਹੀਂ ਹੈਗਾ, ਇਹ ਜੁਗਤੀ ਹੈਗੀ ਹੈ ਵਾਹਿਗੁਰੂ ਦੀ। ਸਾਨੂੰ ਦੋਨਾਂ ਨੂੰ ਬਾਬਾ ਜੀ ਨੇ ਆਪਣੇ ਪਾਸੇ ਲਗਾਉਣਾ ਹੈ। ਤੇ ਇਹ ਜੁਗਤੀ ਅੱਖਾਂ ਉੱਖਾਂ ਕਹਿੰਦੇ ਮੈਂ ਨਹੀਂ ਮੰਨਦਾ, ਮੈਨੂੰ ਕੁਛ ਵੀ ਨਹੀਂ ਹੋਣਾ। ਇਹ ਮੈਨੂੰ ਕਹਿੰਦੇ ਸੀ ਮੈਨੂੰ ਕੁਛ ਵੀ ਨਹੀਂ ਹੋਣਾ। ਤੇ ਹੈਗਾ ਕਿ ਸਾਨੂੰ ਵਾਹਿਗੁਰੂ ਨੇ ਇਸ ਪਾਸੇ ਲਗਾਉਣਾ ਹੈ ਤੇ ਡਰ ਨਾਲ। ਪਰ ਇੱਕ ਚੀਜ਼ ਹੈ, ਜਦੋਂ ਤੁਸੀਂ ਡਰ ਨਾਲ ਜਪਦੇ ਹੋ ਤੇ ਉਹ ਤੁਹਾਡੇ ਅੰਦਰ ਦੁੱਖ 'ਚ ਜਪਦੇ ਹੋ ਨਾ, ਠਹਿਰਾਵ, ਬਾਣੀ ਅੰਦਰ ਜਾਂਦੀ ਹੈ। ਹੁਣ ਉਂਝ ਅਸੀਂ ਤੇਜ਼ੀ ਪਾਠ ਕਰਦੇ ਹਾਂ, ਆਪਣਾ ਪਾਠ ਪਤਾ ਨਹੀਂ ਕੀ ਕੀਤਾ, ਗੁਰਦੁਆਰੇ ਹੋ ਵੀ ਆਉਂਦੇ ਆ, ਵਾਕ ਕੀ ਆਇਆ, ਬਾਹਰ ਨਿਕਲਦੇ ਸਾਨੂੰ ਪਤਾ ਨਹੀਂ ਕੀ ਵਾਕ ਆਇਆ ਸੀ। ਜਦੋਂ ਦੁੱਖ 'ਚ ਜਪਦੇ ਹੋ, ਮਨ ਠਹਿਰਿਆ ਹੈ,
ਉਹਦੇ ਵਿੱਚ ਤੁਹਾਡੀ ਬਾਣੀ ਵੀ ਅੰਦਰ ਜਾਂਦੀ ਹੈ। ਬਿਲਕੁਲ। ਹਾਂ, ਤੇ ਉਹ ਜਿਹੜਾ ਟਾਈਮ ਹੈ ਉਹ ਤੇ ਭਾਗਾਂ ਨਾਲ ਕਿਸੇ ਉਹ ਫਿਰ ਸਾਨੂੰ ਪਤਾ ਲੱਗਦਾ ਸੀ, ਔਰ ਉਹਦਾ ਅਸਰ ਵੀ ਮੈਂ ਦੇਖਿਆ, ਪਾਠ ਦਾ ਇੰਨਾ ਅਸਰ ਹੁੰਦਾ ਸੀ ਕਿ ਸਾਨੂੰ ਫਿਰ ਲੱਗਦਾ ਹੀ ਨਹੀਂ ਸੀ ਕਿ ਸਾਨੂੰ ਕੁਛ ਹੈਗਾ Really? ਹੈ। ਸਭ ਕੁਝ ਹੋ ਰਿਹਾ, ਰੋਜ਼ ਹਸਪੀਟਲ ਦੀਆਂ ਅਪਾਇੰਟਮੈਂਟਸ ਵੀ ਹੋ ਰਹੀਆਂ, ਜਾ ਵੀ ਰਹੇ ਹਾਂ, ਫਿਰ ਵੀ ਆਪਣੀ ਲਾਈਫ ਨੋਰਮਲ ਹੈ, ਹੱਸਦੇ ਹਾਂ, ਖੇਡਦੇ ਪਏ ਹਾਂ, ਔਰ ਸਾਨੂੰ ਕੋਈ ਫਿਕਰ, ਜਿਹੜੀ ਐਂਗਜ਼ਾਇਟੀ, ਫਿਕਰ, ਡਿਪਰੈਸ਼ਨ, ਇਹੋ ਜਿਹੀ ਚੀਜ਼ਾਂ ਨਹੀਂ ਸੀ ਭਾਈ। ਚਲੋ ਹੁਣ ਐਕਸੈਪਟ। ਜਦੋਂ ਤੁਸੀਂ ਇਹਦੇ ਵਿੱਚ ਜਾ ਰਹੇ ਸੀ, ਸਾਰਾ ਕੁਝ ਤੁਸੀਂ ਆਪਣੀ ਪਾਠ 'ਚ ਬਹੁਤ ਲੱਗ ਗਏ, ਅਰਦਾਸ ਕਰਦੇ ਰਹੇ, ਬੇਸ਼ੱਕ ਰੱਬ ਦੇ ਮਗਰ ਲੱਗ ਗਏ, ਜਿੱਦ ਯੂ ਫੀਲ ਕਿ ਤੁਹਾਨੂੰ ਕੁਝ ਉਹਦੇ ਨਾਲ ਫਰਕ ਪਿਆ, ਹੌਸਲਾ ਮਿਲਦਾ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤੁਹਾਨੂੰ ਫੀਲ ਹੋ ਰਿਹਾ ਸੀ? ਉਹੀ ਨਹੀਂ, ਬਿਲਕੁਲ ਗੱਲਾਂ ਕਰਦੇ ਸੀ ਬਾਬਾ ਜੀ, ਬਿਲਕੁਲ। ਹੁਣ ਦੇਖੋ ਨਾ, ਜੇ ਸੁਖ ਦੇ ਤਾਂ ਤੁਝੇ, ਬਾਬਾ ਜੀ ਕੋਲ ਗਏ ਵਾਹਿਗੁਰੂ, ਇਹ ਕੀ ਹੋਏਗਾ ਹੈ? ਤੇ ਗੁਰੂ ਨੇ ਕਿਹਾ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਏ। ਗੁਰੂ ਕਹਿੰਦਾ ਹੈ ਕਿ ਭਈ ਮੇਰਾ ਗੁਰੂ ਮੈਨੂੰ ਇਹ ਕਹਿ ਰਿਹਾ, ਸੁਖ ਦੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਥੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਹੁਣ ਗੁਰੂ ਇਹ ਗਾਰੰਟੀ ਨਹੀਂ ਕਰਦਾ ਕਿ ਤੁਹਾਡੇ ਕੋਲ ਦੁੱਖ ਆਇਆ ਤੇ ਤੁਸੀਂ ਮੇਰੇ ਕੋਲ ਆਇਓ, ਮੈਂ ਤੁਹਾਡਾ ਦੁੱਖ ਕੱਟ ਦਿਆਂਗਾ। ਇਹ ਗੁਰੂ ਕਿਧਰੇ ਵੀ ਨਹੀਂ ਇਹ ਚੀਜ਼ ਕਹਿੰਦੇ। ਇਹ ਕਹਿੰਦੇ ਨੇ ਕਿ ਜੇ ਭੁੱਖ ਦੇ ਤਾਂ ਇਥੀ ਰਾਜਾ। ਜੇ ਵਾਹਿਗੁਰੂ ਤੂੰ ਮੇਰੇ ਅਰਦਾਸ ਇਹ ਕਰਨੀ ਹੈ ਗੁਰੂ ਅੱਗੇ, ਇਹ ਨਹੀਂ ਕਹਿੰਦੀ ਮੈਨੂੰ ਭੁੱਖ ਲੱਗੇ ਹੀ ਨਾ। ਜੇ ਕਹਿੰਦੇ ਜੇ ਮੇਰੀ ਕਿਸਮਤ ਦੀ ਤੂੰ ਭੁੱਖ ਲਿਖ ਦਿੱਤੀ ਹੈ ਤੇ ਮੈਂ ਭੁੱਖ ਨੂੰ ਮਹਿਸੂਸ ਹੀ ਨਾ ਕਰਾਂ, ਮੈਂ ਰਜਿਆ ਹੀ ਰਵਾਂ ਮੈਨੂੰ। ਤੇ ਇਹ ਜੇ ਦੁੱਖ ਆ ਗਿਆ ਤੇ ਦੁੱਖ ਸਾਨੂੰ ਸਤਾਏ ਨਾ, ਤੇ ਕੀ ਟਾਈਮ ਨਿਕਲੀ ਜਾ ਰਿਹਾ। ਜੇ ਤੁਹਾਨੂੰ ਸਤਾ ਗਿਆ, ਤੁਹਾਡਾ ਦੁੱਖ ਹੋਰ ਵੱਧ ਗਿਆ ਤੁਹਾਡੇ ਅੰਦਰ, ਤੇ ਉਹ ਦੁੱਖ ਵਿੱਚ ਸੁੱਖ ਮਨਾਏ। ਹੁਣ ਦੁੱਖ ਵਿੱਚ ਬੰਦਾ ਕਹਿੰਦਾ ਸੁੱਖ ਕਿਸ ਤਰ੍ਹਾਂ ਮਨਾਓਗੇ? ਜੇ ਦੁੱਖ ਸੁੱਖ ਇਸ ਮਨ ਕੀ ਬਿਰਥਾ, ਇੱਕ ਮਨ ਦੀ ਅਵਸਥਾ ਹੈ। ਜੇ ਤੁਹਾਡਾ ਮਨ ਸਹਿਜ ਵਿੱਚ ਹੈ, ਹੁਣ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀਆਂ ਤੇ ਮਨ ਸਹਿਜ ਵਿੱਚ ਹੈ ਨਾ, ਇੱਕ ਸਟੇਟ ਆਫ ਮਾਈਂਡ ਇਜ਼ ਸੋ ਕਾਮ। ਸੋ ਤਾਂ ਉਹਦੇ 'ਚ ਕੀ ਹੋ ਰਿਹਾ? ਜੋ ਕੁਛ ਹੋਣਾ ਉਹ ਤੋਂ ਉੱਤੋਂ ਹੋ ਰਿਹਾ ਹੈ। ਤੇ ਦੁੱਖ ਸੁੱਖ ਇਸ ਮਨ ਕੀ ਬਿਰਥਾ। ਜੇ ਤੁਸੀਂ ਕਈ ਜਗ੍ਹਾ ਤੁਸੀਂ ਪਾਰਟੀਆਂ 'ਚ ਵੀ ਜਾਂਦੇ ਹੋ, ਅੱਛੀ ਜਗ੍ਹਾ 'ਤੇ ਬੈਠੇ ਹੋ, ਉੱਥੇ ਵੀ ਤੁਹਾਡਾ ਮਨ ਕਲਪੀ ਜਾ ਰਿਹਾ, ਤੇ ਉਹ ਕੀ ਫਾਇਦਾ? ਕਈ ਵਾਰ ਤੁਸੀਂ ਕਿਸੇ ਦੁੱਖ ਵਿੱਚ ਵੀ ਹੈਗੇ ਹੋ, ਤੁਹਾਡਾ ਮਨ ਸ਼ਾਂਤ ਹੈ ਤੇ ਸਭ ਕੁਝ ਠੀਕ ਹੈ। ਤੇ ਗੁਰੂ ਨੇ ਇਹ ਚੀਜ਼ਾਂ ਸਮਝਾਉਣੀਆਂ ਸ਼ੁਰੂ ਕੀਤੀਆਂ ਕਿ ਬਈ ਇਹਦੇ ਤੇ ਤੁਹਾਨੂੰ ਵਿਸ਼ਵਾਸ ਆ ਜਾਂਦਾ ਕਿ ਹੁਣ ਇਸ ਤੋਂ ਫਿਰ ਲੈ ਕੇ ਗੱਲ ਇੱਥੇ ਆਉਂਦੇ ਕਿ ਤੁਹਾਨੂੰ ਕੋਈ ਚਾਰਾ ਨਹੀਂ ਹੈਗਾ ਬਾਣੀ ਤੋਂ, ਪਾਠ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਰਸਤਾ। ਤੇ ਇਵੈਂਚੁਅਲੀ ਬੰਦੇ ਨੂੰ ਉਹੀ ਸਹਾਰਾ ਲੈਣਾ ਪੈਂਦਾ। ਬਿਲਕੁਲ। ਤੇ ਇੱਕ ਇਹ ਸਟੇਜ ਆ ਗਈ ਕਿ ਡਾਕਟਰਾਂ ਨੇ ਕਹਿ ਦਿੱਤਾ ਕਿ ਇਹਨਾਂ ਦੀ 4 ਸਾਲ ਤੋਂ ਉੱਤੇ ਨਹੀਂ, ਜਿਹੜੀ ਟ੍ਰੀਟਮੈਂਟ ਹੈ ਫਾਈਨਲ ਤੇ ਹੈ, ਤੇ 4 ਸਾਲ ਤੋਂ ਉੱਤੇ ਨਹੀਂ ਹੈਗੀ ਇਸ ਟ੍ਰੀਟਮੈਂਟ, ਉਸ ਤੋਂ ਬਾਅਦ ਸਾਡੇ ਕੋਲ ਕੁਝ ਨਹੀਂ ਹੈਗਾ। ਸੋ ਇਨ ਅਦਰ ਵੇ ਸੇ ਮੈਕਸਿਮਮ ਹਿਸ ਲਾਈਫ ਇਜ਼ 4 years। ਤੇ ਮੈਂ ਕਿਹਾ ਹਾਲੇ ਹੀ ਵਾਸ ਇਨ ਮਿਡ 50। ਜੀ ਜਦੋਂ 25 ਸਾਲ ਤੱਕ ਤੁਸੀਂ ਬੜਾ ਸਫ਼ਰ ਕੀਤਾ, ਉਹ ਬਿਮਾਰੀ ਕੱਟੀ, ਆਪਣੇ ਪਾਠ ਪੂਜਾ ਵੱਲ ਤੁਸੀਂ ਧਿਆਨ ਦੇ ਕੇ ਉਹਦਾ ਆਸਰਾ ਲੈ ਕੇ ਤੁਸੀਂ ਖੜੇ ਰਹੇ ਹੋ, ਫਿਰ ਇਵੈਂਚੁਅਲੀ ਕੀ ਉਹਦਾ ਐਂਡ ਦੇ ਵਿੱਚ ਕਿੱਦਾਂ ਹੋਇਆ ਉਹਨਾਂ ਦਾ? ਨਹੀਂ, ਉਹ ਫਿਰ ਜਦੋਂ ਉਹਨਾਂ ਨੇ ਕਿਹਾ 4 ਸਾਲ ਮੈਕਸਿਮਮ ਹੈਗੀ ਹੈ, ਆਈ ਕੁਡਨਟ ਬਿਲੀਵ। ਮੈਂ ਇਹ ਚੀਜ਼ ਦੇਖੋ, ਜੋ ਮਰਜ਼ੀ ਕਰੀ ਜਾਓ, ਪਰ ਫਿਰ ਬਾਬਾ ਜੀ ਕੋਲ ਗਈ। ਮੈਂ ਕਿਹਾ ਕਮਾਲ ਹੈ ਕਿ ਇੱਥੋਂ ਸ਼ਾਇਦ ਕੁਝ ਹੌਸਲਾ ਮਿਲੇ, ਹੋਰ ਤਾਂ ਕੋਈ ਜਗ੍ਹਾ ਦਿਖਦੀ ਨਹੀਂ। ਜੋ ਡਾਕਟਰ ਨੇ ਵੱਡੇ ਡਾਕਟਰ ਹੈ, ਉਹ ਕਹਿ ਰਹੇ ਬਈ ਇਸ ਟ੍ਰੀਟਮੈਂਟ ਉਸ ਤੋਂ ਉੱਤੇ ਕੁਝ ਵੀ ਨਹੀਂ। ਇਹ ਵੀ ਲੱਕੀਲੀ 4 ਸਾਲ ਤੁਸੀਂ ਕੱਟ ਜਾਓ ਤਾਂ ਠੀਕ ਹੈ। ਬਾਬਾ ਜੀ ਕੋਲ ਗਈ ਤਾਂ ਉਹ ਕਹਿੰਦੇ ਕੀ ਕਰਨ ਆਈ ਹੈ? ਤਾਂ ਮੈਂ ਇਹ ਕਹਿ ਰਹੀ ਕਿ ਜਾ ਰਿਹਾ ਇਹੀ ਗੱਲ, ਉਹ ਗੱਲਾਂ ਕਰਦੇ ਹੈ। ਤੇ ਉਹ ਮੇਰੇ ਵਾਕਾ ਆਇਆ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁੰਜਾਏ। ਤੂੰ ਆਈ ਹੈ ਕਿ ਜਾ ਰਿਹਾ? ਤੇ ਕਿੰਨੇ ਤੇ ਅੱਗੇ ਚਲੇ ਗਏ। ਸਾਡੇ ਫਾਦਰ ਦੀ ਡੈਥ ਮੈਂ ਦੇਖੀ, ਸਾਰੇ ਉਹ ਚਾਚੇ ਤਾਏ ਕਿੰਨੇ ਚਲੇ ਗਏ, ਇਹ ਜਾ ਰਿਹਾ। ਤੇ ਕਹਿੰਦੇ ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁੰਜਾਏ। ਜਿਹੜੇ ਬਚ ਗਏ ਉਹਨਾਂ ਨੇ ਵੀ ਚਲੇ ਜਾਣਾ ਹੈ। ਉਹ ਵਾਹਿਗੁਰੂ, ਮੈਂ ਤੇ ਆਪਣਾ ਦੁੱਖ ਲੈ ਕੇ ਤੂੰ। ਅੱਛਾ, ਹੁਣ ਅੱਗੋਂ ਫਿਰ ਕੀ ਕਹਿੰਦੇ ਆ? ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁੰਜਾਏ, ਜਿਨ ਹਰ ਕਾ ਨਾਮ ਨਾ ਚੇਤਿਓ, ਸੋ ਆਏਗੇ ਪਛਤਾਏ। ਫਿਰ ਗੱਲ ਇੱਥੇ ਫਿਰ ਲੈ ਕੇ ਆਉਂਦੇ ਪਏ ਕਿ ਤੱਤ ਕੀ ਹੈਗਾ? ਕਿੰਨੇ ਚਲੇ ਗਏ, ਇਹ ਜਾ ਰਹੇ ਨੇ, ਹੋਰ ਵੀ ਚਲੇ ਜਾਣਾ। ਤੱਤ ਕੀ ਹੈਗਾ ਕਿ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਉੱਥੇ ਜਾ ਕੇ ਪਛਤਾਣਗੇ। ਫਿਰ ਗੱਲ ਇੱਥੇ ਆ ਗਈ ਕਿ ਨਾਮ ਜਪੋ। ਫਿਰ ਤੁਸੀਂ ਉਹਦੇ 'ਚ ਉੱਥੇ ਲੈ ਕੇ ਆਉਂਦੇ ਪਏ ਕਿ ਨਾਮ ਜਪੀ ਜਾਓ, ਤੁਹਾਨੂੰ ਕੁਛ ਹੋਣਾ ਹੀ ਨਹੀਂ। ਸੋ ਉਹਦੇ ਵਿੱਚ ਸਾਡਾ ਟਾਈਮ ਬੜਾ ਆਰਾਮ ਨਾਲ ਨਿਕਲਿਆ, ਔਰ ਉਸ ਤੋਂ ਅਸੀਂ 4 ਸਾਲ ਤੋਂ ਉੱਤੇ ਹੀ ਕੱਟਿਆ ਮਤਲਬ ਟਾਈਮ। ਤੇ ਪਰ ਅਨਫੋਰਚੂਨੇਟਲੀ 2005 ਵਿੱਚ ਇਹਨਾਂ ਦੀ ਡੈਥ ਹੋ ਗਈ। ਨੈਚੁਰਲੀ ਬੜਾ ਮੁਸ਼ਕਿਲ ਹੈ ਸਵਾਲ ਪੁੱਛਣਾ ਮੇਰੇ ਲਈ ਵੀ, ਕਿਉਂਕਿ ਕਈ ਦਫਾ ਕਿਸੇ ਨੂੰ ਤੁਸੀਂ ਅਫਸੋਸ ਵੀ ਕਰਦੇ ਹੋ। ਬੜਾ ਤਰੀਕਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਤੁਸੀਂ ਕਿਸ ਅਲਫਾਜ਼ ਯੂਜ਼ ਕਰਦੇ ਹੋ। ਜਦੋਂ ਇੱਦਾਂ ਹੋ ਜਾਂਦਾ ਤੁਸੀਂ ਬਿਲਕੁਲ ਟਾਈਮ ਬੜੀ ਫਾਸਟ ਚੱਲ ਰਿਹਾ, ਅਸੀਂ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਬੰਦਾ ਇੱਕਦਮ ਟੁੱਟ ਜਾਂਦਾ। ਜਿੱਦਾਂ ਤੁਸੀਂ ਦੱਸਿਆ ਤੁਸੀਂ ਦੋਸਤ ਸੀਗੇ,
ਤੁਸੀਂ ਇੱਦਾਂ ਹਸਬੈਂਡ ਵਾਈਫ ਤੋਂ ਜਾਸਤੇ ਤੁਹਾਡੇ ਪਿਆਰ ਮੁਹੱਬਤ ਸਾਰਾ ਕੁਝ ਬਿਜ਼ਨਸ ਪਾਰਟਨਰ ਸੀਗੇ, ਤੁਹਾਡੀ ਲਾਈਫ ਰੁਕ ਗਈ ਹੋਣੀ ਇੱਕਦਮ। ਉਹ ਸੀਗਾ ਕਿ ਅਸੀਂ ਆਪਣਾ ਦੁੱਖ ਸੁੱਖ ਮਹਿਸੂਸ ਹੀ ਨਹੀਂ ਇਕੱਠੇ ਸੀਗੇ। ਹੁਣ ਜਦੋਂ ਇਹ ਪ੍ਰੀਪਰੇਸ਼ਨ ਤੇ ਮੈਨੂੰ ਪਤਾ ਲੱਗ ਗਿਆ ਕਿ ਲਾਈਫ ਲਿਮਿਟਿਡ ਹੈ, ਪਰ ਐਕਚੁਅਲੀ ਚਲੇ ਜਾਣਾ ਇਹ ਵੀ ਮੈਂ ਐਕਸੈਪਟ ਨਹੀਂ ਕੀਤਾ। ਕਿੰਨੀ ਵਾਰੀ ਡਾਕਟਰਾਂ ਨੇ ਡਿਕਲੇਅਰ ਕਰਤਾ ਤੇ ਫਿਰ ਵੀ ਅਸੀਂ ਐਕਸੈਪਟ ਨਹੀਂ ਕੀਤਾ, ਫਿਰ ਵਾਪਸ ਆ ਜਾਂਦੇ ਸੀ। ਇਨ ਦਾ ਐਂਡ ਫਿਰ ਮੈਂ ਕਿਹਾ ਬਾਬਾ ਜੀ ਇੰਨੀ ਸਫਰਿੰਗ ਤੇ ਚਲੇ ਗਏ। ਹੁਣ ਇਹ ਸੀਗਾ ਕਿ ਉਸ ਵਕਤ ਕਹਿਣਾ ਆਸਾਨ ਹੈ, ਲਾਈਫ ਜਿਸ ਤਰ੍ਹਾਂ ਨਾ ਬੰਦਾ ਸੁੰਨ ਹੋ ਜਾਂਦਾ ਹੈ, ਕੋਈ ਵਿਜ਼ਨ ਨਹੀਂ ਹੈਗਾ, ਖਤਮ। ਮੈਨੂੰ ਕੁਝ ਜਿਸ ਤਰ੍ਹਾਂ ਕਿਉਂਕਿ ਪਹਿਲਾਂ ਚੱਲਦੇ ਪਿਆ ਹੁਣ। ਹਾਂ ਆਪਾਂ ਥੋੜੀ ਬ੍ਰੇਕ ਲੈ ਲੈਂਦੇ ਹਾਂ, ਫਿਰ ਆਪਾਂ ਗੱਲ ਬਹੁਤ ਇੰਟਰਸਟਿੰਗ ਗੱਲਾਂ। ਦੇਖੋ ਇਹ ਬੜਾ ਦੁੱਖ ਸੁੱਖ ਹੁੰਦਾ ਹੈ, ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਹੋ ਬੜਾ ਡਿਪੈਂਡ ਕਰਦਾ ਹੈਗਾ। ਉਮੀਦ ਰੱਖਦਾ ਕਿ ਤੁਸੀਂ ਇੰਸਪਾਇਰ ਹੋਵੋਗੇ। ਬੜੀ ਇੰਟਰਸਟਿੰਗ ਜੋ ਗੱਲਬਾਤ ਹੋ ਰਹੀ ਹੈ। ਅਸੀਂ ਥੋੜ੍ਹੀ ਜਿਹੀ ਬ੍ਰੇਕ ਲੈ ਕੇ ਵਾਪਸ ਆਵਾਂਗੇ, ਭੈਣ ਜੀ ਨਾਲ ਜਾਰੀ ਰੱਖਾਂਗੇ। ਅਤੇ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੰਤਜ਼ਾਮ। ਡੋਂਟ ਗੋ ਟੂ ਫਾਰ। ਅਸੀਂ ਛੋਟੇ ਜਿਹੇ ਬ੍ਰੇਕ ਲੈਂਦੇ ਹਾਂ, ਹੁਣੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਇਨ ਦਾ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਬੱਚੇ ਯੂ ਮਿਸਡ ਅ ਲੋਟ। ਆਪਣੇ ਪਾਸ ਮੇਰੇ ਸਪੈਸ਼ਲ ਸਾਡੇ ਗੈਸਟ ਸਾਰੇ ਸਪੈਸ਼ਲ ਹੁੰਦੇ ਆ। ਵਨ ਦੈਨ ਦੀ ਅਦਰ ਵਨ ਮਿਸਿਸ ਅਮਰ ਕੌਰ ਸੁਭਾਗ ਮੇਕਰ। ਬੜੀ ਇੰਸਪਾਇਰਿੰਗ ਸਟੋਰੀ ਉਹਨਾਂ ਦੀ। ਜਦੋਂ ਤੁਹਾਡੇ 'ਤੇ ਮੁਸੀਬਤ ਆਉਂਦੀ ਹੈ, ਇੱਕ ਆਪਣੀ ਇਨਸਾਨ ਦੀ ਫਿਤਰਤ ਹੈ ਕਿ ਸਭ ਛੱਡ ਜਾਂਦੇ ਨੇ ਸਾਰੇ। ਇੱਕ ਤਾਂ ਜਿਹੜਾ ਦੁੱਖ ਤੁਹਾਡੇ ਪਾਸੇ ਇੱਕ ਪਹਾੜ ਦੀ ਤਰ੍ਹਾਂ ਤੁਹਾਡੇ ਸਿਰ 'ਤੇ ਡਿੱਗ ਜਾਂਦਾ, ਉੱਤੋਂ ਸਾਰੇ ਛੱਡ ਜਾਂਦੇ ਨੇ। ਉਹ ਦੁੱਖ ਜਿਹੜਾ ਘੱਟ ਕੀ ਹੋਣਾ ਉਹ ਦੁੱਗਣਾ ਹੋ ਜਾਂਦਾ। ਇਟਸ ਵੈਰੀ ਡਿਫਿਕਲਟ ਟੂ ਸਰਵਾਈਵ। ਸਮ ਪੀਪਲ ਡੂ ਪੁੱਲ ਆਊਟ ਆਫ ਦੈਮ। ਕਈ ਉਸੇ ਦੁੱਖ ਦੇ ਵਿੱਚ ਹੀ ਬਿਮਾਰੀਆਂ 'ਚ ਪੈ ਜਾਂਦੇ ਨੇ। ਇਵੈਂਚੁਅਲੀ ਲਾਈਫ ਵੀ ਛੋਟੀ ਹੋ ਜਾਂਦੀ ਹੈ। ਸਾਡੀ ਭੈਣ ਦੀ ਹਿਸਟਰੀ ਸੁਣੋ। ਦੇਖੋ ਨੇ ਹੁਣੀ ਦੱਸ ਕੇ ਸੀ ਸ਼ੋਟ ਤੋਂ ਪਹਿਲਾਂ ਕਿ ਲੋਸਟ ਹਰ ਹਸਬੈਂਡ ਔਨ ਅ ਵੈਰੀ ਯੰਗ ਏਜ। 25 ਸਾਲ ਬੜੀ ਸੇਵਾ ਕੀਤੀ ਉਹਨਾਂ ਦੀ, ਬੜੀ ਕੋਸ਼ਿਸ਼ ਕੀਤੀ, ਆਪਣੀ ਪਾਠ ਪੂਜਾ ਵਰ ਵੀ ਲੱਗ ਗਏ। ਉਹੀ ਕੰਮ ਆਇਆ ਐਂਡ ਦੇ ਵਿੱਚ ਵੀ ਉਹਦੇ ਕਰਕੇ ਇਹਨਾਂ ਦੀ ਲਾਈਫ ਐਕਸਟੈਂਡ ਹੋ ਗਈ ਥੋੜ੍ਹੀ ਜਿਹੀ। ਵਾਟ ਐਵਰ ਐਟਲੀਸਟ ਉਹਦੇ ਸੇਵਾ ਕਰਕੇ ਕੋਸ਼ਿਸ਼ ਕੀਤੀ, ਇੱਦਾਂ ਦੀ ਟਾਈਮ ਸਪੈਂਡ ਕੀਤਾ। ਦੈਟ ਮੈਨ ਮੇਡ ਮਿਸਿਸ ਮੇਕਰ ਅ ਸਟਰੋਂਗ ਵੂਮਨ, ਅ ਬਿਜ਼ਨਸ ਲੇਡੀ। ਅੱਜ ਜਿਹੜੇ ਇਹਨਾਂ ਦੀ ਪ੍ਰਾਪਰਟੀ ਦੀ ਬਿਜ਼ਨਸ ਹੈਗੀ ਆ, ਸ਼ੀ ਇਜ਼ ਅ ਡਾਇਰੈਕਟਰ ਆਫ ਦ ਫਰਮ। ਅਗਰ ਉਸ ਆਦਮੀ ਨੇ ਇਹਨਾਂ ਨੂੰ ਫੁੱਲੀ ਟ੍ਰੇਨ ਨਾ ਕੀਤਾ ਹੁੰਦਾ, ਤੁਸੀਂ ਇਨਸਾਨ ਦੇਖੋ ਕਿ ਕਿੱਦਾਂ ਧੱਕੇ ਖਾ ਖਾ ਕੇ ਸਾਰੀ ਲਾਈਫ ਖਤਮ ਹੋ ਜਾਂਦੀ ਹੈ। ਵੈਰੀ ਇੰਸਪਾਇਰਿੰਗ ਸਟੋਰੀ। ਭੈਣ ਜੀ ਮੈਂ ਬੇਸ਼ੱਕ ਸੱਚ ਕਹਿੰਦਾ ਕਿ ਮੇਰੇ ਪਾਸ ਹਿੰਮਤ ਵੀ ਨਹੀਂ, ਨਾ ਮੇਰੇ ਪਾਸ ਅਲਫਾਜ਼ ਨੇ ਕਿ ਮੈਂ ਕਿਸ ਤਰ੍ਹਾਂ ਤੁਹਾਡੇ ਲੋਸ ਦਾ ਕਹਿ ਸਕਾਂ। ਲੇਕਿਨ ਵੱਡੀ ਗੱਲ ਇਹ ਕਿ ਹੈਗੀ ਤੁਸੀਂ ਖੜੇ ਕਿਸ ਤਰ੍ਹਾਂ ਹੋਏ ਭੈਣ ਜੀ? ਹਾਊ ਡਿਡ ਯੂ ਮੈਨੇਜ? ਇਟ ਵਾਸ ਜੀ ਬਹੁਤ ਡਿਫਿਕਲਟ ਸੀ, ਕਿਉਂਕਿ ਅੱਗੇ ਤੇ ਅਸੀਂ ਦੋਨੋਂ ਇਕੱਠੇ ਚੱਲਦੇ ਗਏ ਔਰ ਚਲੋ ਇੱਕ ਦੂਜੇ ਨਾਲ। ਪਰ ਇਹ ਸੀਗਾ ਜਦੋਂ ਤੂੰ ਕਹਿੰਦੇ ਨਾ ਅਦਰ ਹਾਫ, ਜਿਸ ਵੇਲੇ ਇਹਨਾਂ ਦੀ ਉਸ ਇੱਕਦਮ ਬੰਦਾ ਸੁੰਨ ਹੋ ਜਾਂਦਾ ਹੈ। ਇੱਕਦਮ ਬਿਲਕੁਲ ਵਿਜ਼ਨ ਇਕੱਠੇ ਸੀ। ਅਸੀਂ ਸਾਰੀ ਉਮਰ ਇਕੱਠੇ ਕੰਮ ਹੀ ਇਕੱਠੇ ਕੀਤਾ, 25 ਸਾਲ ਦੁੱਖ ਸੁੱਖ ਆਪਣਾ। ਹੁਣ ਇੱਕ ਸਡਨਲੀ ਇਹਨਾਂ ਦਾ ਚਲੇ ਜਾਣਾ, ਉਸ ਤੋਂ ਬਾਅਦ ਮੇਰੇ ਵਾਸਤੇ ਤਾਂ ਕੁਝ ਵਿਜ਼ਨ ਇਸ ਤਰ੍ਹਾਂ ਲੱਗਿਆ ਕਿ ਲਾਈਫ ਬਿਲਕੁਲ ਕੋਈ ਵਿਜ਼ਨ ਨਹੀਂ ਹੈਗਾ। ਲਾਈਫ 'ਚ ਰੁਕ ਹੀ ਜਾਂਦੀ ਹੈ, ਸੁੰਨ ਹੋ ਗਈ। ਈਜ਼ੀ ਫॉर ਮੀ, ਦਿਲ ਕਰ ਰਿਹਾ ਸੀ ਕਿ ਬਸ ਸੁਣ, ਪਰ ਨਹੀਂ ਸੋਚਿਆ ਬਾਣੀ ਦੇ ਅੰਦਰੋਂ ਸੋਝੀ ਸੀ ਤੇ ਨਹੀਂ। ਕਿਉਂਕਿ ਗੁਰੂ ਵੀ ਦੇਖੋ ਜੀ ਇਹੀ ਕਹਿੰਦੇ, ਗੁਰੂ ਸਾਹਿਬ ਵੀ ਤੁਹਾਨੂੰ ਹਿੰਮਤ ਦਿੰਦੇ ਹੈ ਕਿ ਦੇਖੋ ਸਤੀ ਸੀ ਨਾ, ਕਹਿੰਦੇ ਸੀ ਉਹ ਦੇਖਣਾ ਹੀ ਨਹੀਂ ਕੋਈ ਚਾਹੁੰਦਾ ਟੂ ਬੀ। ਕਿਉਂ ਸਤੀ ਹੋ ਜਾਂਦੀ ਸੀ, ਪ੍ਰਥਾ ਕਿਉਂ ਚਲੀ ਸੀ? ਹਸਬੈਂਡ ਦੀ ਡੈਥ ਹੋ ਗਈ, ਨਾ ਤੁਹਾਨੂੰ ਸਹੁਰੇ ਨਾ ਮੈਂ। ਹੁਣ ਅਸੀਂ ਇਹ ਮਹਿਸੂਸ ਕੀਤਾ ਹੈ, ਪਰ ਉਸ ਟਾਈਮ ਇਹ ਸੀ ਕਿ ਦੇਖਣਾ ਹੀ ਨਹੀਂ ਚਾਹੁੰਦੇ ਸੀ। ਉਹ ਕਹਿੰਦੇ ਜੇ ਇਹਦੀ ਲਾਈਫ ਹੀ ਨਹੀਂ ਹੋਣੀ, ਇਹਨੂੰ ਨਾਲ ਹੀ ਚਲਾ ਦਿਓ, ਤਾਂ ਹੀ ਸਤੀ ਬਣੀ। ਅੱਛਾ, ਉਹ ਗੁਰੂ ਨੇ ਇਹ ਕਿਹਾ ਹੈ, ਸਤੀਆਂ ਇਹ ਨਾ ਆਖੀਏ ਜੋ ਮੜੀਆਂ ਹੈ ਜਲ ਮਰਨ, ਸਤੀਆਂ ਸੇ ਆਖੀਏ ਜੇ ਬਿਰਹਿ ਚੋਟ ਸਹਨ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਤੁਸੀਂ ਜਲਦੀ ਅੱਗ 'ਚ ਪਾਉਂਦੇ ਪਿਓ। ਇਹ ਅਸਲੀ ਸਤੀ ਤੇ ਹੈਗੀਆਂ ਜਿਹੜੀਆਂ ਜੀ ਕੇ ਇਸ ਦੁੱਖ ਨੂੰ ਮਹਿਸੂਸ ਕਰਕੇ ਫਿਰ ਆਪਣੇ ਜੀਣਗੀਆਂ। ਮੇਰੀ ਨਿਗਾਹ 'ਚ ਉਹ ਸਤੀਆਂ ਸੇ ਗੁਰੂ ਨੇ ਸਾਡੇ ਹੱਥ 'ਤੇ ਥਾਪੀ ਰੱਖੀ ਕਿ ਤੁਸੀਂ ਜੀਣਾ ਹੈ। ਹਾਂ ਦੁੱਖ ਬਹੁਤ ਵੱਡਾ ਹੈ, ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ, ਪਰ ਇਹਨੂੰ ਤੁਸੀਂ ਗੁਰੂ ਨੇ ਸਾਨੂੰ ਥਾਪੀ ਦੇ ਕੇ ਸਟਰੋਂਗ ਬਣਾਇਆ ਕਿ ਤੁਸੀਂ ਇਹਨੂੰ ਸਹਿ ਕੇ ਦੁਨੀਆ 'ਚ ਰਹਿ ਕੇ ਤੇ ਐਸਾ ਜੀਣਾ। ਸੋ ਉਹ ਚੀਜ਼ ਥੋੜ੍ਹੀ ਅਵੇਅਰਨੈਸ ਆਈ। ਫਿਰ ਇੰਨੀ ਮਿਹਨਤ ਨਾਲ ਅਸੀਂ ਬਣਾਈਆਂ, ਇੰਨੀ ਮਿਹਨਤ ਕਰਦੇ ਰਹੇ ਹਾਂ, ਬਿਮਾਰੀ ਵਿੱਚ ਵੀ ਅਸੀਂ ਬਿਜ਼ਨਸ ਨੂੰ ਅੱਗੇ ਲਿਜਾਂਦੇ ਰਹੇ ਹਾਂ। ਅਤੇ ਹੁਣ ਇਹਨੂੰ ਇਸ ਤਰ੍ਹਾਂ ਖ਼ਤਮ ਨਹੀਂ ਕਰਨਾ। ਬੱਚਿਆਂ ਦੀ ਸੇਕ ਮੈਂ ਫਿਰ ਆਪਣੇ ਆਪ 'ਤੇ ਹਿੰਮਤ ਪਾਈ ਅਤੇ ਅਸੀਂ ਫਿਰ ਬਿਜ਼ਨਸ
ਹੋਰ ਵੱਡਾ ਪਰ ਇਹ ਕਹਿਣਾ ਬੜਾ ਆਸਾਨ ਹੈ ਕਿ ਮੈਂ ਆਪਣੇ ਆਪ 'ਚ ਹਿੰਮਤ ਪਾਈ, ਇਹਨੂੰ ਕਈ ਸਾਲ ਲੱਗ ਗਏ ਹੋਣੇ, ਕਿਉਂਕਿ ਜਿੱਦਾਂ ਤੁਸੀਂ ਦੱਸਦੇ ਹੋ ਹੁਣ ਵੀ ਤੁਸੀਂ ਦੱਸ ਕੇ ਹਟਿਓ, ਕਿਸੇ ਤਰ੍ਹਾਂ ਦੀ ਤੁਹਾਨੂੰ ਕਿਸੇ ਰਿਸ਼ਤੇਦਾਰ ਦੀ, ਯਾਰਾਂ ਦੋਸਤਾਂ ਦੀ ਜੋ ਰੋਜ਼ ਤੁਹਾਡੇ ਘਰ ਆਉਂਦੇ ਜਾਂਦੇ ਸੀਗੇ, ਖਾਂਦੇ ਪੀਂਦੇ ਸਭ ਕੁਝ ਕਰਦੇ ਸੀਗੇ, ਉਹ ਸਭ ਛੱਡ ਕੇ ਚਲੇ ਗਏ। ਬਿਲਕੁਲ ਇਹ ਪਤਾ ਨਹੀਂ ਕਿਉਂ ਹੁੰਦਾ ਹੈ, ਪਰ ਇਹ ਹੈਗਾ ਜਾਂ ਤੇ ਉਹ ਆਪੇ ਵੀ ਥੋੜੇ ਰਿਸ਼ਤੇਦਾਰ ਵੀ, ਦੋਸਤ ਯਾਰ ਪਤਾ ਨਹੀਂ ਇੱਕਦਮ ਛੱਡ ਜਾਂਦੇ ਆ, ਪਤਾ ਨਹੀਂ ਦੇ ਜਸਟ ਕਲੋਜ਼ ਦ ਬੁੱਕ, ਬਸ ਖਤਮ ਹੋ ਗਈ, ਫੈਮਿਲੀ ਖਤਮ ਹੈ, ਐਨੇ ਪਤਾ ਨਹੀਂ ਕੀ ਹੁੰਦਾ। ਹੁਣ ਉਹਦੇ 'ਚ ਹੈਗਾ ਸੀ, ਚਲੋ ਮੈਂ ਤੇ ਥੋੜੀ ਜਿਹੀ ਮੇਰੇ ਤੇ ਬਾਬਾ ਜੀ ਦੀ ਮਿਹਰ ਕਹਿ ਲਓ, ਬਾਣੀ ਨਾਲ ਵੀ ਜੁੜੀ ਹੋਈ ਸੀ, ਤੇ ਨਾਲੇ ਮੇਰੇ ਹਸਬੈਂਡ ਟਰਸਟੀ ਸੀਗੇ, ਉਹਨਾਂ ਨੇ ਮੈਨੂੰ ਕਿਹਾ ਤੂੰ ਟਰਸਟੀਸ਼ਿਪ ਲੈ, ਤੇ ਮੈਂ ਗੁਰੂ ਵਾਲੇ ਪਾਸੇ ਲੱਗ ਪਈ, ਤੇ ਬਿਜ਼ਨਸ ਵਿੱਚ ਵੀ ਲੱਗ ਪਏ ਬੱਚਿਆਂ ਨਾਲ। ਓਕੇ ਆਈ ਫੈਲਟ ਇਹ ਤੇ ਇੰਨੀਆਂ ਪੁਰਾਣੀਆਂ ਦੋਸਤੀਆਂ ਜਿਨ੍ਹਾਂ ਨਾਲ ਤੁਸੀਂ ਦੁੱਖ ਸੁੱਖ, ਇੱਕ ਬੱਚੇ ਸੀ ਇਕੱਠੇ ਪੈਦਾ ਕੀਤੇ, ਅਸੀਂ 5 ਕਪਲ ਸੀਗੇ ਜਿਨ੍ਹਾਂ ਦੇ 5 ਬੱਚੇ ਅਸੀਂ ਇਕੱਠੇ ਪੈਦਾ ਕੀਤੇ, ਉਹ ਅਜੇ ਉਹੀ ਦੋਸਤੀਆਂ ਚੱਲ ਰਹੀਆਂ, ਉਹ ਅੱਜ ਦੇ ਆਰ ਨੋਵੇਅਰ ਨੀਅਰ ਮੀ। ਤੇ ਹੁਣ ਉਹ ਕਹਿੰਦੇ ਕਿ ਭਈ, ਪਰ ਮੇਰੇ 'ਚ ਕੋਈ ਰਿਜ਼ੈਂਟਮੈਂਟ ਨਹੀਂ ਸੀ ਬਿਟ, ਕਿਉਂਕਿ ਮੇਬੀ ਪਰ ਜੀ ਤੁਸੀਂ ਹੁਣ ਨਾ ਬੜਾ ਦੇਖੋ, ਤੁਸੀਂ ਵਿੱਚ ਹਰ ਦਫਾ ਸ਼ੋਅ ਸਪਾਂਸਰ ਕਰਦੇ ਹੋ, ਅਸੀਂ ਯੂਕਰੇਨ ਗਏ, ਤੁਸੀਂ ਬੜੀ ਵੱਡੀ ਮਦਦ ਕੀਤੀ ਉੱਥੇ ਵੀ, ਤੁਸੀਂ ਕਾਫੀ ਇੱਦਾਂ ਦਾ ਕੰਮ ਕਰਦੇ ਹੋ, ਪਰ ਜਦੋਂ ਤੁਹਾਡੇ ਖਾਸ ਬੰਦੇ ਰਿਸ਼ਤੇਦਾਰ ਜਾਂ ਯਾਰ ਦੋਸਤ ਤੁਹਾਨੂੰ ਛੱਡ ਜਾਣ, ਜਿਹਨੂੰ ਤੁਸੀਂ ਆਪਣਾ ਮੰਨਦੇ ਹੋ, ਪਰ ਕੁਛ ਨਾ ਕੁਛ ਦਿਲ ਤੇ ਹੁੰਦਾ ਕਿ ਮੈਨੂੰ ਫੋਰਗਿਵਨੈਸ ਨਹੀਂ ਤੁਸੀਂ ਕਰ ਸਕਦੇ। ਮੈਂ ਇਹ ਕ੍ਰੈਡਿਟ ਫਿਰ ਵੀ ਆਪਣੇ ਗੁਰੂ ਨੂੰ ਦਿਆਂਗੀ, ਕਿਉਂਕਿ ਮੈਂ ਗੁਰੂ ਨਾਲ ਜੁੜੀ ਹੋਈ ਸੀ, ਮੈਨੂੰ ਨਹੀਂ ਮਹਿਸੂਸ ਨਾ ਕੋਈ ਬਿਟਰਨੈਸ ਆਈ ਹੈ। ਆਈ ਮੂਵਡ ਔਨ ਇਨਟੂ ਬਿਜ਼ਨਸ, ਫਿਰ ਬਿਜ਼ਨਸ ਸਾਡਾ ਆਪਣਾ ਵਧੀ ਗਿਆ। ਹੈਵ ਯੂ ਟੋਟਲੀ ਫੋਰਗਿਵਨ them? ਯੇ ਕੋਈ ਬਿਟਰ ਓਨੈਸਟਲੀ ਕੋਈ ਬਿਟਰਨੈਸ ਨਹੀਂ ਹੈਗੀ, ਮੈਂ ਗੱਲ ਵੀ ਨਹੀਂ ਕਰਨੀ ਸੀਗੀ। ਇਸ ਤਰ੍ਹਾਂ ਹੈਗਾ ਕਿ ਚਲੋ ਵੀ ਮੂਵਡ ਔਨ, ਮੈਨੂੰ ਅੱਗੋਂ ਹੋਰ ਸਰਕਲ ਮਿਲ ਗਿਆ, ਮੇਰਾ ਬਿਜ਼ਨਸ ਵੱਧ ਰਿਹਾ। 2009 ਵਿੱਚ ਮੈਨੂੰ ਐਂਟਰਪ੍ਰੀਨਰ ਐਕਸੀਲੈਂਸ ਅਵਾਰਡ ਮਿਲਿਆ ਨੈਸ਼ਨਲ ਲੈਵਲ ਤੇ। ਕੀ ਬਾਤ ਹੈ। ਉਹ ਕਹਿੰਦੇ ਇਟਸ ਨਾਟ ਵਾਟ ਯੂ ਟੀਚ, ਹਾਊ ਯੂ ਅਚੀਵ, ਅੰਡਰ ਵਾਟ ਸਰਕਮਸਟੈਂਸਿਸ ਤੁਸੀਂ ਕਿੱਥੇ ਦੇ ਕਿੱਥੇ ਤੂੰ ਜਾਂਦੀ ਰਹੀ। ਤੇ ਇਸ ਚੀਜ਼ ਦੇ ਉੱਤੇ ਉਹਨਾਂ ਨੇ ਅਵਾਰਡ ਦਿੱਤਾ ਤੇ ਮੈਨੂੰ ਬੜਾ ਅੱਛਾ ਲੱਗਾ। ਤੇ ਮੈਂ ਐਕਸੈਪਟੈਂਸ ਸਪੀਚ ਵੀ ਦਿੱਤੀ ਉੱਥੇ ਕਿ ਦੇਖੋ ਇਹ ਜਿਹੜੀ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਤੇ ਆਪਣਾ ਕੰਮ ਕਰੀ ਜਾ ਰਹੇ ਹੋ ਹੈ। ਜਦੋਂ ਇਹ ਰੈਕਗਨੀਸ਼ਨ ਮਿਲੀ ਤੇ ਮੈਨੂੰ ਇਹ ਲੱਗਾ ਕਿ ਵਾਹਿਗੁਰੂ ਖੁਸ਼ ਹੈ, ਮੇਰਾ ਆਦਮੀ ਦੇ ਖੁਸ਼ ਹੈ ਉੱਤੋਂ, ਤੇ ਉਹ ਤੁਹਾਡੀ ਰੈਕਗਨੀਸ਼ਨ ਮਿਲੀ। ਤਾਂ ਉਸ ਵਕਤ ਮੈਨੂੰ ਲੱਗਾ ਕਿ ਮੈਂ ਥੋੜ੍ਹਾ ਹੋਰ ਚੈਰਿਟੀ ਵਰਕ ਕਰਾਂ, ਹੋਰ ਹਾਰਡ ਵਰਕ ਕਰਾਂ। ਸਮਬਡੀ ਇਜ਼ ਵਾਚਿੰਗ ਮੀ, ਵਾਹਿਗੁਰੂ ਵਾਚ ਕਰਦਾ ਪਿਆ। ਤਾਂ ਅੱਛਾ, ਉਹਦੇ ਤੋਂ ਫਿਰ ਮੈਨੂੰ ਲੱਗਾ ਕਿ ਮੈਂ ਕੋਈ ਚੈਰਿਟੀ ਇੱਕ ਖੋਲ੍ਹਾਂ। ਮੈਂ ਇਨਵੋਲਵ ਹੋਣਾ ਮੁਸ਼ਕਿਲ ਸੀ, ਆਈ ਵਾਜ਼ ਇਨਵੋਲਵ ਇਨ ਬਿਜ਼ਨਸ, ਪਰ ਫਿਰ ਮੈਂ ਹੋਰ ਕਾਫੀ ਸਾਰੀ ਚੈਰਿਟੀਆਂ ਦੇ ਨਾਲ ਆਪਣੇ ਆਪ ਨੂੰ ਅਟੈਚ ਕੀਤਾ, ਜਿੱਥੇ ਮੈਂ ਦੇਖਦੀ ਸਾਂ ਜੈਨੂਇਨਲੀ ਕੰਮ ਹੋ ਰਿਹਾ। ਉਹਦੇ 'ਚ ਮੈਨੂੰ ਬੜੀ ਖੁਸ਼ੀ। ਅਤੇ ਬਿਟਰਨੈਸ ਦਾ ਤਾਂ ਟਾਈਮ ਹੀ ਨਹੀਂ ਹੈਗਾ, ਮੈਨੂੰ ਕੋਈ ਬਿਟਰਨੈਸ। ਮੈਨੂੰ ਤਾਂ ਅੱਗੋਂ ਤੋਂ ਅੱਗੋਂ ਹੋਰ ਵਾਹਿਗੁਰੂ ਖੜਦਾ ਰਿਹਾ ਅਤੇ ਮੈਨੂੰ ਆਪਣੀ ਸੈਟਿਸਫੈਕਸ਼ਨ ਹੁੰਦੀ ਰਹੀ। ਪਰ ਇਹ ਹੈਗਾ ਸਿਰਫ ਅਵੇਅਰਨੈਸ ਪਤਾ ਹੀ ਹੋਈ ਜਦੋਂ ਮੇਰੇ ਤੋਂ ਬਾਅਦ ਹੋਰ ਦੇਖਦੀ ਸਾਂ ਮੈਂ ਲੇਡੀਜ਼ ਨੂੰ ਹੋਇਆ, ਉਹਨਾਂ ਨਾਲ ਸੇਮ ਉਹ ਵਿਚਾਰੀਆਂ ਰੋਂਦੀਆਂ ਸੀ। ਬਿਟਰਨੈਸ ਤੇ ਉਹਨਾਂ ਵੀ ਇਹ ਹੋ ਗਿਆ, ਇਹ ਹੋ ਗਿਆ ਸਾਨੂੰ। ਅਤੇ ਮੈਂ ਕਿਹਾ ਕਿਸੇ ਨੇ ਨਹੀਂ ਆ ਕੇ ਤੁਹਾਨੂੰ ਪੁੱਛਣਾ, ਕਿਸੇ ਨੇ ਤੁਹਾਨੂੰ ਆਪਣੇ ਆਪ ਵਿੱਚ ਹਿੰਮਤ ਲਿਆਉਣੀ ਪਏਗੀ। ਆਈ ਯੂਜ਼ ਟੂ ਮੇਕ ਐਨ ਐਫਰਟ। ਅਤੇ ਜਿਹੜੇ ਮੇਰੇ ਇਨ ਟੱਚ, ਹੁਣ ਮੇਰੀ ਨੀਸ ਸੀਗੀ ਮੇਰੇ ਤੋਂ 6 ਮਹੀਨੇ, ਉਹ ਯੰਗ ਸੀਗੀ, 6 ਮਹੀਨੇ ਬਾਅਦ ਮੈਂ ਇੰਡੀਆ ਗਈ, ਉਹਦੇ ਹਸਬੈਂਡ ਡੈਥ ਹੋ ਗਈ। ਲਿਟਰਲੀ ਮੰਨੋਗੇ ਮੇਰੇ ਟੀਚ ਹੈਗੀ ਸੀ, ਉੱਤੇ ਫਲੈਟਾਂ 'ਚ ਰਹਿੰਦੇ ਪਏ ਸਨ, ਅਤੇ ਉਹੀ ਮੁੰਡੇ ਦੋਨੋਂ ਕਹਿਣ ਕਿ ਮਾਂ ਸਾਡੀ ਮਰ ਜਾਏਗੀ। ਇੰਨਾ ਇੱਕ ਤਾਂ ਰੋਂਦੇ ਬੜਾ, ਰਵਾਉਂਦੇ, ਉਹ ਸਭ ਕੁਛ ਕਰਕੇ। ਉਹ ਕਹਿੰਦੀ ਨਹੀਂ ਉਹ ਕਿਸੇ ਨੇ ਟੂਣਾ ਕਰਤਾ, ਮੇਰੀ ਸੱਸ ਨੇ ਟੂਣਾ ਕਰਤਾ, ਉੱਥੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ। ਅਤੇ ਉਹ ਕਹਿੰਦੀ ਮੈਨੂੰ ਲਿਟਰਲੀ ਐਸੀ ਹਾਲਤ ਕਿ ਮੈਨੂੰ ਇਹ ਦਿਖਦਾ ਪਿਆ ਸੀ ਕਿ ਕੁੜੀ ਨੇ ਮਰ ਜਾਣਾ, ਇਹਨੇ ਨਹੀਂ ਬਚਣਾ। ਫਿਰ ਮੈਂ ਉਹਨੂੰ ਉੱਥੋਂ ਨੂੰ ਕੱਢਿਆ। ਉਹ ਮੁੰਡੇ ਕਹਿੰਦੇ ਆਂਟੀਆਂ ਨੂੰ ਲੰਡਨ, ਮੈਂ ਕਿਹਾ ਲੰਡਨ ਇਜ਼ ਨਾਟ ਹਰ ਸਲਿਊਸ਼ਨ। ਮੈਂ ਕਿਹਾ ਚੱਲ ਮੈਂ ਦਿੱਲੀ 'ਚ ਲੈ ਕੇ ਆਉਂਦੀ ਹਾਂ। ਫਿਰ ਮੈਨੂੰ ਦਿੱਲੀ ਫਲੈਟ ਲੈ ਕੇ ਦਿੱਤਾ। ਕਹਿੰਦੀ ਆਂਟੀ ਮੇਰਾ ਦਿਲ ਕਰਦਾ ਸੀ ਮੈਂ ਪਾਵਾਂ ਖਾਵਾਂ। ਮੈਂ ਕਿਹਾ ਤੂੰ ਪਾ, ਤੂੰ ਕੁਛ ਵੀ ਨਹੀਂ ਕੀਤਾ, ਜੋ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਨਾਲ ਤੁਸੀਂ ਕੁਛ ਵੀ ਨਹੀਂ ਕੀਤਾ ਹੈ। ਔਰ ਨਾ ਤੂੰ ਕਹਿੰਦਾ, ਮੈਂ ਕਹਿੰਦਾ ਪਾਣ ਦੀ ਹੈ ਤੂੰ ਪਾ। ਮੈਂ ਉਹਨੂੰ ਇਨਕਰੇਜ ਕੀਤਾ। ਤੁਸੀਂ ਮੇਰਾ 2-3 ਸਾਲ ਮੈਂ ਉਹਨੂੰ ਬੈਕਿੰਗ ਕੀਤੀ। ਉਸ ਕੁੜੀ ਨੇ ਆਪਣਾ ਖਾਣਾ ਪੀਣਾ, ਦਿੱਲੀ 'ਚ ਆ ਗਈ, ਸਰਕਲ ਚੇਂਜ ਹੋ ਗਿਆ, ਬੱਚੇ ਦੋਨੋਂ ਗਏ, ਆਪਣੇ ਮਜ਼ੇ 'ਚ ਰਹਿੰਦੀ ਪਈ। ਆਮ ਹੈਪੀ। ਤੋ ਇਹ ਜੇ ਬਿਟਰਨੈਸ ਦਾ ਵਿੱਚ ਟਾਈਮ ਹੀ ਨਹੀਂ, ਤੁਸੀਂ ਮੂਵ ਔਨ। ਹੁਣ ਮੈਂ ਅੱਛਾ ਇਹ ਜਦੋਂ ਮੈਂ ਗੱਲ ਉਠਾਈ, ਹੁਣ ਮੈਂ ਨੈਸ਼ਨਲ ਲੈਵਲ, ਉੱਥੋਂ ਪਿੱਛੇ ਵੂਮਨ ਇੰਟਰਨੈਸ਼ਨਲ ਵੂਮਨ ਡੇ ਸੀਗਾ ਹਾਊਸ ਆਫ ਲਾਰਡ, ਉੱਥੇ ਵੀ ਮੈਂ ਓਪਨਲੀ ਆਪਣੀ ਦੱਸੀ ਅਚੀਵਮੈਂਟ। ਐਂਡ ਉਸ ਤੋਂ ਬਾਅਦ ਮੈਂ ਇਹ ਦੱਸਿਆ ਕਿ ਇਹ ਹੁੰਦਾ ਹੈ। ਤੁਸੀਂ ਮੰਨੋਗੇ ਪੀਪਲ, ਅੱਛਾ ਸ਼ੋਅ ਅਸੀਂ ਅੱਗੇ ਵੀ ਕੀਤੇ। ਜਦੋਂ ਮੈਂ ਆਵਾਜ਼ ਉਠਾਈ ਤਾਂ ਇੰਨੀਆਂ ਭੈਣਾਂ ਨੇ ਮੈਨੂੰ ਰਿਲੇਟ ਕੀਤਾ ਕਿ ਸ਼ੁਕਰ ਹੈ ਤੂੰ ਆਵਾਜ਼। ਲਿਟਰਲੀ ਦੇਖੋ ਜਿਸ ਵੇਲੇ ਆਦਮੀ ਚਲਾ ਗਿਆ, ਔਰਤ ਇੰਨੀ ਵੀਕ ਹੋ ਜਾਂਦੀ ਹੈ ਇਮੋਸ਼ਨਲੀ,
ਹਾਂਜੀ ਕਈ ਫਾਈਨੈਂਸ਼ਲੀ ਵੀ ਨਹੀਂ ਹੁੰਦੀਆਂ ਹੋਣਗੀਆਂ ਸਟਰੋਂਗ, ਚਲੋ ਅੱਛਾ ਉਸ ਤੋਂ ਬਾਅਦ ਉਹਨੂੰ ਸਪੋਰਟ ਚਾਹੀਦੀ ਹੈ। ਹੁਣ ਤਾਂ ਮੈਂ ਆਪਣੀ ਨੀਸ ਨੂੰ ਕੀਤਾ, ਸ਼ੀ ਇਜ਼ ਫਾਈਨ ਹੈ, 2 ਸਾਲ 3 ਸਾਲ ਤੇ ਕਿੰਨੇ ਮੈਂ ਜਾਂਦੇ ਵੀ ਦੇਖਿਆ। ਇਹ ਹੁਣ ਰੀਸੈਂਟਲੀ ਮੈਂ ਦੱਸਦੀ ਪਈ ਹਾਂ, ਗੱਲ ਹੋਈ ਪਿੱਛੇ ਕੋਹਲੀ ਹੋਰੀ ਤੇ ਕਹਿੰਦੀ ਮੇਰਾ ਹਸਬੈਂਡ ਨੂੰ ਡਿਮੈਂਸ਼ੀਆ ਹੋਇਆ ਪਿਆ, ਮੁੰਡੇ ਆਉਂਦੇ ਆ 5 ਮਿੰਟ ਦੇਖਦੇ ਆ, ਕੁੜੀ ਮੇਰੇ ਕੋਲ ਹੈਗੀ ਤੇ ਮਾਂ ਮੈਨੂੰ ਕੋਈ ਸਪੋਰਟ ਉਸ ਤਰ੍ਹਾਂ ਨਹੀਂ ਹੈਗੀ। ਸ਼ੀ ਵਾਜ਼ ਗ੍ਰੰਬਲਿੰਗ, ਸ਼ੀ ਵਾਜ਼ ਜਸਟ ਮੈਂਸ਼ਨਿੰਗ ਕਿ ਬਈ ਉਹ ਤੇ ਪਹਿਚਾਣਦਾ ਹੀ ਨਹੀਂ। 6 ਮਹੀਨੇ ਬਾਅਦ ਸੁਣਿਆ ਕੋਹਲੀ ਸਾਹਿਬ ਚਲੇ ਗਏ, ਕੋਹਲੀ ਸਾਹਿਬ ਡੈਥ ਹੋ ਗਈ ਤੇ ਮੈਂ ਕਿਹਾ ਉਹ 3 ਮਹੀਨੇ ਬਾਅਦ ਵਾਈਫ ਹੀ ਚਲੀ ਗਈ। ਕੋਈ ਸਪੋਰਟ ਨਹੀਂ ਹੈਗੀ ਬੱਚਿਆਂ ਪਰ ਦੀ। ਜੀ ਤੁਸੀਂ ਦੇਖੋ ਆਪਣੇ ਬੜਾ ਹਿੰਮਤ ਕਰਕੇ ਆਪਣੀ ਪਾਠ ਪੂਜਾ 'ਚ ਧਿਆਨ ਦੇ ਕੇ ਤੁਸੀਂ ਰੱਬ 'ਤੇ ਵਿਸ਼ਵਾਸ ਰੱਖ ਕੇ ਪਹਿਲਾਂ ਤੇ ਖੜੇ ਹੋ ਗਏ। ਹੁਣ ਜਿੱਦਾਂ ਤੁਸੀਂ ਦੱਸਿਆ 2009 ਦੇ ਵਿੱਚ ਤੁਹਾਨੂੰ ਅਵਾਰਡ ਮਿਲਿਆ ਐਂਡ ਤੁਸੀਂ ਹੁਣ ਆਪਣੀ ਫਰਮ ਦੇ ਡਾਇਰੈਕਟਰ ਹੈਗੇ ਹੋ। ਜਿਹੜੀ ਦੁਨੀਆ ਤੁਹਾਨੂੰ ਛੱਡ ਗਈ ਔਰ ਨਵੀਂ ਦੁਨੀਆ ਤੁਹਾਡੇ ਨਾਲ ਕਨੈਕਟ ਹੋਈ ਹੈ, ਕਿਉਂਕਿ ਤੁਸੀਂ ਇੰਨੇ ਐਕਸਪਰਟ ਪ੍ਰੋਪਰਟੀ ਡੀਲਿੰਗ ਵਿੱਚ ਹੈਗੇ ਆ, ਉਹ ਤੁਹਾਡੇ ਨਾਲ ਐਡਵਾਈਸ ਲੈਂਦੇ ਨੇ। ਹਾਊ ਡੂ ਯੂ ਫੀਲ ਅਬਾਊਟ ਦੈਟ ਕਿ ਜਦੋਂ ਦੁਨੀਆ ਵਾਪਸ ਆ ਗਈ ਹੈ ਕਿ ਤੁਹਾਨੂੰ ਫੀਲ ਹੁੰਦਾ ਕਿ ਮੈਨੂੰ ਯੂਜ਼ ਕਰ ਰਹੇ ਨੇ ਕਿ ਤੁਸੀਂ ਨਹੀਂ ਦੇਖੋ ਮੈਂ ਮੈਨੂੰ ਜਿਸ ਦੇ ਬਾਬੇ ਨੇ ਦੁੱਖ ਵਿੱਚ ਦੇਖੋ ਜੋ ਕਹਿੰਦੇ ਹੋਏ ਨਿਰਾਸ਼ ਨਾਮ ਜਪਦੇ ਹੁਣ ਅਸੀਂ ਕਿਵੇਂ ਜਤੇ ਵਾਹਿ ਇਸ ਤਰ੍ਹਾਂ ਉੱਚਾ ਕਰਨ ਨਾਲ ਕੁਝ ਨਹੀਂ ਅੰਦਰ ਜਾਣਾ। ਅੰਦਰ ਜਾਏਗਾ ਜਦੋਂ ਤੁਸੀਂ ਦੁੱਖ ਹੋਏ ਨਿਰਾਸ਼ ਜਮਾਵੋ। ਜਦੋਂ ਦੁੱਖ ਵਿੱਚ ਤੁਸੀਂ ਜਪਦੇ ਹੋ ਤੁਹਾਡੇ ਅੰਦਰ ਜਮਾ ਹੋ ਜਾਂਦਾ ਹੈ ਵਾਹਿਗੁਰੂ ਦਾ ਨਾਮ, ਤੁਹਾਡੇ ਅੰਦਰ ਹੱਡੀਆਂ ਦੇ ਵਿੱਚ ਬਿਲਕੁਲ। ਤੇ ਉਹ ਹੁਣ ਮੈਨੂੰ ਤੇ ਕੋਈ ਨਾ ਮੈਨੂੰ ਰਿਗਰੈਟ ਜੇ, ਮੈਨੂੰ ਫਿਰ ਇਹ ਥੋੜੀ ਅਵੇਅਰਨੈਸ ਆ ਗਈ ਕਿ ਮੈਨੂੰ ਹੁਣ ਇਹ ਹੈਗਾ ਕਿ ਇਹ ਅਵੇਅਰਨੈਸ ਅਸੀਂ ਲਿਆਣੀ ਹੈ, ਆਵਾਜ਼ ਉਠਾਉਣੀ ਹੈ। ਜਿਹੜੀਆਂ ਭੈਣਾਂ ਨਾਲ ਇਹ ਚੀਜ਼ਾਂ ਹੋ ਰਹੀਆਂ, ਸਿੰਗਲ ਵੂਮੈਨ ਚਲੋ ਵੀਡੀਓ ਹੋਈਆਂ ਜਾਂ ਦੂਸਰੀਆਂ ਚਲੋ ਤੇ ਮੈਂ ਕੱਪੜੇ ਕੁਪੜੇ ਮੈਂ ਉਹਨਾਂ ਨੂੰ ਕੋਈ ਤੁਸੀਂ ਆਪਣੀ ਡਰੈਸ ਸੈਂਸ ਚੇਂਜ ਨਹੀਂ ਕਰਨੀ, ਕੋਈ ਕਲਰ ਜੋ ਆਪਣਾ ਬਿਲਕੁਲ ਚੇਂਜ ਨਾ ਕਰੋ ਔਰ ਆਪਣੀ ਜ਼ਿੰਦਗੀ ਆਪ ਜੀਓ। ਮੈਨੂੰ ਪਤਾ ਕਿ ਮੈਂ ਤੁਸੀਂ ਲੱਗ ਗਏ ਵੈਸੇ ਅੱਛਾ ਕੀਤਾ, ਟਾਈਮ ਬੜੀ ਫਾਸਟ ਜਾ ਰਿਹਾ। ਬੜੀਆਂ ਭੈਣਾਂ ਹੈਗੀਆਂ ਕਿ ਜੋ ਆਪਣੀ ਹਿੰਮਤ ਛੱਡ ਜਾਂਦੀਆਂ ਨੇ, ਰਿਸ਼ਤੇਦਾਰ ਛੱਡ ਗਏ, ਯਾਰ ਤੋਂ ਛੱਡ ਗਏ, ਬੰਦਾ ਹੋਰ ਵੀ ਥੱਲੇ ਡਿੱਗ ਜਾਂਦਾ ਇੱਕਦਮ। ਪਲੀਜ਼ ਤੁਹਾਡੀ ਇੰਨੀ ਇਨਕਰੇਜਿੰਗ ਬੜੀ ਇੰਸਪਾਇਰਿੰਗ ਸਟੋਰੀ ਸੀਗੀ। ਮੈਂ ਚਾਹਾਂਗਾ ਕਿ ਜਿਹੜੀਆਂ ਭੈਣਾਂ ਆਪਣੀਆਂ ਜੋ ਵੀ ਇਕੱਲੀਆਂ ਭੈਣਾਂ ਦੀ, ਕਈ ਬਜ਼ਾਰੇ ਬਜ਼ੁਰਗ ਵੀ ਇਕੱਲੇ ਰਹਿ ਗਏ ਨੇ, ਉਹਨਾਂ ਦੀ ਹਸਬੈਂਡ ਵਾਈਫ ਦੀ ਡੈਥ ਹੋ ਗਈ ਜਾਂ ਵਾਈਫ ਦੇ ਹਸਬੈਂਡ ਡੈਥ ਹੋ ਗਈ, ਤੁਸੀਂ ਉਹਨਾਂ ਨੂੰ ਕੁਛ ਨਾ ਵੂਮਨ ਪਾਵਰ ਦਾ ਕੁਛ ਵਰਡ ਦੱਸੋ। ਨਹੀਂ ਉਹੀ ਹੈਗਾ ਕਿ ਜਦੋਂ ਹੁਣ ਦੇਖੋ ਤੁਸੀਂ ਮੇਰੇ 'ਚ ਕੋਈ ਬਿਟਨੈਸ ਨਹੀਂ, ਮੇਰੇ ਨਾਲ ਤਾਂ ਵਾਹਿਗੁਰੂ ਚੱਲਦਾ ਪਿਆ ਔਰ ਬਿਲਕੁਲ ਮੈਨੂੰ ਆਪਣਾ ਕਿਉਂਕਿ ਦੇਖੋ ਜਦ ਤੁਹਾਡੇ ਨਾਲ ਵਾਹਿਗੁਰੂ ਹੈ ਤਾਂ ਤੁਹਾਨੂੰ ਕੋਈ ਬਿਟਰਨੈਸ ਕੋਈ ਰਿਗਰੈਟ ਨਹੀਂ ਹੈਗਾ। ਹਾਂ ਅਵੇਅਰਨੈਸ ਮੈਂ ਥੋੜ੍ਹੀ ਜਿਹੀ ਲਿਆਈ ਤੇ ਮੇਰੇ ਨਾਲ ਰਿਲੇਟ ਕੀਤੀਆਂ ਭੈਣਾਂ ਫੋਨਿੰਗ 'ਤੇ ਵੀ ਕਹਿੰਦੇ ਇੰਨਾ ਵਿਚਾਰੇ ਰੋਂਦੀਆਂ ਸਨ ਕਿ ਵਾਕਈ ਕਿ ਕੋਈ ਨਹੀਂ ਪੁੱਛਦਾ ਕੀ ਕਰੀਏ ਹੈ। ਤੇ ਇਹੀ ਮੈਸੇਜ ਹੈਗਾ ਕਿ ਕਿਸੇ ਨੇ ਨਹੀਂ ਪੁੱਛਣਾ, ਪਤਾ ਨਹੀਂ ਕੀ ਗੱਲ ਹੈ, ਘਬਰਾਉਂਦੇ ਹੈ ਜਾਂ ਪਤਾ ਨਹੀਂ ਉਹ ਜਾਂ ਉਹਨਾਂ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਤੁਹਾਡੇ ਦੁੱਖ ਨੂੰ ਕਿ ਕੁਝ ਮੰਗਣਾ ਲਵੇ ਸਾਡੇ ਕੋਲ ਨਹੀਂ। ਵੈਸੇ ਦੇ ਡੋਂਟ ਇਵਨ ਫੀਲ, ਦੇਖੋ ਤੁਹਾਡੇ ਅੰਦਰ ਚੱਲ ਰਿਹਾ ਨਾ, ਇਹ ਦੁੱਖ ਅੰਦਰ ਹੈ। ਉਹਨਾਂ ਨੂੰ ਲੱਗਦਾ ਵੀ ਠੀਕ ਹੈਗੀ ਹੈ, ਖਾਂਦੀ ਪੀਂਦੀ ਹੈ, ਇਹ ਜਾਂਦੀ ਉੱਥੇ ਦੇਖੀ ਸੀ ਉੱਥੇ ਦੇਖ ਠੀਕ ਹੈ, ਦੁੱਖ ਦਿਖਾਈ ਦਿਖਾਈ ਨਹੀਂ ਦਿੰਦਾ ਔਰ ਮਹਿਸੂਸ ਵੀ ਨਹੀਂ ਕਰ ਸਕਦੇ। ਤੇ ਉਹ ਚੀਜ਼ ਤੁਸੀਂ ਤੁਹਾਡੇ ਅੰਦਰ ਹੈਗੀ ਹੈ, ਤੁਸੀਂ ਆਪੇ ਹਿੰਮਤ ਕਰਨੀ ਹੈ। ਮੈਂ ਕਹਿੰਦਾ ਹੁਣ ਉਹ ਸੋਚੋ ਕਿ ਉਹ ਆ ਕੇ ਤੁਹਾਨੂੰ ਹਿੰਮਤ ਦੇਣ, ਕਿਸੇ ਨੇ ਨਹੀਂ ਆਉਣਾ। ਇਹ ਤੁਸੀਂ ਹਿੰਮਤ ਆਪ ਕਰਨੀ ਹੈ ਤੇ ਆਪੇ ਜਾਓ ਜਿੱਥੇ ਤੁਸੀਂ ਯੂ ਫੀਲ ਕਿ ਬਈ ਤੁਸੀਂ ਆਪੇ ਐਫਰਟ ਕਰੋ। ਹੁਣ ਅਵੇਅਰਨੈਸ ਮੈਨੂੰ ਬੜੀ ਖੁਸ਼ੀ ਹੈ, ਮੈਂ ਪਿਛਲੇ 5 ਸਾਲ ਤੋਂ 2017-16 ਤੋਂ ਮੈਂ ਇਹ ਆਵਾਜ਼ ਉਠਾਈ ਹੈ ਔਰ ਮੈਂ ਆਪੇ ਹੀ ਅਫੈਕਟ ਦੇਖਦੀ ਪਈ ਹਾਂ ਕਿ ਭੈਣਾਂ 'ਚ ਬਹੁਤ ਫਰਕ ਆਇਆ ਹੈ। ਹੁਣ ਸਾਰੀਆਂ ਹੁਣ ਦੇਖੋ ਮੈਂ ਤੇ ਯੰਗ ਸੀ, ਮੇਰੇ ਤੋਂ ਸਾਰੀਆਂ ਉਮਰ ਦੇ ਵੀ ਸੀ, ਹੁਣ ਕਾਫੀ ਸਾਰੀਆਂ ਮੋਸਟਲੀ ਵੀ ਜੀ ਇਹ ਵੀ ਦੇਖਿਆ ਜਾਂਦਾ ਹੈ ਕਿ ਆਦਮੀ ਪਹਿਲਾਂ ਜਾਂਦੇ ਆ ਲੇਡੀ। ਹਾਂ ਪਤਾ ਨਹੀਂ ਕਿ ਹੁਣ ਉਹਦੇ 'ਚ ਕਹੋ ਕਿ ਜੈਨੇਟਿਕ ਹੈ, ਨੋ ਇਟਸ ਨਾਟ ਜੈਨੇਟਿਕ ਕਿ ਲੇਡੀਜ਼ ਆਰ ਮੈਂਟ ਟੂ ਲਿਵ ਲੌਂਗਰ। ਨੋ ਮੇਰੇ ਖਿਆਲ 'ਚ ਹੈਗਾ ਕਿ ਲੇਡੀਜ਼ ਜਿਹੜੀਆਂ ਅਸੀਂ ਹੈਗੀਆਂ, ਅਸੀਂ ਸਪੋਰਟ ਸਿਸਟਮ ਰੱਖਦੇ ਹਾਂ, ਗੱਲ ਕਰ ਲਈਦਾ, ਰੋ ਲਈਦਾ, ਸਹੇਲੀਆਂ ਮਿਲਦੀਆਂ, ਆਦਮੀ ਨਹੀਂ ਕਰਦੇ ਆਪਣਾ। ਅੱਛਾ ਦੂਜਾ ਆਦਮੀ ਕਿਵੇਂ ਡਰਿੰਕ ਦਾ ਸਹਾਰਾ ਲੈਂਦੇ, ਲੇਡੀਜ਼ ਉਹ ਨਹੀਂ ਕਰਦੀਆਂ ਤੇ ਉਸ ਕਰਕੇ ਮੇਬੀ ਤੇ ਇਹ ਸਾਰੀਆਂ ਸਾਡੀ ਕਿੰਨੀਆਂ ਹੀ ਕੋਰਡਨ ਲੇਡੀਜ਼ ਹੈਗੀਆਂ, ਆਦਮੀਆਂ ਦੀ ਸੇਵਾ ਵੀ ਕੀਤੀ, ਕਿੰਨੇ ਆਦਮੀ ਵੀਲ ਚੇਅਰ 'ਤੇ ਵੀ ਗਏ, ਉਹਨਾਂ ਨੇ ਸਾਰੀ ਸੇਵਾ ਕਰਨ ਤੋਂ ਬਾਵਜੂਦ ਵੀ ਉਹ ਚਲੇ ਗਏ ਹੈ। ਉਮਰ ਦੀਆਂ ਹੋ ਚੁੱਕੀਆਂ ਬਿਟਵੀਨ 70 and 80 ਚ ਹੈਗੀਆਂ, ਪਰ ਦੇ ਆਰ 올 ਲਿਵਿੰਗ ਵੈਲ ਔਰ ਸਪੋਰਟ ਸਿਸਟਮ ਬਣਾਉਂਦੀਆਂ, ਇਕੱਠੀਆਂ ਜਾਂਦੀਆਂ, ਹੌਲੀਡੇ ਚਲੇ ਗਏ, ਇੱਧਰ ਚਲੇ ਗਏ। ਮੈਂ ਹੋਰ ਵੀ ਇਹ ਅਵੇਅਰਨੈਸ ਸੀ ਕਿ ਕੋ ਬੰਦਾ ਚਲਾ ਗਿਆ ਠੀਕ ਹੈ, ਤੁਹਾਡਾ ਨੁਕਸਾਨ ਬਹੁਤ ਜ਼ਿਆਦਾ, ਪਰ ਇਹ ਹੈਗਾ ਕਿ ਇਹ ਤੁਸੀਂ ਅੱਜ ਕੱਲ੍ਹ ਦੀ ਮਾਡਰਨ ਅਸੀਂ ਹੈਗੀਆਂ ਵਾ, ਹਰ ਚੀਜ਼ ਦੀ ਹਿੰਮਤ ਕਰਦੀਆਂ। ਇਹ ਹਿੰਮਤ ਵੀ ਤੁਹਾਨੂੰ ਹਾਂ ਪਹਿਲਾਂ ਅਵੇਅਰਨੈਸ ਨਹੀਂ ਸੀ,
ਤੇ ਸੁਣ ਲਓ ਤੇ ਮੈਨੂੰ ਨਾਲ ਹੋਇਆ ਤੇ ਮੈਂ ਜਾਵਾਂਗੀ, ਮੈਂ ਕੱਪੜੇ ਪਾਵਾਂ। ਕੱਪੜਿਆਂ 'ਚ ਕੁਝ ਨਹੀਂ ਹੈਗਾ, ਕਿਸੇ ਨੇ ਨਹੀਂ। ਜਿਹੜੀਆਂ ਦੇਖੋ ਵੀਰ ਜੀ ਡਿਵੋਰਸ ਕਰ ਦਿੰਦੀਆਂ ਔਰਤਾਂ, ਆਦਮੀਆਂ ਨੂੰ ਛੱਡ ਆਉਂਦੀਆਂ, ਉਹ ਤੇ ਕੱਪੜੇ ਫਸਟ ਕਲਾਸ ਪਰ ਪਾਉਂਦੀਆਂ। ਭੈਣ ਜੀ ਆਪਣੇ ਲੋਕ ਇੱਕ ਬੰਦੇ ਦਾ ਉਹਦਾ ਥੱਲੇ ਡਿੱਗਿਆ ਹੁੰਦਾ ਕਿਉਂਕਿ ਹਸਬੈਂਡ ਲੂਜ਼ ਹੋ ਗਿਆ ਜਾਂ ਵਾਈਫ ਲੂਜ਼ ਹੋ ਗਈ, ਅਗਰ ਜੇ ਤੁਸੀਂ ਥੋੜ੍ਹੇ ਜਿਹੇ ਕੱਪੜੇ ਅੱਛੇ ਪਾ ਲਵੋ ਉਹ ਲੋਕੀ ਗੱਲਾਂ ਕਰ ਨਹੀਂ ਲੈਂਦੇ ਨਹੀਂ, ਇਹ ਚੀਜ਼ ਗਲਤ ਹੈ। ਇਹ ਲੋਕਾਂ ਦੀ ਇਹ ਦੇਖੋ, ਲੋਕਾਂ ਨੇ ਆ ਕੇ ਤੁਹਾਡੀ ਮਦਦ ਨਹੀਂ ਕੀਤੀ ਹੈ ਤੇ ਬਿਲਕੁਲ, ਹਾਂ। ਇਹ ਹੁਣ ਤੁਸੀਂ ਆਪਣੀ ਮਦਦ ਆਪ ਕਰਨੀ ਹੈ। ਕੱਪੜਿਆਂ ਵਿੱਚ ਕੁਝ ਨਹੀਂ ਹੈਗਾ, ਤੁਸੀਂ ਆਪਣੇ ਆਪ। ਹੁਣ ਮੇਰੀ ਨੀਸ ਨੇ ਪਤਾ ਕੀ ਕੀਤਾ, ਇੰਨੀ 15 ਫੁੱਟ ਫੋਟੋ ਲੰਬੀ ਆਪਣੇ ਹਸਬੈਂਡ ਦੀ ਦੀਵਾਰ ਤੇ ਲਗਾ ਲਈ। ਕਿਆ ਮੈਂ ਬਾਤ ਕਿਹਾ ਹੈ, very ਬਬਲੀ, ਮੈਂ ਕਿਹਾ ਵਾਟ ਯੂ ਡੂਇੰਗ, ਦਿਸ ਇਜ਼ ਨੋਟ ਗੋਇੰਗ ਟੂ ਹੈਲਪ ਯੂ ਕਮਿੰਗ ਐਂਡ ਸੀ। ਬੱਚੇ ਵੀ ਆਣਗੇ ਇੰਨੀ ਦੀਵਾਰ ਦੇ ਉੱਤੇ। ਮੈਂ ਕਿਹਾ ਉਹ ਤੇ ਤੁਹਾਡੇ ਦਿਲ ਵਿੱਚ ਹੈਗਾ, ਕਿਆ ਬਾਤ। ਦਿਲ ਵਿੱਚ ਉਹਨੂੰ ਤੁਸੀਂ ਡੀਲ ਕਰਨਾ ਹੈ। ਇੱਥੇ ਇੱਧਰ ਤੁਸੀਂ ਮੈਂ ਤੁਸੀਂ ਮੰਨੋਗੇ, ਜਦੋਂ ਮੇਰੇ ਹਸਬੈਂਡ ਡੈਥ ਹੋਈ, ਮੈਂ ਸਾਰੇ, ਮੇਰੇ ਕੋਲ ਇੱਕ ਟੈਨੈਂਟ ਸੀਗਾ, ਚੈਰਿਟੀ ਸ਼ਾਪ ਸੀਗੀ, ਮੈਂ ਸਾਰੇ ਉਹਨਾਂ ਦੇ ਕੱਪੜੇ ਵੈਨ ਭਰ ਕੇ ਆਈ ਗੇਵ ਇਟ ਟੂ ਦਮ। ਇੱਕ ਤੇ ਦਾਨ ਪੁੰਨ ਨਾਲ ਹੈ, ਸਾਰੇ ਉਹਨੇ ਇੰਨੇ ਡਿਜ਼ਾਈਨਰ ਕਲੋਥਸ, ਜੈਕਟਸ, ਇਹ ਉਹ ਸਭ ਉਹਨੂੰ ਦਿੱਤੀਆਂ। ਜੂਲਰੀ ਸੀਗੀ ਇਹਨਾਂ ਦੀ, ਘੜੀਆਂ ਤੇ ਰਿੰਗਸ ਵਗੈਰਾ, ਸਾਰੇ ਮੇਰੇ ਰਿਸ਼ਤੇਦਾਰ ਆਏ। ਮੈਂ ਕਿ ਜਿਹਨੂੰ ਜਿਹੜੀ ਚੀਜ਼ ਪਸੰਦ ਹੈ ਲੈ ਭੈਣ ਜੀ ਲਓ। ਮੈਨੂੰ ਥੋੜੀ ਗੱਲ ਸਮਝਾਓ, ਬਹੁਤ ਇੰਟਰਸਟਿੰਗ ਹੈ ਪਲੀਜ਼ ਰੀਅਲੀ। ਮੈਂ ਤਾਂ ਚਾਹੁੰਦਾ ਕਿ ਕੜੀ ਥੋੜੀ ਰੁਕ ਜਾਵੇ, ਮੈਂ ਤੁਹਾਨੂੰ ਸਵਾਲ ਪੁੱਛਾਂ ਹੋਰ। ਇਹ ਨਹੀਂ ਹੋ ਸਕਦਾ ਇੱਦਾਂ। ਆਮ ਜਦੋਂ ਬੰਦੇ ਇੰਨੇ ਸੈਂਟੀਮੈਂਟਲ ਹੋ ਜਾਂਦੇ ਨੇ ਕਿਉਂਕਿ ਇੱਕ ਪਾਰਟਨਰ ਨੂੰ ਲੂਜ਼ ਕੀਤਾ, ਇਹ ਬੜੀ ਪ੍ਰੈਸ਼ੀਅਸ ਹੈ, ਮੈਂ ਉਹਦੀ ਯਾਦਦਾਸ਼ਤ ਰੱਖਣੀ ਹੈ, ਮੈਂ ਇਹ ਰੱਖਣਾ, ਇਹ ਤੇ ਤੁਸੀਂ ਸਾਰੀ ਉਮਰ ਜੋੜ ਕੇ ਰੱਖਦੇ ਹੋ ਚੀਜ਼ ਨੂੰ, ਉਹ ਗਮ ਚੋਂ ਨਿਕਲਦੇ ਨਹੀਂ ਬਾਹਰ। ਨਹੀਂ ਨਹੀਂ, ਦੇਖੋ ਬੰਦਾ ਚਲਾ ਗਿਆ। ਤੁਸੀਂ ਬੜੇ ਸਟਰੋਂਗ ਨਿਕਲੇ ਹੋ, ਵੈਰੀ ਸਟਰੋਂਗ। ਨਹੀਂ ਨਹੀਂ, ਦੇਖੋ ਬੰਦਾ ਚਲਾ ਗਿਆ ਹੈ, ਜਿਹੜਾ ਤੁਹਾਡੇ ਇੱਥੇ ਵਸਦਾ ਪਿਆ ਅੱਜ ਦੀ ਡੇਟ ਵਿੱਚ ਹੀ ਇਜ਼ ਵਿਦ ਮੀ। ਕਿਆ ਬਾਤ ਹੈ। ਅੱਛਾ, ਉਹ ਤੇ ਚੀਜ਼ ਤੁਸੀਂ ਕਰੋਗੇ। ਇਹਨਾਂ ਚੀਜ਼ਾਂ 'ਚ ਕੀ ਹੈ, ਰਿੰਗਾਂ 'ਚ ਕੀ ਹੈ ਤੇ ਕੜੀਆਂ 'ਚ ਕੀ ਹੈ, ਇਹ ਤੇ ਉਹਦੇ ਨਾਂ ਦੇ ਉੱਤੇ ਤੁਸੀਂ ਦਾਨ ਪੁੰਨ ਕਰ ਦਿੱਤਾ, ਚਲੀਆਂ ਗਈਆਂ। ਉਹਨਾਂ ਨੂੰ ਮੈਂ ਕੀ, ਉਹਨਾਂ ਵਿੱਚ ਮੈਨੂੰ ਕਿੱਥੋਂ ਮਿਲਿਆ, ਉਹਨੇ ਕੜੀ ਵਿੱਚੋਂ ਕਿੱਥੋਂ ਮਿਲਿਆ, ਉਹਨਾਂ ਦੀ ਜੈਕਟ ਵਿੱਚੋਂ ਕਿੱਥੋਂ ਮੈਨੂੰ ਮਿਲਣਗੇ। ਉਹ ਤੇ ਇੱਥੇ ਵੜਿਆ ਪਿਆ ਹੈ, ਉੱਥੋਂ ਤੇ ਅਸੀਂ ਡੀਲ ਕਰਨਾ ਉਹਨੂੰ। ਤੇ ਇਹੀ ਚੀਜ਼ ਮੈਂ ਵੇਖ ਕਿ ਚੀਜ਼ਾਂ ਵਿੱਚ ਕੁਝ ਨਹੀਂ ਹੈਗਾ। ਹੁਣ ਚੀਜ਼ਾਂ ਨਾਲ ਚਿਪਕਾਂਗੇ ਉੱਥੇ ਕੁਝ ਵੀ ਨਹੀਂ ਹੋਣਾ, ਦੁੱਖ 'ਚ ਹੋਰ ਦੁੱਖ ਨਿਕਲੇਗਾ। ਯੂ ਹੈਵ ਟੂ ਜਸਟ ਕਲੀਅਰ ਦਾ ਵੇ ਇਮੋਸ਼ਨਲੀ। ਹਾਂ, ਉਹ ਤੇ ਇੱਥੇ ਹੈਗਾ, ਉੱਥੇ ਕਿੱਧਰ ਨਹੀਂ ਜਾਣਾ। ਉਹ ਤੇ ਤੁਸੀਂ ਆਪਣੇ ਯੂ ਹੈਵ ਟੂ ਡੀਲ, ਪਰ ਉਸ ਡੀਲ ਕਰਨ ਤੋਂ ਬਾਅਦ ਤੁਸੀਂ ਫਿਜ਼ੀਕਲੀ ਆਪਣੇ ਆਪ ਨੂੰ ਉਠਾਓ ਔਰ ਆਪਣਾ ਰਸਤਾ ਆਪ ਬਣਾਓ। ਭਾਅ ਜੀ ਮੈਨੂੰ ਇੱਕ ਗੱਲ ਦੱਸੋ, ਮੈਂ ਓਨੈਸਟਲੀ ਕਹਿੰਦਾ ਪਿਆ, ਮੇਰੇ ਦਿਲ ਤੇ ਹੱਥ ਰੱਖ ਕੇ, ਬੜੇ ਲੋਕਾਂ ਨੂੰ ਮਿਲਦਾ, ਬੜੀ ਜਾਣ ਪਛਾਣ ਹੈਗੀ ਹੈ। ਯੂ ਆਰ ਅ ਵੈਰੀ ਰੇਅਰ ਪਰਸਨ ਕਿ ਤੁਸੀਂ ਇੰਨੀ ਹਿੰਮਤ, ਇੰਨੀ ਸਟਰੋਂਗ ਤੁਹਾਡੀ ਥਿੰਕਿੰਗ ਹੈਗੀ ਹੈ। ਮੈਂ ਜਿਹੜੇ ਵੀ ਔਰਤਾਂ ਦੇਖਦੇ, ਮੈਂ ਰੀਅਲੀ ਕਹਿੰਦਾ ਕਿ ਉਮੀਦ ਰੱਖਦਾ ਕੁਛ ਨਾ ਕੁਛ ਤੁਸੀਂ ਉਹ ਪੱਲੇ ਉਹਨਾਂ ਦਾ ਪਏਗਾ, ਕੁਛ ਨਾ ਕੁਛ ਸਟਰੋਂਗ ਹੋਣਗੇ। ਵੀਰ ਜੀ ਮੈਂ ਖੁਦ ਦੇਖਿਆ ਹੈ, ਅਸੀਂ ਖੁਦ ਦੇਖਿਆ ਹੈ। ਮੈਂ ਕਿ ਅਵੇਅਰਨੈਸ ਮੈਂ ਤੁਹਾਨੂੰ ਦੱਸਿਆ 5 ਪਲੇਟਫਾਰਮ ਤੇ, ਚੈਨਲ ਦੇ ਉੱਤੇ ਵੀ ਬੋਲੇ ਸਾਨੂੰ ਉੱਥੇ, ਪਰ ਹੁਣ ਮੈਂ ਪਰਸਨਲੀ ਵੀ ਉਹਨਾਂ ਨੂੰ ਕਰਦੀ ਹਾਂ। ਲੈ ਕੇ ਮੈਂ ਖੁਦ ਟੈਕਸੀ ਲੈ ਜਾ ਕੇ ਉਹਨਾਂ ਨੂੰ ਰੈਸਟੋਰੈਂਟ 'ਚ ਜਾਣਾ, ਸਾਲ 6 ਮਹੀਨੇ ਉਹਨਾਂ ਨੂੰ ਜ਼ਰੂਰ ਇੱਕ ਗਰੁੱਪ ਵਿੱਚ ਲੈ ਜਾਣਾ, ਇਕੱਠੀਆਂ ਕਰਨੀਆਂ। ਦੋ ਸੀਗੀਆਂ, ਉਹ ਦੋਨਾਂ ਨੂੰ ਮਿਲਾਇਆ, ਉਸ ਤੋਂ ਬਾਅਦ ਉਹ ਦੋਨੋਂ ਸਹੇਲੀਆਂ ਬਣ ਗਈਆਂ। ਕਿੰਨਾ ਹੌਲੀਡੇ ਜਾ ਰਹੀਆਂ, ਆਮ ਹੈਪੀ, ਮਾਈ ਜੋਬ ਇਜ਼ ਡਨ। ਅਵੇਅਰਨੈਸ ਲਿਆਣੀ, ਥੋੜ੍ਹੀ ਜਿਹੀ ਸਪੋਰਟ ਦੇਣੀ, ਔਰ ਉਸ ਤੋਂ ਬਾਅਦ ਆਪਣਾ ਦੈਟ ਇਜ਼ ਮਾਈ ਪੁਸ਼ ਟੂ ਦੈਮ। ਉਹਦੇ ਨਾਲ ਮੈਨੂੰ ਵੀ ਖੁਸ਼ੀ ਆਉਂਦੀ ਹੈ। ਤੇ ਇਹ ਬਾਣੀ ਨਾਲ ਜੁੜੋ। ਗੁਰਦੁਆਰੇ 'ਚ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਲੇਡੀਜ਼ ਨੂੰ ਆਪਣਾ ਜਾਓ, ਆਪਣਾ ਕੀਰਤਨ ਕਰੋ, ਪਾਠ ਕਰੋ, ਮੀਟਿੰਗ ਕਰੋ। ਤੇ ਮਾਈ ਹਾਰਟ ਇਜ਼ ਫॉर ਥੀਸ ਵੂਮਨ ਆਲਵੇਜ਼। ਕੁਛ ਵੀ ਮੈਂ ਤੇ ਭਾਈ ਮੈਂ ਥੋੜੀ ਜਿਹੀ ਤੁਹਾਨੂੰ ਸਟੋਰੀ ਦੱਸਦਾ, ਬੜੀ ਛੋਟੀ ਜਿਹੀ ਕਰਾਂਗਾ। ਕਿਸੇ ਔਰਤ ਦੇ ਹਸਬੈਂਡ ਦੀ ਡੈਥ ਹੋ ਗਈ, ਕਾਫੀ ਸਾਲ ਹੋ ਗਏ। ਉਹਦੀ ਫੋਟੋ ਜਿੱਦਾਂ ਤੁਸੀਂ ਕਿਹਾ ਉਹਨੇ ਵੀ ਦੇਖੀ ਹੋਈ ਹੈ। ਰੋਜ਼ ਦੇਖ ਕੇ ਉਹਨੂੰ ਫੋਟੋ ਨੂੰ ਰੋਂਦੀ ਹੈ ਔਰ ਕਰਜ਼ ਕਰਦੀ ਹੈ ਕਿ ਤੂੰ ਮੈਨੂੰ ਛੱਡ ਗਿਆ, ਤੂੰ ਮੈਨੂੰ ਛੱਡ ਗਿਆ। ਇੱਥੇ ਉਹਨੂੰ ਹੁਣ ਉਹ ਲੇਡੀ ਐਕਚੁਅਲੀ ਹੁਣ ਸ਼ੀ ਇਜ਼ ਗੋਇੰਗ ਥਰੂ ਡਿਮੈਂਸ਼ੀਆ ਨਾਓ। ਯਾ ਬਿਕਾਜ਼ ਉਹੀ ਰਸਤਾ ਹੈਗਾ, ਦਿਸ ਇਜ਼ ਵੇਅਰ ਯੂ ਗੋਇੰ ਗੋ ਇਨਟੂ। ਇਹ ਤੇ ਸਾਡੇ ਤੇ ਮੈਂ ਫਿਰ ਉੱਥੇ ਗੱਲ ਫਿਰ ਮੇਰੀ ਉੱਥੇ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਤੇ। ਵੀ ਆਰ ਪ੍ਰਿਵਿਲੇਜਡ ਵੂਮਨ, ਵੀ ਆਰ ਲੱਕੀ ਵੂਮਨ। ਸਾਡੇ ਕੋਲ ਗੁਰੂ ਹੈਗਾ, ਗੁਰੂ ਗ੍ਰੰਥ ਸਾਹਿਬ ਹੈਗਾ, ਸੇਵਾ ਹੈਗੀ ਹੈ, ਉੱਥੇ ਕੀਰਤਨ ਹੈ, ਸਭ ਕੋਲ ਸਭ। ਉੱਥੋਂ ਸਾਨੂੰ ਪੂਰੀ ਸੇਧ ਗੁਰੂ ਦੀ ਸਾਡੇ ਤੇ ਥਾਪੀ ਹੈਗੀ ਹੈ। ਗੁਰੂ ਨੇ ਇਹ ਕਿਹਾ ਕਿ ਤੁਸੀਂ ਇਹ ਗਮ ਨੂੰ, ਜਿਹੜਾ ਤੁਸੀਂ ਇਹ ਦੁੱਖ ਨੂੰ ਲੈ ਕੇ ਸੱਤੀ ਜੇ ਬਿਰਹਾ ਚੋਟ ਸਹਨ, ਇਹ ਚੋਟ ਨੂੰ ਸਹਿ ਕੇ ਤੁਸੀਂ ਮੂਵ। ਇਹ ਸਾਡਾ ਗੁਰੂ ਖੁਸ਼ ਹੈ। ਤੁਸੀਂ ਆਪਣੇ ਗੁਰੂ ਵਾਸਤੇ ਇਹ ਇੱਕ ਚੀਜ਼ ਕਰਨੀ ਹੈ ਕਿ ਅਸੀਂ ਆਪਣੇ ਆਪ ਨੂੰ ਸਟਰੋਂਗ, ਕਹਿਣਾ ਸੌਖਾ ਹੈ, ਉਹ ਕਰਨਾ ਬਹੁਤ ਔਖਾ ਹੈ। ਪਰ ਇਹਦੇ ਲਈ ਐਟਲੀਸਟ ਅਸੀਂ ਇੱਕ ਦੂਜੇ ਨੂੰ ਇੰਸਪਾਇਰ ਤੇ ਕਰ ਸਕਦੇ ਹਾਂ। ਫੋਟੋਆਂ ਨੇ ਕੁਛ, ਮੈਨੂੰ ਪਹਿਲੀ ਚੀਜ਼ ਪੂਰੀ ਦੀਵਾਰ ਦੇ ਉੱਤੇ ਆਪਣੇ ਹਸਬੈਂਡ ਦੀ, ਮੈਂ ਕਿਹਾ ਕੀ ਕਰਦੀ ਪਈ, ਬੱਚੇ ਵੀ ਨੋ, ਕੋਈ ਆਪਣਾ ਠੀਕ ਹੈਗਾ ਚੀਜ਼, ਕੋਈ ਵੀ ਚੀਜ਼ ਇੱਥੇ ਬੈਠਾ ਹੈ, ਇਹਦੇ ਨਾਲ ਡੀਲ ਕਰ ਲਓ।
ਔਰ ਉਹ ਤੁਹਾਡੇ ਨਾਲ ਹੀ ਹੈ, ਆਈ ਸੀ ਹਿਮ ਆਲ ਦ ਟਾਈਮ। ਮੈਂ ਉਹਦੀ ਮੈਨੂੰ ਕੋਈ ਫਰਕ ਲੱਗਦਾ ਹੀ ਨਹੀਂ ਕਿ ਚਲੇ ਗਿਆ ਯਾਨੀ ਆਮ ਲਿਵਿੰਗ ਹਿਜ਼ ਲਾਈਫ। ਪਰ ਭੈਣ ਜੀ ਕੋਈ ਤੇ ਟਾਈਮ ਹੋਏਗਾ ਜਦੋਂ ਯੂ ਵਿਲ ਫੀਲਿੰਗ ਲੋ ਆਫ ਦ ਲੋਐਸਟ ਕਿ ਮੈਨੂੰ ਬਿਲਕੁਲ ਮੈਂ ਹੁਣ ਵਾਪਸ ਪੁੱਲ ਕਰਨਾ ਪਿਆ ਕਿ ਤੁਸੀਂ ਚੱਲਦੇ ਗਏ। ਟੂ ਮੀ ਯੂ نو ਮਾਈ ਕੇਸ ਇਜ਼ ਬਿਕਾਜ਼ ਸੀ ਲੰਬੀ ਬਿਮਾਰੀ ਦੇਖੀ ਹੈ ਨਾ, ਹੁਣ ਤਾਂ ਮੈਨੂੰ ਡਾਕਟਰ ਕਹਿ ਰਿਹਾ ਕਿ 4 ਸਾਲ ਦੀ ਉਮਰ ਹੈ, ਤੇ ਆਮ ਪ੍ਰੀਪਰੇਸ਼ਨ ਟਾਈਮ ਤੇ ਮੈਂਟਲੀ ਆਮ ਗੈਟਿੰਗ ਪ੍ਰੀਪੇਅਰਡ ਨਾ। ਹਾਂ, ਤੇ ਉਹ ਥੋੜਾ ਜਿਹਾ ਹੈਲਪ ਸਡਨ ਡੈਥ ਤੁਸੀਂ ਸ਼ਾਇਦ ਨਾ ਆਸਾਨ ਹੋਵੇ, ਪਰ ਫਿਰ ਵੀ ਇਹ ਹੈਗਾ ਕਿ ਮਾਈ ਮੈਸੇਜ ਟੂ ਦੈਮ ਕਿ ਵੀ ਤੁਸੀਂ ਉੱਠੋ, ਨਹੀਂ ਬਿਮਾਰੀ ਲੱਗ ਗਈ ਕੌਣ ਦੇਖੇਗਾ ਹੈ। ਹੁਣ ਇਹ ਫੋਟੋਆਂ 'ਚ ਕੀ ਨਿਕਲੇਗਾ, ਕਮੀਜ਼ਾਂ 'ਚ ਕੀ ਨਿਕਲੇਗਾ, ਘੜੀਆਂ ਦੇਖੀ ਜਾਓਗੇ ਨਾ ਜੋ ਪਾਉਂਦੇ ਸੀ, ਇਹਨਾਂ 'ਚ ਤਾਂ ਕੁਝ ਨਹੀਂ ਨਿਕਲਣਾ। ਇਹ ਤਾਂ ਚੀਜ਼ਾਂ ਬੰਦਾ ਹੀ ਚਲਾ ਗਿਆ ਤੁਹਾਡੇ ਹੱਥੋਂ, ਤੇ ਹੋਰ ਕੀ ਕਰੋਗੇ। ਹਾਂ, ਅੰਦਰ ਜਿਹੜਾ ਵਸਿਆ ਹੈ ਜੋ ਉਹਨਾਂ ਦੀ ਉਹ ਤੇ ਅੰਦਰ ਉਹ ਤੁਸੀਂ ਡੀਲ ਸੈਪਰੇਟਲੀ ਕਰਨਾ, ਪਰ ਇਹ ਜਿਹੜਾ ਆਊਟਵਰਡ ਤੁਸੀਂ ਆਪਣਾ ਨੂੰ ਹੋਰ ਬਿਜ਼ੀ ਕਰੋ, ਹੋਰ ਟਰੈਵਲ ਕਰੋ, ਜੋ ਤੁਹਾਡੇ ਸ਼ੌਂਕ ਹੈਗੇ ਆਪਣੇ ਕੀਪ ਮੂਵਿੰਗ, ਕੀਪ ਗੋਇੰਗ, ਐਕਟਿਵ ਹੋ ਜਾਓ, ਕੋਈ ਹੌਬੀਜ਼ ਅਡੋਪਟ ਕਰ, ਵਟ ਐਵਰ ਯੂ ਲਾਈਕ। ਔਰ ਕਰਦੀਆਂ ਪਈਆਂ ਲੇਡੀਜ਼, ਅਵੇਅਰਨੈਸ ਇਜ਼ ਦੇਅਰ। ਆਮ ਵੈਰੀ ਹੈਪੀ ਕਿਉਂਕਿ ਅਸੀਂ ਹੁਣ ਤੱਕਦੇ ਪਏ ਕਿੰਨੀਆਂ ਸਾਡੀਆਂ ਲੇਡੀਜ਼, ਮੈਂ ਵੀ 25-30 ਤੇ ਬਹੁਤ ਇੰਟਰਸਟਿੰਗ ਹੈ। ਜਿੱਦਾਂ ਤੁਸੀਂ ਕਹਿੰਦੇ ਕਹਿਣਾ ਬੜਾ ਆਸਾਨ ਹੈ, ਕਰਨਾ ਮੁਸ਼ਕਿਲ ਹੈ। ਹੁਣ ਘਰ ਦੇ ਵਿੱਚ ਦੀਵਾਰਾਂ 'ਚ ਫੋਟੋ ਰੱਖੀ ਹੈ, ਯਾਦਦਾਸ਼ਤ ਰੱਖੀ ਹੋਈ ਹੈ, ਰੋਜ਼ ਰੱਖੀ ਹੋਈ ਹੈ, ਉਹ ਜੇ ਦਿਲ 'ਚ ਹੈਗਾ ਤੁਸੀਂ ਦੈਟਸ ਮੋਰ ਦੈਨ ਇਨਫ। ਲੇਕਿਨ ਉਹ ਉਤਾਰਨੀਆਂ ਸੁਖਾਲਾ ਨਹੀਂ ਹੈ ਕੰਮ। ਹਾਂ, ਨਹੀਂ ਉਹ ਫਿਰ ਵਿੱਚ ਯੂ ਆਰ ਮੇਕਿੰਗ ਯੂਰ ਲਾਈਫ ਡਿਫਿਕਲਟ ਇਜ਼ਨਟ ਇਟ। ਫੋਟੋ 'ਚ ਕੁਝ ਨਹੀਂ ਨਿਕਲਣਾ, ਫੋਟੋ 'ਚ ਆ ਜਾਣਗੇ। ਹਾਂ, ਫੋਟੋ ਹੈਗਾ ਉਹਨਾਂ ਦੀਆਂ ਯਾਦਾਂ ਨੂੰ ਬਿਲਕੁਲ ਹਟਾ ਦਿਓ। ਆਪਣੀ ਹੁਣ ਤੁਸੀਂ ਰਸਤਾ ਸਾਫ਼ ਕਰਕੇ ਆਪਣੇ ਵਾਸਤੇ ਰਸਤਾ ਬਣਾਉਣਾ, ਤੁਸੀਂ ਆਪਣੀ ਲਾਈਫ ਕੱਢਣੀ ਹੈ ਨਾ। ਤੁਸੀਂ ਰਸਤਾ ਬਲੌਕ ਕੀਤਾ ਹੋ ਨਾ ਉਹਦੇ ਨਾਲ। ਹਾਂ, ਤੇ ਉਹ ਆਪਣਾ ਰਸਤਾ ਤੁਸੀਂ ਸਾਫ਼ ਕਰਕੇ ਆਪਣਾ ਜੋ ਤੁਹਾਡੀ ਹੌਬੀਜ਼ ਹੈ, ਜੋ ਤੁਹਾਡਾ ਦਿਲ ਕਰਦਾ ਹੈ, ਹਾਂ, ਕੋਈ ਰੀਮੈਰੀ ਕਰਨਾ ਚਾਹੁੰਦਾ ਹੈ, ਕੋਈ ਆਪਣਾ ਜੋ ਤੁਹਾਡਾ ਦਿਲ ਕਰ ਰਿਹਾ ਤੁਸੀਂ ਕਰੋ। ਗੁਰੂ ਨੇ ਤੁਹਾਨੂੰ ਥੋੜ੍ਹੀ ਮਨਾ ਕੀਤਾ ਹੈ, ਕੋਈ ਰਿਸਟ੍ਰਿਕਸ਼ਨ ਤੁਸੀਂ ਕੁਝ ਉਹਨਾਂ ਦੇ। ਹਾਂ, ਐਜ਼ ਲੌਂਗ ਕਿ ਤੁਸੀਂ ਯੂ ਆਰ ਨਾਟ ਕਾਜ਼ ਆਫ ਹਿਸ ਡੈਥ, ਤੁਸੀਂ ਉਹਨਾਂ ਨੂੰ ਕੋਈ ਦੁਖੀ ਨਹੀਂ ਕੀਤਾ, ਤੁਸੀਂ ਆਪਣੇ ਫਰਜ਼ ਪੂਰੇ ਕੀਤੇ ਹੈ, ਉਹਨਾਂ ਨਾਲ ਅੱਛੀ ਜ਼ਿੰਦਗੀ ਕੱਟੀ ਹੈ, ਉਹਨਾਂ ਦੀ ਸੇਵਾ ਲੋੜ ਪਈ ਹੈ ਤੁਸੀਂ ਕੀਤੀ ਹੈ, ਤੁਸੀਂ ਸੁਰਖਰੂ ਹੋ। ਤਾਂ ਵਾਹਿਗੁਰੂ ਤੇ ਤੁਹਾਡੀ ਥਾਪੀ ਹੈਗੀ ਹੈ, ਤਾਂ ਯੂ ਮੂਵ ਔਨ, ਯੂ ਮੇਕ ਯੂਰ। ਹੁਣ ਤੁਹਾਡੀ ਜ਼ਿੰਦਗੀ ਅਸੀਂ ਆਪਣੀ ਜ਼ਿੰਦਗੀ ਖਤਮ ਤਾਂ ਨਹੀਂ ਕਰ ਸਕਦੇ, ਯੂ ਗੋਟ ਟੂ ਲਿਵ ਯੂਰ ਲਾਈਫ। ਤੇ ਉਹ ਤੁਸੀਂ ਆਪਣਾ ਕਰੋ, ਸੇਵਾ ਪਾਸੇ ਲੱਗ ਜਾਓ, ਜੋ ਵੀ ਹੈਗਾ। ਹੁਣ ਇਕੱਠੀਆਂ ਜਾਂਦੀਆਂ ਹਨ, ਹੱਸਦੀਆਂ ਖੇਡਦੀਆਂ ਖਾਂਦੀਆਂ। ਇਹ ਅਵੇਅਰਨੈਸ ਅਸੀਂ 5-6 ਸਾਲਾਂ ਤੋਂ ਪਿੱਛੇ ਐਂਡ ਵੀ ਸੀ ਦ ਡਿਫਰੈਂਸ। ਅਵੇਅਰਨੈਸ ਇਜ਼ ਦੇਅਰ। ਇੱਕ ਸਮਝਾਉਣ ਦੀ ਗੱਲ ਹੈ ਨਾ। ਹੁਣ ਪਹਿਲਾਂ ਖੜਦਾ ਨਹੀਂ ਵੀਡੀਓ, ਨਹੀਂ ਇਹਨੇ ਕੱਪੜੇ ਨਹੀਂ ਪਾਉਣੇ ਚਿੱਟੇ, ਬਾਹਰ ਨਹੀਂ ਜਾਣਾ, ਨਹੀਂ ਕਿਸੇ ਪਾਰਟੀ 'ਚ ਨਹੀਂ ਜਾਣਾ, ਨਹੀਂ ਇਹ ਚੀਜ਼ਾਂ ਗਲਤ ਹੈ। ਇਹ ਚੀਜ਼ਾਂ ਜਿਹੜੀ ਡਿਵੋਰਸ ਕਰਦੇ ਪਿਓ ਦੋ ਮੀਆਂ ਬੀਬੀ ਲੜ ਕੇ, ਉਹ ਪਾ ਸਕਦੀਆਂ, ਉਹ ਖਾ ਸਕਦੀਆਂ, ਜਾ ਸਕਦੀਆਂ ਦੁਬਾਰਾ। ਅਸੀਂ ਕੀ ਕੀਤਾ? ਅਸੀਂ ਤਾਂ ਆਪਣੀ ਲਾਈਫ, ਆਪਣਾ ਜੋ ਫਰਜ਼ ਸਾਨੂੰ ਆਇਆ ਅਸੀਂ ਕੀਤਾ। ਸਾਡੇ ਤੇ ਗੁਰੂ ਦੀ ਥਾਪੀ ਹੈ, ਉਹ ਤੁਸੀਂ ਖੁਦ ਕਰਦੇ ਹੋ, ਇਹ ਤਾਂ ਰੱਬ ਵੱਲੋਂ ਹੋਇਆ। ਹਾਂ, ਉਹ ਤੇ ਉਹਨਾਂ ਨੂੰ ਹੱਕ ਹੈ ਸਭ ਕੁਝ ਖਾਣ ਦਾ, ਪਾਣ ਦਾ। ਤੇ ਸਾਡਾ ਤੇ ਕੀ ਹੋਇਆ? ਉਹ ਤੇ ਚਲੇ ਗਿਆ ਆਪਣੀ ਲਾਈਫ ਚੱਲ ਕੇ, ਕੁਦਰਤ ਦੀ ਤਰਫੋਂ ਜੋ ਹੋ ਰਿਹਾ ਹੋਇਆ, ਤੇ ਅੱਗੋਂ ਅਸੀਂ ਲਾਈਫ ਕੱਢਣੀ। ਤੁਹਾਨੂੰ ਕੋਈ ਕੱਪੜਾ ਪਾਣ ਦੀ, ਇਸ ਚੀਜ਼ ਨੂੰ ਮੈਂ ਬਿਲਕੁਲ ਕੰਡੈਮ ਕਰਦੀ ਹਾਂ ਕਿ ਪਾਣ ਲਾਣ ਦੀ ਕਲਰ ਕੁਛ ਨਹੀਂ ਬਦਲਿਆ। ਹੀ ਇਜ਼ ਗੋਨ, ਯੂ ਆਰ ਦੇਅਰ, ਯੂ ਲਿਵ ਯੂਰ ਲਾਈਫ ਦ ਵੇ ਯੂ ਵਾਂਟ ਟੂ ਲਿਵ। ਕੀ ਬਾਤ ਹੈ ਭੈਣ ਜੀ, ਵੈਰੀ ਇਨਕਰੇਜਿੰਗ ਓਨੈਸਟਲੀ। ਜਿੰਨੀਆਂ ਲੇਡੀ ਬੈਠੀਆਂ, ਹੋਪ ਛੇਤੀ ਨਾਲ ਸਮਾਇਆ ਕਰੋ, ਜਦ 10 ਵਜੇ 10:30 ਬਹੁਤਾ ਲੇਟ ਨਹੀਂ ਹੁੰਦਾ, ਪ੍ਰੋਗਰਾਮ ਦੇਖ ਕੇ ਸਮਾਇਆ ਕਰੋ। ਦੇਖੋ ਸਾਡੀ ਭੈਣ ਆਈ ਹੈ, ਆਪਣੀ ਲਾਈਫ ਦੀ ਕੋਈ ਬਹੁਤ ਘੱਟ ਲੋਕ ਹੈ ਜਿਹੜੇ ਪਰਸਨਲ ਲਾਈਫ ਦੀ ਗੱਲ ਕਰਦੇ ਨੇ। ਮੈਂ ਉਹਦੀ ਵੀ ਇਹਨਾਂ ਨੂੰ ਦੱਸ ਦਿੰਦਾ ਕਿ ਇਹਨਾਂ ਨੇ ਓਪਨਲੀ ਆਪਣੀ ਲਾਈਫ ਦੀ ਗੱਲ ਕੀਤੀ ਹੈ ਭੈਣ ਜੀ, ਤੇ ਉਹਦੇ 'ਚ ਵੀ ਗਟ ਚਾਹੀਦੇ ਨੇ। ਹਾਂ, ਨਹੀਂ ਉਹ ਦੇਖੋ ਇਹ ਹੈਗਾ ਕਿ ਜੇ ਸਾਡੀ ਜ਼ਿੰਦਗੀ 'ਚੋਂ ਕੋਈ ਅੱਗੋਂ ਰਸਤਾ, ਔਰ ਮੈਂ ਦੇਖਿਆ ਵੀ ਹੈ ਕਿ ਔਰ ਬਾਣੀ ਨਾਲ ਜੁੜੋ। ਸਭ ਤੋਂ ਮੇਨ ਜੋ ਮੈਨੂੰ ਮਿਲਿਆ, ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਮਿਲਿਆ ਸਭ ਕੁਝ। ਜੇ ਮੇਰੇ ਕੋਲ ਅੱਜ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ, ਮੈਂ ਸ਼ਾਇਦ ਇਸ ਤਰ੍ਹਾਂ ਨਾ ਬੋਲ ਸਕਦੀ। ਗੁਰੂ ਦੇ ਲੜ ਲੱਗੇ ਰਿਹਾ। ਹੁਣ ਵੀ ਮੈਸੇਜ ਹੈ ਆਪਣੀਆਂ ਭੈਣਾਂ, ਆਪਣੀਆਂ ਬੱਚੀਆਂ ਵਾਸਤੇ ਵੀ ਇਹੀ ਹੈਗਾ ਕਿ ਆਪਣਾ ਬਾਣੀ ਨਾਲ ਜੁੜੇ ਰਹੋ। ਸਾਡੀ ਥੋੜ੍ਹੀ ਜਿਹੀ ਕਮਜ਼ੋਰੀ ਹੈ ਕਿ ਅਸੀਂ ਨਾ ਗੁਰਦੁਆਰਾ ਸਾਹਿਬ ਵਿੱਚ ਥੋੜ੍ਹੇ ਬੱਚਿਆਂ ਨੂੰ ਡਿਸਕਸ਼ਨ ਹੋਣੇ। ਹੁਣ ਉੱਥੇ ਹੁੰਦਾ ਕੀਰਤਨ ਹੋ ਰਿਹਾ, ਪਰ ਸੈੱਟ ਰੂਟੀਨ ਹੈ, ਸੈੱਟ ਹੀ ਉੱਥੇ ਕੀਰਤਨ ਹੋ ਗਿਆ, ਅਰਦਾਸ ਹੋ ਗਈ। ਬੱਚਿਆਂ ਕੀ ਹਾਂ, ਉੱਥੋਂ ਡਿਸਕਸ਼ਨ ਪ੍ਰੋਗਰਾਮ। ਬੱਚਿਆਂ ਦੇ ਦਿਲ 'ਚ ਕਿੰਨੇ ਇੰਟੈਲੀਜੈਂਟ ਬੱਚੇ ਆ ਸਾਡੇ, ਉਹਨਾਂ ਦੇ ਦਿਲ 'ਚ ਕਿੰਨੇ ਕੁਐਸਚਨ ਆਉਂਦੇ ਹੋਣੇ। ਉੱਥੇ ਇਹਨਾਂ ਦੀ ਕਲਾਸਿਸ ਲੱਗਣੇ ਵੀ ਇਹ ਕੀ ਹੁੰਦਾ, ਇਹ ਕੀ ਹੁੰਦਾ, ਇਹ ਉਹਨਾਂ ਨੂੰ ਜਵਾਬ ਦਿਓ। ਉਹਨਾਂ ਨੂੰ ਹੁਣ ਬੱਚਿਆਂ ਨੂੰ ਸੰਭਾਲਣ ਦਾ ਟਾਈਮ ਹੈ।
ਇਹ ਤੇ ਭੈਣਾਂ ਦਾ ਇਹ ਚੀਜ਼ ਤੁਸੀਂ ਮੰਨੋਗੇ ਕਿਸੇ ਨੂੰ ਅਵੇਅਰਨੈਸ ਨਹੀਂ ਸੀ। ਆਮ ਗਲੈਡ ਕਿ ਵਾਹਿਗੁਰੂ ਨੇ ਔਰ ਹੁਣ ਸਾਰੀਆਂ ਇੱਕ ਦੂਜੇ ਨੂੰ ਕਰਦੀਆਂ। ਹੁਣ ਕੋਈ ਇਹ ਗੱਲ ਹੀ ਨਹੀਂ ਹੁੰਦੀ ਕਿ ਨਹੀਂ। ਉਸੇ ਵਕਤ ਆਪਣਾ ਇੱਕ ਅਸੀਂ ਮੈਂ ਗਏ ਤੇ ਉਹ ਆਪਣਾ ਕਹਿੰਦੀ ਮੈਂ ਮੇਰੇ ਹਸਬੈਂਡ ਦਾ ਫਿਊਨਰਲ ਹੈ ਲਿਟਰਲੀ ਮੈਂ ਤੁਹਾਨੂੰ ਤੇ ਮੈਂ ਜਾ ਰਹੀ ਹਾਂ ਹੇਅਰ ਡਰੈਸਰ ਕੋਲ ਆਪਣੇ ਆਪ ਨੂੰ ਠੀਕ ਠਾਕ ਕਰਨ। ਐਵੇਂ ਜੀ ਹੋਰ ਬਟ ਠੀਕ ਹੈ ਦੇਰ ਇਜ਼ ਨਥਿੰਗ ਬਈ ਚਲੋ ਉਹ ਤੇ ਚਲਾ ਗਿਆ। ਤੁਸੀਂ ਤੇ ਆਪਣੀ ਲਾਈਫ ਜਿਸ ਤਰ੍ਹਾਂ ਮਰਜ਼ੀ ਜੀਓ। ਦੇਰ ਇਜ਼ ਨੋ ਰਾਈਟ ਵੇ ਰੋਂਗ ਵੇ। ਤੁਸੀਂ ਆਪਣੀ ਜ਼ਿੰਦਗੀ ਜੀਣੀ ਹੈ। ਹਾਂ ਇਹ ਹੈਗਾ ਕਿ ਆਪਣੇ ਆਪ ਨੂੰ ਸਟਰੋਂਗ ਰੱਖੋ। ਇਹ ਬਿਮਾਰੀ ਲੱਗ ਗਈ ਤੁਹਾਡਾ ਕੌਣ ਕਰੇਗਾ ਘਰ? ਦੇਖੋ ਨਾ ਹੁਣ ਮੈਂ ਆਪਣੀ ਮਦਰ ਨੂੰ ਦੇਖਿਆ ਵਿਦਿਨ 6 ਮੰਥ ਸ਼ੀ ਹੈਡ ਅ ਹਾਰਟ ਪ੍ਰੋਬਲਮ। ਸਾਰੀ ਉਮਰ ਡੀਲ ਕਰਦੇ ਰਹੇ। ਕੋਈ ਚਲੀਆਂ ਜਾਂਦੀਆਂ ਕਿੰਨੇ ਹੀ ਲੋਕੀ ਚਲੇ ਗਏ। ਹੁਣ ਇਸ ਤੋਂ ਤਾਂ ਗੁਰੂ ਨਹੀਂ ਖੁਸ਼ ਹੈਗਾ। ਜੀ ਦੂਜੀ ਗੱਲ ਪਤਾ ਤੁਹਾਡੇ ਵਰਗੇ ਬੰਦਿਆਂ ਨੂੰ ਮਿਲ ਕੇ ਨਾ ਬੜੀ ਹਿੰਮਤ ਆਉਂਦੀ ਹੈ। ਤੁਸੀਂ ਗੱਲਾਂ ਹੀ ਕਰਦੇ ਹੋ ਨਾ ਉਹਦੇ ਨਾਲ ਹੀ ਬੰਦੇ ਨੂੰ ਖੁਦ ਨੂੰ ਬੰਦੇ ਨੂੰ ਫੀਲ ਹੁੰਦਾ ਯਾਰ ਇੱਕ ਲੇਡੀ ਇਦਾਂ ਨਹੀਂ ਕਹਿੰਦੇ ਕਿ ਲੇਡੀ ਵੀਕ ਹੁੰਦੀ। ਲੇਡੀਆਂ ਬੜੀ ਸਟਰੋਂਗ ਹੁੰਦੀਆਂ ਨੇ। ਤੁਸੀਂ ਦੇਖਦੇ ਸਾਡੀ ਪਹਿਲਾਂ ਕਿਸ ਤਰ੍ਹਾਂ ਆਪਣੀ ਲਾਈਫ 'ਚ ਸਫਰ ਕਰਕੇ ਖੜਾ ਹੋ ਕੇ ਸਿਰਫ ਜ਼ਿੰਦਗੀ ਨਹੀਂ ਬਿਜ਼ਨਸ ਨੂੰ ਵੀ ਇਹਨਾਂ ਨੇ ਐਕਸਪਾਂਡ ਕੀਤਾ ਉਹਨੂੰ ਵੈਰੀ ਹਾਈ ਲੈਵਲ ਦੇ ਉੱਪਰ। ਤੇ ਭੈਣ ਜੀ ਇਟਸ ਸੋ ਇਨਕਰੇਜਿੰਗ। ਮੈਂ ਰੀਅਲੀ ਉਮੀਦ ਰੱਖਦਾ ਕਿ ਜਿੰਨੇ ਵੀ ਘਰ ਬੈਠੇ ਨੇ ਤੁਸੀਂ ਥੋੜ੍ਹਾ ਜਿਹਾ ਆਪਣੀ ਲਾਈਫ 'ਚ ਬਦਲਾਅ ਲੈ ਕੇ ਆਓਗੇ, ਥੋੜ੍ਹਾ ਬਹੁਤਾ ਚੇਂਜ ਕਰੋਗੇ। ਆਸਾਨ ਨਹੀਂ ਹੈਗਾ ਲੇਕਿਨ ਇੱਕ ਦਿਨ ਕਰੋਗੇ 2 ਦਿਨ ਕਰੋਗੇ ਆਸਤੇ ਆਸਤੇ ਯੂ ਬੀ ਔਨ ਦ ਰੋਡ। ਦੇਖੋ ਜੀ ਲਾਈਫ ਸਟਾਈਲ ਚੇਂਜ ਹੋ ਗਿਆ। ਅੱਗੇ ਜਿਹੜੀਆਂ ਲੇਡੀਜ਼ ਦੇ ਹਸਬੈਂਡ ਸਪੋਰਟ ਸਿਸਟਮ ਵੀ ਹੈਗਾ ਸੀ। ਚਲੋ ਬਈ ਚਾਚੀਆਂ ਮਾਮੀਆਂ ਭੈਣਾਂ ਭਰਜਾਈਆਂ ਕੋਈ ਨਾ ਕੋਈ ਤੁਹਾਡੇ ਕੋਲ। ਹੁਣ ਕਿਸੇ ਕੋਲ ਟਾਈਮ ਹੁਣ ਗਰੰਬਲ ਵੀ ਅਸੀਂ ਕੀ ਕਹੀਏ ਕਿਸੇ ਨੂੰ ਕੀ ਕੰਪਲੇਂਟ ਕਰਨੀ ਕਿ ਸਾਨੂੰ ਪੁੱਛਦੇ ਨਹੀਂ ਜਾਂ ਨਹੀਂ। ਤੁਸੀਂ ਆਪ ਆਪਣੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਇੰਝ ਸੀ ਹੁਣ ਇੰਝ ਹੋ ਗਈ ਹੈ। ਹੁਣ ਤੁਸੀਂ ਆਪੇ ਇਸ ਤਰ੍ਹਾਂ ਚਲਾਉਣੀ ਹੈ ਤਾਂ ਆਪੇ ਚਲਾਉਣੀ ਹੈ। ਹੁਣ ਲਾਈਫ ਸਟਾਈਲ ਵੀ ਚੇਂਜ ਹੋ ਗਿਆ ਅਤੇ ਅੱਜ ਕੱਲ੍ਹ ਦੀ ਔਰਤ ਸਟਰੋਂਗ ਵੀ ਹੈਗੀ ਹੈ ਸਮਝਦਾਰ ਵੀ ਹੋ ਗਈ ਹੈ। ਅਤੇ ਇਹ ਹੁਣ ਇਹ ਅਵੇਅਰਨੈਸ ਹੈਗੀ ਹੈ ਕਿ ਹੁਣ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀ ਥੈਂਕ ਯੂ ਸੋ ਮਚ। ਟਾਈਮ ਇਜਾਜ਼ਤ ਨਹੀਂ ਦਿੰਦਾ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ 2 ਘੰਟੇ ਹੁਣ ਮੈਨੂੰ ਉਹ ਵੀ ਬੜੇ ਘੱਟ ਹੋਣੇ ਨੇ। ਨੈਕਸਟ ਵੀਕ ਕੋਈ ਅੱਛਾ ਹੋਰ ਗੈਸਟ ਲੈ ਕੇ ਆਵਾਂਗੇ। ਪਲੀਜ਼ ਬੇਸ਼ੱਕ ਸਪੋਰਟ ਕਰਿਆ ਕਰੋ ਕਾਲ ਚੈਨਲ ਨੂੰ। ਫੀਡਬੈਕ ਦਿਆ ਕਰੋ ਕਿ ਤੁਹਾਨੂੰ ਪ੍ਰੋਗਰਾਮ ਕਿੱਦਾਂ ਦੇ ਅੱਛੇ ਲੱਗਦੇ। ਤੁਸੀਂ ਖੁਦ ਜਾਣਾ ਤਾਂ ਵੀ ਤੁਸੀਂ ਕਾਲ ਕਰੋ। ਨੈਕਸਟ ਵੀਕ ਤੋਂ ਪਹਿਲਾਂ ਕੱਲ੍ਹ ਸੁਬਾਹ 11 ਵਜੇ ਡਾਕਟਰ ਰਾਜ ਬੈਂਸ ਲਾਈਵ ਸ਼ੋਅ ਕਰਨਗੇ। ਪਲੀਜ਼ ਉਹ ਵੀ ਦੇਖਣਾ ਨਾ ਭੁੱਲਣਾ। ਅਤੇ ਭੈਣ ਜੀ ਮੈਂ ਆਖਰ ਦੇ ਤੁਹਾਡਾ ਬਹੁਤ ਸ਼ੁਕਰਾਨਾ ਕਰਦਾ ਕਿ ਤੁਸੀਂ ਲੋਕਾਂ ਨੂੰ ਆਣ ਕੇ ਇੰਸਪਾਇਰ ਕੀਤਾ। ਆਪਣੀ ਪਰਸਨਲ ਲਾਈਫ ਤੁਸੀਂ ਆਣ ਕੇ ਸ਼ੇਅਰ ਕੀਤੀ ਹੈ। ਅਤੇ ਯੂ ਨੋ ਇਟਸ ਵੈਰੀ ਡਿਫੀਕਲਟ ਕਿ ਬੰਦਾ ਬੈਠ ਕੇ ਨੈਸ਼ਨਲ TV ਦੇ ਉੱਪਰ ਆਪਣਾ ਕੀ ਕਹਿੰਦੇ ਉਹਨੇ ਆਪਣਾ ਭੇਤ ਦਿੱਤਾ ਇੱਕ ਤਰ੍ਹਾਂ ਦਾ। ਤੁਸੀਂ ਬੜੀ ਗਰਚ ਵਾਲੀ ਗੱਲ ਹੈ। ਚਲੋ ਕੋਈ ਨਹੀਂ ਵਾਹਿਗੁਰੂ ਇਸ ਤਰ੍ਹਾਂ ਹੀ ਵਾਹਿਗੁਰੂ ਹਰ ਇੱਕ ਨੂੰ ਹਿੰਮਤ ਦੇਵੇ ਆਪਣੀ ਜ਼ਿੰਦਗੀ ਭੈਣਾਂ ਵਾਸਤੇ। ਇਹੀ ਹੈਗਾ ਕਿ ਟਾਈਮ ਚੇਂਜ ਹੋ ਗਿਆ। ਜੀ ਥੈਂਕ ਯੂ। ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਨੈਕਸਟ ਵੀਕ ਫਿਰ ਮੁਲਾਕਾਤ ਹੋगी। तब तक रब रखा। वाहिगुरू जी का खालसा वाहिगुरू जी की फतेह।